ਹਾਲੇਲੂਇਆ ਪ੍ਰੇਜ਼ ਦਾ ਲਾਰਡ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਆਪਣਾ ਪਰਮੇਸ਼ਰ ਪਿਆਰ ਭਰਿਆ ਪਰਮੇਸ਼ਰ ਆ, ਮੁਕਤੀ ਦਾਤਾ ਆ। ਉਹ ਬਿਮਾਰਾਂ ਨੂੰ ਚੰਗਾ ਕਰਦਾ ਆ, ਉਹ ਆਜ਼ਾਦ ਕਰਦਾ ਆ ਉਹਨਾਂ ਨੂੰ ਜਿਹੜੇ ਬੰਧਨਾਂ ਦੇ ਵਿੱਚ ਫਸੇ ਹੋਏ ਸੀਗੇ। ਉਹ ਮਾਫ ਕਰਦਾ ਹੈ ਉਹਨਾਂ ਦੇ ਪਾਪ ਜਿਹੜੇ ਦਿਲੋਂ ਝੁਕ ਕੇ ਉਹਦੀ ਹਜ਼ੂਰੀ ਦੇ ਵਿੱਚ ਆਉਂਦੇ ਨੇ। ਆਮੇਨ। ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ, ਧੰਨਵਾਦ ਕਰਦੇ ਹਾਂ ਪਿਛਲੇ ਦਿਨਾਂ ਦਾ ਜਿਹਦੇ ਵਿੱਚ ਬਹੁਤ ਸਾਰੀ ਬਰਕਤ ਪਰਮੇਸ਼ਰ ਨੇ ਆਪਣੇ ਬੱਚਿਆਂ ਦੇ ਉੱਤੇ ਉਡੇਲੀ। ਸੋ ਪ੍ਰਭੂ ਦਾ ਸ਼ੁਕਰ ਅਦਾ ਕਰਦੇ ਹੈਗੇ ਆ ਉਹ ਸਾਰੀਆਂ ਬਰਕਤਾਂ ਦੇ ਵਾਸਤੇ ਤੇ ਜਿਹੜੀਆਂ ਪਰਮੇਸ਼ਰ ਨੇ ਦਿੱਤੀਆਂ ਹੈਗੀਆਂ ਨੇ। ਸੋ ਆਓ ਆਪਾਂ ਸਿੱਧਾ ਅੱਜ ਦੇ ਵਚਨ ਵਿੱਚ ਜਾਵਾਂਗੇ ਪ੍ਰਭੂ ਦੇ ਬਾਰੇ। ਤੇ ਜਿਹੜਾ ਵਚਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈਗਾ ਆ ਉਹ ਸੰਤ ਮਤੀ ਦੇ 5ਵੇਂ ਚੈਪਟਰ ਦੇ ਵਿੱਚ ਪਹਿਲੇ 12 ਵਰਸ ਪੜਾਂਗੇ ਆਪਾਂ। ਇੰਗਲਿਸ਼ ਦੇ ਵਿੱਚ ਇਹਦਾ ਟਾਈਟਲ ਜਿਹੜਾ ਹੈਗਾ ਆ ਉਹ ਬਿਊਟੀਟਿਊਡ ਕਿਹਾ ਗਿਆ ਆ। ਬਿਊਟੀਟਿਊਡ ਯਾਨੀ ਕਿ ਬਰਕਤਾਂ, ਯਾਨੀ ਕਿ ਪਰਮੇਸ਼ਰ ਦਾ ਆਸ਼ੀਰਵਾਦ। ਆਮੇਨ। ਇਹ ਬਹੁਤ ਜ਼ਬਰਦਸਤ ਪ੍ਰਭੂ ਦੇ ਬਣੋ ਚੈਪਟਰ ਹੈਗਾ ਆ। ਸੋ ਪੜਾਂਗੇ। ਮੈਂ ਕਹਿਣਾ ਚਾਹਾਂਗਾ ਕਿ ਤਕਰੀਬਨ ਇਹ ਪ੍ਰਭੂ ਯਿਸੂ ਮਸੀਹ ਜੀ ਦਾ ਪਹਿਲਾ ਸਰਮਨ ਸੀਗਾ, ਜਿੱਦਾਂ ਕਹ ਲਓ ਕਿ ਰੀਅਲੀ ਸਰਮਨ ਲਾਈਕ ਫੁੱਲ ਸਰਮਨ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਨੇ ਪ੍ਰਚਾਰ ਕੀਤਾ ਸੀਗਾ। ਮਿਨਿਸਟਰੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਸੀਗਾ ਕਿ ਯਹੋਨਾ ਜਿਹੜਾ ਸੀਗਾ ਉਹ ਤਿਆਰ ਕਰਨ ਵਾਸਤੇ ਆਇਆ ਸੀ ਰਾਸਤਾ ਪ੍ਰਭੂ ਯਿਸੂ ਮਸੀਹ ਜੀ ਦਾ, ਕਿਉਂਕਿ ਯਹੋਨਾ ਪ੍ਰਚਾਰ ਕਰਦਾ ਸੀਗਾ ਕਿ ਪਰਮੇਸ਼ਰ ਦਾ ਰਾਜ ਆਉਣ ਵਾਲਾ ਆ, ਰਾਹਾਂ ਤਿਆਰ ਕਰੋ, ਦਿਲ ਤਿਆਰ ਕਰੋ, ਹੈ ਨਾ, ਤੋਬਾ ਕਰੋ ਤੇ ਪਾਣੀ ਦੇ ਬਪਤਿਸਮਾ ਲਵੋ। ਤੇ ਬਾਅਦ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਜੀ ਆ ਗਏ ਤੇ ਉਹਨਾਂ ਨੇ ਕਹਿ ਲਓ ਕਿ ਕਿੰਗਡਮ ਆਫ ਗੋਡ ਦੇ ਬਾਰੇ, ਪਰਮੇਸ਼ਰ ਦੇ ਰਾਜ ਦੇ ਬਾਰੇ, ਕਿ ਪਰਮੇਸ਼ਰ ਦਾ ਰਾਜ ਆ ਰਿਹਾ ਹੈਗਾ ਆ, ਤਿਆਰੀਆਂ ਸ਼ੁਰੂ ਕੀਤੀਆਂ। ਤੇ ਪ੍ਰਭੂ ਯਿਸੂ ਮਸੀਹ ਜੀ ਨੇ ਇਹ ਸ਼ਬਦ ਜਿਹੜੇ ਬੋਲੇ, ਇਹ ਪਰਮੇਸ਼ਰ ਦੇ ਰਾਜ ਦੇ ਵਿੱਚ ਕਿੱਦਾਂ ਤੁਰਨਾ ਆ, ਪਰਮੇਸ਼ਰ ਦੇ ਰਾਜ ਵਿੱਚ ਕਿੱਦਾਂ ਵੜਨਾ ਆ, ਪਰਮੇਸ਼ਰ ਦੇ ਰਾਜ ਦੇ ਵਿੱਚ ਜਾਣ ਦੇ ਵਾਸਤੇ ਕਿਹੜੀਆਂ ਰਿਕੁਆਇਰਮੈਂਟਸ ਨੇ, ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਪਰਮੇਸ਼ਰ ਦੇ ਰਾਜ ਵਿੱਚ ਜਾਣ ਵਾਸਤੇ। ਮੈਂ ਕਲੀਅਰ ਕਰਨਾ ਚਾਹੁੰਦਾ ਹੈਗਾ, ਮੈਂ ਇੱਥੇ ਸਵਰਗ ਦੀ ਗੱਲ ਨਹੀਂ ਕਰ ਰਿਹਾ ਕਿ ਸਵਰਗ ਜਾਣ ਵਾਸਤੇ ਕਿਹੜੀ ਚੀਜ਼ ਜ਼ਰੂਰੀ ਆ। ਮੈਂ ਤੇ ਪਰਮੇਸ਼ਰ ਦੇ ਰਾਜ ਵਿੱਚ ਜਾਣ ਦੀ ਗੱਲ ਕਰ ਰਿਹਾ। ਹੁਣ ਸੋਚੋਗੇ ਤੇ ਤੁਸੀਂ ਕਿ ਕਿਹੜੇ ਪਰਮੇਸ਼ਰ ਦੇ ਰਾਜ ਦੀ। ਹੁਣ ਆਪਾਂ ਨੂੰ ਪਤਾ ਹੈ ਕਿ ਇੱਕ ਸਮਾਂ ਆਏਗਾ ਕਿ 1000 ਸਾਲ ਵਾਸਤੇ ਆਪਾਂ ਰਾਜ ਕਰਾਂਗੇ, ਹੈ ਨਾ। ਸੋ ਉਸ ਰਾਜ ਦੀ ਗੱਲ ਨਹੀਂ ਹੋ ਰਹੀ ਇੱਥੇ, ਪਰਮੇਸ਼ਰ ਦੇ ਰਾਜ ਦੀ ਗੱਲ ਹੋ ਰਹੀ ਆ। ਇੱਥੇ ਕਿੰਗਡਮ ਆਫ ਹੈਵਨ ਜਿਹੜੀ ਧਰਤੀ ਤੇ ਆ ਗਈ। ਤੁਹਾਨੂੰ ਯਾਦ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਇੱਕ ਦੁਆ ਕਰੀ ਸਿਖਾਈ ਸੀਗੀ ਕਿ ਜਦੋਂ ਵੀ ਤੁਸੀਂ ਦੁਆ ਕਰੋ, ਪਰਮੇਸ਼ਰ ਪਿਤਾ ਨੂੰ ਕਹੋ, ਪਵਿੱਤਰ ਤੇਰਾ ਨਾਮ, ਧੰਨ ਤੇਰਾ ਨਾਮ, ਤੇ ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿੱਦਾਂ ਸਵਰਗਾਂ 'ਚ ਪੂਰੀ ਹੁੰਦੀ ਹੈ ਧਰਤੀ 'ਤੇ ਪੂਰੀ ਹੋਵੇ। ਸੋ ਇਹ ਦੇਖਿਆ ਜਾਵੇ ਤੇਰਾ ਰਾਜ ਆਵੇ। ਤੁਹਾਨੂੰ ਯਾਦ ਹੈ ਕਿ ਜਦੋਂ ਇਨਸਾਨ ਨੇ ਪਾਪ ਕੀਤਾ, ਆਦਮ ਤੇ ਹਵਾ ਨੇ ਪਾਪ ਕੀਤਾ, ਤੇ ਪਰਮੇਸ਼ਰ ਦਾ ਰੂਹ ਜਿਹੜਾ ਸੀਗਾ ਇਨਸਾਨ ਨੂੰ ਛੱਡ ਕੇ ਚਲਾ ਗਿਆ ਸੀ। ਤੇ ਉਹ ਤੋਂ ਬਾਅਦ ਵਿੱਚ ਜੋ ਵੀ ਇਨਸਾਨ ਕਰ ਰਿਹਾ ਇਸ ਧਰਤੀ 'ਤੇ ਉਹ ਆਪਣੀ ਮਨਮਰਜ਼ੀ ਕਰ ਰਿਹਾ। ਲੇਕਿਨ ਹੁਣ ਇੱਕ ਸਮਾਂ ਜਾ ਰਿਹਾ ਸੀਗਾ ਕਿ ਪਵਿੱਤਰ ਆਤਮਾ ਮੁੜ ਕੇ ਦੁਬਾਰਾ ਫਿਰ ਇਨਸਾਨ ਦੇ ਦਿਲ ਦੇ ਵਿੱਚ, ਇਨਸਾਨ ਦੀ ਰੂਹ ਦੇ ਵਿੱਚ ਉਤਰਨ ਜਾ ਰਿਹਾ ਸੀ, ਤੇ ਉਤਰ ਕੇ ਇਨਸਾਨ ਦੀ ਰੂਹ ਦੇ ਵਿੱਚ ਰਹਿਣ ਜਾ ਰਿਹਾ ਸੀ, ਤੇ ਇਨਸਾਨ ਦੇ ਦਿਲ ਦੇ ਤਖਤ ਵਿੱਚ ਬੈਠ ਕੇ, ਇਨਸਾਨ ਦੀ ਰੂਹ ਦੇ ਤਖਤ ਵਿੱਚ ਬੈਠ ਕੇ ਹੁਣ ਉਹ ਪਰਮੇਸ਼ਰ ਪਵਿੱਤਰ ਆਤਮਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਰਾਜ ਕਰਨ ਜਾ ਰਿਹਾ ਸੀ। ਆਮੇਨ। ਤੇ ਇਨਸਾਨ ਥਾਈਂ ਦੀ ਰਾਜ ਕਰਨ ਜਾ ਰਿਹਾ ਸੀ ਤਾਂ ਕਿ ਪਰਮੇਸ਼ਰ ਦਾ ਰਾਜ ਇਨਸਾਨ ਦੇ ਵਿੱਚ ਆ ਸਕੇ, ਤੇ ਉਸ ਰਾਜ ਦੇ ਵਿੱਚ, ਉਸ ਪਵਿੱਤਰ ਆਤਮਾ ਦੇ ਰਾਜ ਦੇ ਵਿੱਚ ਇਨਸਾਨ ਅੱਗੇ ਵੱਧ ਸਕੇ, ਰੂਹਾਨੀ ਤੌਰ ਤੇ ਇਨਸਾਨ ਤਕੜਾ ਹੋ ਸਕੇ, ਰੂਹਾਨੀ ਤੌਰ ਤੇ ਇਨਸਾਨ ਉਹ ਸ਼ਕਤੀ, ਉਹ ਅਥਾਰਟੀ ਜਿਹੜੀ ਪਰਮੇਸ਼ਰ ਨੇ ਆਪਣੇ ਰਾਜ ਵਾਸਤੇ ਭੇਜੀ ਆ ਉਹ ਲੈ ਕੇ ਰੂਹਾਂ ਬਚਾ ਸਕੇ, ਰੂਹਾਂ ਨੂੰ ਸ਼ੈਤਾਨੀ ਹਮਲਿਆਂ ਤੋਂ ਤੇ ਸ਼ੈਤਾਨੀ ਹਨੇਰੇ ਦੇ ਰਾਜ ਤੋਂ ਕੱਢ ਸਕੇ, ਤੇ ਤਾਂ ਕਿ ਉਹ ਮੁਕਤ ਹੋ ਸਕਣ। ਮੈਂ ਸੋ ਇਹ ਮਿਨਿਸਟਰੀ ਜਿਹੜੀ ਹੈਗੀ ਆ ਪ੍ਰਭੂ ਯਿਸੂ ਨੇ ਸ਼ੁਰੂ ਕੀਤੀ। ਤੇ ਸਭ ਤੋਂ ਪਹਿਲਾ ਸਰਮਨ ਪੂਰਾ ਪਰਮੇਸ਼ਰ ਦੇ ਰਾਜ ਦੀਆਂ ਕੁਆਲਿਟੀਜ਼ ਜਾਂ ਪਰਮੇਸ਼ਰ ਦੇ ਰਾਜ ਦੇ ਵਾਸਤੇ ਰਿਕੁਆਇਰਮੈਂਟਸ ਜਾਂ ਕੀ ਕੁਛ ਚਾਹੀਦਾ ਆ ਇੱਕ ਇਨਸਾਨ ਨੂੰ ਪਰਮੇਸ਼ਰ ਦੇ ਰਾਜ ਦੇ ਵਿੱਚ ਦਾਖਲ ਹੋਣ ਦੇ ਵਾਸਤੇ, ਤੇ ਪਰਮੇਸ਼ਰ ਦੇ ਰਾਜ ਦੀਆਂ ਕੁੰਜੀਆਂ ਲੈਣ ਵਾਸਤੇ, ਉਹਦੀ ਅਥਾਰਟੀ ਲੈਣ ਵਾਸਤੇ, ਉਹਦੀ ਪਾਵਰ ਲੈਣ ਦੇ ਵਾਸਤੇ, ਤੇ ਕਿਸ ਤਰ੍ਹਾਂ ਐਕਟ ਕਰਨਾ ਹੈ ਆਪਾਂ ਤਾਂ ਕਿ ਬਿਮਾਰ ਚੰਗੇ ਹੋ ਜਾਣ, ਤਾਂ ਕਿ ਬਿਮਾਰੀਆਂ ਟੁੱਟ ਜਾਣ ਲੋਕਾਂ ਤੋਂ, ਤਾਂ ਕਿ ਬਦਬੂਆਂ ਨਿਕਲ ਜਾਣ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ, ਤਾਂ ਕਿ ਵੱਡੇ ਵੱਡੇ ਚਿੰਨ੍ਹ ਹੋਣ, ਵੱਡੇ ਵੱਡੇ ਮਿਰਕਲ ਹੋਣ, ਤੇ ਜਾਨਣਾ
ਉਹਨਾਂ ਦੀਆਂ ਅੱਖਾਂ ਖੁੱਲ ਜਾਣ ਤੇ ਉਹ ਯਿਸੂ ਨੂੰ ਸਵੀਕਾਰ ਕਰ ਲੈਣ, ਬਚਾਈਆਂ ਜਾਣ ਤੇ ਹਨੇਰੇ ਦੇ ਰਾਜ ਨੂੰ ਆਪਾਂ ਬਹੁਤ ਵੱਡੀ ਠੋਕਰ ਪਹੁੰਚਾ ਕੇ, ਜਾਨਾਂ ਨੂੰ ਬਚਾ ਕੇ ਉਹਨਾਂ ਨੂੰ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਕਰ ਸਕੀਏ। ਸੋ ਇਹ ਤਾਂ ਸੀ ਆਪਣੀ ਇੰਟਰੋਡਕਸ਼ਨ। ਲੇਕਿਨ ਆਓ ਹੁਣ ਆਪਾਂ ਦੇਖੀਏ ਉਹਨਾਂ ਰਿਕੁਆਇਰਮੈਂਟਸ ਦੇ ਬਾਰੇ। ਸੰਤ ਮਤੀ 5ਵਾਂ ਚੈਪਟਰ ਦੇਖਾਂਗੇ, ਪੰਜਾਬੀ ਚ ਪੜਾਂਗੇ। ਸੰਤ ਮਤੀ 5ਵਾਂ ਚੈਪਟਰ ਤੇ ਉਹਦੇ ਪਹਿਲੇ 12 ਵਰਸ ਧਿਆਨ ਨਾਲ ਸੁਣੀਏ ਪ੍ਰਭੂ ਦੇ ਪੜੋ। ਆਮੇਨ। ਗॉड ਬਲੈਸ ਯੂ। ਸਾਰਿਆਂ ਨੂੰ ਇਹ ਵਚਨ ਅੱਜ ਦਾ ਬਰਕਤ ਲੈ ਕੇ ਆਵੇ, ਹਰ ਇੱਕ ਦਿਲ ਨੂੰ ਬਰਕਤ ਲੈ ਕੇ ਆਵੇ, ਹਰ ਇੱਕ ਮਨ ਨੂੰ ਬਰਕਤ ਲੈ ਕੇ ਆਵੇ, ਹਰ ਇੱਕ ਇਨਸਾਨ ਨੂੰ। ਯਾਦ ਰੱਖੋ, ਇਹ ਰਿਕੁਆਇਰਮੈਂਟਸ ਨੇ, ਇਹ ਕੁਝ ਕੁਆਲੀਫਿਕੇਸ਼ਨਸ ਨੇ ਜਿਨ੍ਹਾਂ ਨੂੰ ਅਪਣਾਉਣ ਦੇ ਨਾਲ ਆਪਾਂ ਪਰਮੇਸ਼ਰ ਦੇ ਰਾਜ ਵਿੱਚ ਪੂਰੀ ਤਰ੍ਹਾਂ ਵੜ ਸਕਾਂਗੇ। ਪਵਿੱਤਰ ਆਤਮਾ ਦਾ ਰਾਜ ਆਪਣੀ ਜ਼ਿੰਦਗੀ ਤੇ ਪੂਰੀ ਤਰ੍ਹਾਂ ਨਾਲ ਹੋ ਜੂ ਤੇ ਰੂਹ ਦੇ ਕੰਮਾਂ ਦੇ ਵਿੱਚ ਆਪਾਂ ਈਜ਼ੀਲੀ ਐਕਟੀਵੇਟ ਹੋ ਸਕਾਂਗੇ, ਈਜ਼ੀਲੀ ਫਲੋ ਹੋ ਸਕਾਂਗੇ ਤੇ ਜਾਨਾਂ ਬਚਾ ਸਕਾਂਗੇ, ਪਰਮੇਸ਼ਰ ਦਾ ਮਕਸਦ ਪੂਰਾ ਕਰ ਸਕਾਂਗੇ, ਸ਼ੈਤਾਨ ਨੂੰ ਡਿਸਟਰੋਏ ਕਰ ਸਕਾਂਗੇ। ਆਓ ਸੁਣੀਏ ਮੈਥਿਊ ਚੈਪਟਰ 5 ਵਰਸ 1 to 12 ਪੰਜਾਬੀ ਚ। ਜੀ ਹਾਂ, ਮੱਤੀ 5 ਦਾ 1 ਤੋਂ 12। ਯਿਸੂ ਲੋਕਾਂ ਦੀ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ੍ਹ ਗਏ। ਜਦੋਂ ਉਹ ਬੈਠ ਗਏ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆ ਗਏ। ਫਿਰ ਯਿਸੂ ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇਣ ਲੱਗੇ। ਧੰਨ ਉਹ ਲੋਕ ਹਨ ਜਿਹੜੇ ਆਪਣੀ ਆਤਮਿਕ ਲੋੜ ਨੂੰ ਜਾਣਦੇ ਹਨ, ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ। ਧੰਨ ਉਹ ਲੋਕ ਹਨ ਜਿਹੜੇ ਸੋਗ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਧੀਰਜ ਦੇਵੇਗਾ। ਧੰਨ ਉਹ ਲੋਕ ਹਨ ਜਿਹੜੇ ਦੀਨ ਹਨ, ਉਹ ਪਰਮੇਸ਼ਰ ਦੀ ਪ੍ਰਤਿੱਗਿਆ ਅਨੁਸਾਰ ਅਸੀਸ ਪ੍ਰਾਪਤ ਕਰਨਗੇ। ਧੰਨ ਉਹ ਲੋਕ ਹਨ ਜਿਹੜੇ ਸੱਚਾਈ ਦੇ ਭੁੱਖੇ ਤੇ ਤਿਹਾਏ ਹਨ, ਪਰਮੇਸ਼ਰ ਉਹਨਾਂ ਨੂੰ ਤ੍ਰਿਪਤ ਕਰੇਗਾ। ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ, ਪਰਮੇਸ਼ਰ ਉਹਨਾਂ ਉੱਤੇ ਦਇਆ ਕਰੇਗਾ। ਧੰਨ ਉਹ ਲੋਕ ਹਨ ਜਿਨ੍ਹਾਂ ਦੇ ਮਨ ਪਵਿੱਤਰ ਹਨ, ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ। ਧੰਨ ਉਹ ਲੋਕ ਹਨ ਜਿਹੜੇ ਦੂਜਿਆਂ ਵਿੱਚ ਸ਼ਾਂਤੀ ਕਰਾਉਂਦੇ ਹਨ, ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ। ਧੰਨ ਉਹ ਲੋਕ ਹਨ ਜਿਹੜੇ ਸੱਤ ਦੇ ਕਾਰਨ ਸਤਾਏ ਜਾਂਦੇ ਹਨ, ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ। ਧੰਨ ਤੁਸੀਂ ਹੋ ਜਦੋਂ ਮੇਰੇ ਚੇਲੇ ਹੋਣ ਕਾਰਨ ਤੁਹਾਨੂੰ ਬੇਪਤ ਕਰਨ, ਤੁਹਾਨੂੰ ਦੁੱਖ ਦੇਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਤੇ ਝੂਠੀਆਂ ਗੱਲਾਂ ਕਹਿਣ। ਆਨੰਦਿਤ ਹੋਵੋ ਅਤੇ ਖੁਸ਼ੀ ਮਨਾਵੋ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ। ਇਸੇ ਤਰ੍ਹਾਂ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਸਤਾਇਆ ਸੀ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਬਹੁਤ ਹੀ ਜ਼ਬਰਦਸਤ ਇਹ ਚੈਪਟਰ ਹੈ। ਧੰਨ ਨੇ ਉਹ, ਬਲੈਸ ਆਰ ਦੋਸ, ਧੰਨ ਨੇ ਉਹ। ਵਾਓ। ਪ੍ਰਭੂ ਬਣਾ ਇਸ ਦੇ ਵਿੱਚ ਇਹਨਾਂ ਨੂੰ ਇੰਗਲਿਸ਼ ਵਿੱਚ ਬਿਊਟੀਟਿਊਡਸ ਕਹਿੰਦੇ ਨੇ, ਬਿਊਟੀਟਿਊਡਸ ਕਹਿੰਦੇ ਨੇ। ਇਹ ਜਿਹੜਾ ਸ਼ਬਦ ਹੈਗਾ ਆ ਪ੍ਰਭੂ ਦੇ ਬਣੋ, ਜਿਹੜਾ ਇਹ ਲਫ਼ਜ਼ ਯੂਜ਼ ਕੀਤਾ ਜਾਂਦਾ ਹੈਗਾ ਆ ਬਿਊਟੀਟਿਊਡ, ਇਹ ਦਰਅਸਲ ਲੈਟਿਨ ਦੇ ਵਿੱਚੋਂ ਨਿਕਲਦਾ ਹੈਗਾ ਆ। ਲੈਟਿਨ ਦੇ ਵਿੱਚ ਇਹ ਬਿਊਟੀ ਵਰਡ ਤੋਂ ਮਤਲਬ ਨਿਕਲਦਾ ਹੈਗਾ ਆ। ਤੇ ਇਹ ਕਹਿ ਲਓ ਕਿ ਤੁਸੀਂ ਜਦੋਂ ਦਾ ਤਰਜਮਾ ਗ੍ਰੀਕ ਦੇ ਵਿੱਚ ਕਰਦੇ ਨੇ, ਉਹਦਾ ਅਸਲੀ ਟਰਾਂਸਲੇਸ਼ਨ ਹੈਗਾ ਆ ਬਲੈਸਡ। ਮਨ ਹੁਣ ਪੰਜਾਬੀ ਦੇ ਵਿੱਚ ਧੰਨ ਨੇ ਉਹ ਲਿਖਿਆ ਹੋਇਆ, ਯਾਨੀ ਕਿ ਬਲੈਸਡ ਆਰ ਦੋਸ, ਹੈ ਨਾ। ਇਹ ਵਰਡ ਜਿਹੜਾ ਬਲੈਸਡ ਹੈਗਾ ਆ, ਇਹਨੂੰ ਓਰੀਜਨਲ ਦੇ ਵਿੱਚ ਇਹਦਾ ਟਰਾਂਸਲੇਸ਼ਨ ਜਿਹੜਾ ਕੀਤਾ ਗਿਆ ਆ, ਉੱਥੇ ਹੈਪੀ ਵੀ ਕਿਹਾ ਗਿਆ ਆ, ਖੁਸ਼ ਵੀ ਕਿਹਾ ਗਿਆ ਆ, ਫੋਰਚੂਨੇਟ ਵੀ ਕਿਹਾ ਗਿਆ ਆ। ਫੋਰਚੂਨੇਟ ਜਿੱਦਾਂ ਆਪਾਂ ਪਹਿਲਾਂ ਕਹਿ ਦਿੰਦੇ ਸੀਗੇ ਵੀ ਕਿਸਮਤ ਵਾਲੇ ਹੋਣ ਉਹ, ਹੈ ਨਾ, ਅਤੇ ਜਾਂ ਤੁਸੀਂ ਕਹਿ ਸਕਦੇ ਸੀਗੇ ਕਿ ਖੁਸ਼ ਹੈਗੇ ਨੇ ਉਹ, ਹੈ ਨਾ, ਜਾਂ ਹੈਪੀ ਨੇ ਉਹ, ਹੈ ਨਾ। ਲੇਕਿਨ ਅਸਲੀ ਵਰਡ ਜਿਹੜਾ ਯੂਜ਼ ਕੀਤਾ ਗਿਆ ਹੈਗਾ ਆ, ਉਹਦਾ ਅਸਲੀ ਤਰਜਮਾ ਜਿਹੜਾ ਨਿਕਲਦਾ ਧੰਨ, ਜਾਣੀ ਕਿ ਬਲੈਸਡ ਆਰ ਦੋਸ, ਹੈ ਨਾ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਪ੍ਰਭੂ ਦਾ ਬਣੋ, ਜਦੋਂ ਮੂਸਾ 10 ਹੁਕਮ ਲੈਣ ਦੇ ਵਾਸਤੇ ਪਹਾੜ ਤੇ ਚੜਿਆ ਸੀ, ਮੂਸਾ ਪਹਾੜ ਤੇ ਚੜਿਆ, ਪਹਾੜ ਤੇ ਜਾ ਕੇ 10 ਹੁਕਮ ਲੈ ਕੇ ਥੱਲੇ ਉਤਰਦਾ ਹੈ ਧਰਤੀ ਤੇ ਥੱਲੇ ਉਤਰ ਕੇ ਲੋਕਾਂ ਨੂੰ ਇੱਕ ਨਵਾਂ ਕਾਨੂੰਨ, ਇਹ ਲਾਅ ਵਿੱਚ ਕਿੱਦਾਂ ਚੱਲਣਾ ਆ, ਉਹ ਚੱਲਣ ਦੇ ਵਾਸਤੇ ਇੰਸਟਰਕਸ਼ਨਸ ਦਿੰਦਾ ਆ, 10 ਹੁਕਮ ਦਿੰਦਾ ਆ, ਜਿਹਦੇ ਨਾਲ ਲੋਕ ਜਿਹੜੇ ਨੇ ਉਹ ਲਾਅ ਵਿੱਚ ਚੱਲ ਸਕਣਗੇ। ਹੁਣ ਇੱਥੇ ਨਵੇਂ ਨਿਯਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਵੀ ਇੱਕ ਪਹਾੜ ਤੇ ਚੜੇ, ਪਹਾੜ ਤੇ ਚੜ ਕੇ ਪਹਾੜ ਦੇ ਉੱਤੇ ਖੜ ਕੇ ਹੀ ਉਹਨਾਂ ਨੇ ਸਰਮਨ ਆਫ ਦਾ ਮਾਊਂਟ,
ਇਹਨੂੰ ਕਿਹਾ ਜਾਂਦਾ ਆ ਸਰਮਨ ਆਫ ਦਾ ਮਾਊਂਟ, ਯਾਨੀ ਕਿ ਪਹਾੜ ਤੋਂ ਪ੍ਰਚਾਰ। ਥੱਲੇ ਉਤਰ ਕੇ ਉਹਨਾਂ ਨੇ ਹੈਂਡਓਵਰ ਨਹੀਂ ਕੀਤੀਆਂ 10 ਹੁਕਮ, ਪਹਾੜ ਤੋਂ ਹੀ ਖੜ ਕੇ ਪ੍ਰਭੂ ਯਿਸੂ ਮਸੀਹ ਜੀ ਨੇ 9 ਇੰਸਟਰਕਸ਼ਨਸ ਦਿੱਤੀਆਂ, 9 ਐਪਲੀਕੇਸ਼ਨਸ ਦਿੱਤੀਆਂ, 9 ਰੂਲਸ ਤੇ ਰੈਗੂਲੇਸ਼ਨਸ ਦਿੱਤੇ, ਜਿਨ੍ਹਾਂ ਨੂੰ ਅਪਣਾ ਕੇ, ਜਿਨ੍ਹਾਂ ਨੂੰ ਪਹਿਨ ਕੇ ਇਨਸਾਨ ਜਿਹੜਾ ਹੈਗਾ ਆ ਪਰਮੇਸ਼ਰ ਦੀ ਰਾਜ ਦੀ ਹੋਰ ਗਹਿਰਾਈ ਦੇ ਵਿੱਚ ਜਾ ਸਕਦਾ ਆ। ਮੇਕ ਸ਼ੋਰ ਕਰ ਲਈਏ ਆਪਾਂ ਕਿ ਕੋਈ ਇਹਨੂੰ ਮਿਸਅੰਡਰਸਟੈਂਡ ਨਾ ਕਰ ਲਵੇ। ਇੱਥੇ ਇਹ ਗੱਲ ਨਹੀਂ ਹੋ ਰਹੀ ਕਿ ਜੇ ਤੁਸੀਂ ਇਹ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਨੇ 8-9 ਹੁਕਮ ਜਾਂ 8-9 ਬਿਊਟੀ ਟੂਲਸ, ਇੰਸਟਰਕਸ਼ਨਸ ਕਹਿ ਲਓ ਤੁਸੀਂ, ਇਨਫੋਰਮੇਸ਼ਨ ਕਹਿ ਲਓ ਤੁਸੀਂ, ਪ੍ਰਿੰਸੀਪਲਸ ਕਹਿ ਲਓ ਤੁਸੀਂ, 8-9 ਪ੍ਰਿੰਸੀਪਲਸ ਇਹ ਪਰਮੇਸ਼ਰ ਦੇ ਰਾਜ ਦੇ ਵਿੱਚ ਚੱਲਣ ਦੇ ਵਾਸਤੇ, ਪਰਮੇਸ਼ਰ ਦੇ ਰਾਜ ਵਿੱਚ ਵੜਨ ਦੇ ਵਾਸਤੇ, ਪਰਮੇਸ਼ਰ ਦੇ ਰਾਜ ਦੇ ਵਿੱਚ ਐਕਟੀਵੇਟ ਹੋਣ ਦੇ ਵਾਸਤੇ, ਪਰਮੇਸ਼ਰ ਦੇ ਰਾਜ ਦੇ ਵਿੱਚ ਵਧਣ ਦੇ ਵਾਸਤੇ, ਫੁੱਲਣ ਦੇ ਵਾਸਤੇ ਦਿੱਤੇ ਨੇ। ਯਾਦ ਰੱਖੋ ਭਰਾਵੋ ਤੇ ਭੈਣੋ ਕਿ ਇਹ ਸੈਲਵੇਸ਼ਨ ਦੀਆਂ ਰਿਕੁਆਇਰਮੈਂਟ ਨਹੀਂ ਗੀਆਂ। ਇੱਥੇ ਆ ਨਾ ਸਮਝ ਲਈ ਆਪਾਂ ਕਿ ਉਹ ਵਾਓ ਸੇਵ ਹੋਣ ਦੇ ਵਾਸਤੇ ਸਾਨੂੰ ਬਚਾਏ ਜਾਣ ਵਾਸਤੇ, ਮੁਕਤੀ ਪ੍ਰਾਪਤ ਕਰਨ ਵਾਸਤੇ ਸਾਨੂੰ ਇਹ 8-9 ਹੁਕਮ ਜਿਹੜੇ ਨੇ ਪੂਰੇ ਕਰਨੇ ਪੈਣਗੇ। ਤੇ ਜੇ 8-9 ਹੁਕਮ ਪੂਰੇ ਨਹੀਂ ਹੁੰਦੇ, ਕਿਸੇ ਦੀ ਜ਼ਿੰਦਗੀ 'ਚ ਤੁਸੀਂ ਬਚਾਏ ਨਹੀਂ ਜਾ ਸਕਦੇ। ਹੁਣ ਇਹਨਾਂ 8-9 ਹੁਕਮਾਂ ਦੇ ਵਿੱਚ, 9 ਹੁਕਮਾਂ ਦੇ ਵਿੱਚ ਅਖੀਰ 'ਚ ਜਾ ਕੇ ਪਰਸੀਕਿਊਸ਼ਨ ਵੀ ਆ ਜਾਂਦਾ ਆ। ਹੁਣ ਜੇ ਕੋਈ ਬੰਦਾ ਲਿਟਰਲੀ ਇਹਨਾਂ ਚੀਜ਼ਾਂ ਨੂੰ ਲੈ ਲੇ ਤੇ ਉਹ ਕਹਿ ਸਕੇ ਹਾਂ ਤੂੰ ਤਾਂ ਕਦੇ ਪਰਸੀਕਿਊਟ ਨਹੀਂ ਹੋਇਆ, ਤੇਰੇ ਤਾਂ ਕਦੇ ਮਖੌਲ ਨਹੀਂ ਉਡਾਇਆ ਕਿਸੇ ਨੇ ਪ੍ਰਭੂ ਯਿਸੂ ਮਸੀਹ ਖਾਤਰ, ਤੈਨੂੰ ਤਾਂ ਕਦੇ ਕਿਸੇ ਨੇ ਝਿੜਕਿਆ ਨਹੀਂ, ਤੈਨੂੰ ਤਾਂ ਕਦੇ ਕਿਸੇ ਨੇ ਇੱਕ ਚਪੇੜ ਤੱਕ ਨਹੀਂ ਮਾਰੀ ਪ੍ਰਭੂ ਯਿਸੂ ਮਸੀਹ ਦੇ ਖਾਤਰ, ਤੁਸੀਂ ਤਾਂ ਕਦੇ ਕੈਦ ਵਿੱਚ ਨਹੀਂ ਗਏ ਪ੍ਰਭੂ ਯਿਸੂ ਮਸੀਹ ਦੇ ਖਾਤਰ, ਤੁਹਾਡੇ ਤੇ ਅਤਿਆਚਾਰ ਨਹੀਂ ਹੋਏ ਪ੍ਰਭੂ ਯਿਸੂ ਮਸੀਹ ਦੇ ਖਾਤਰ, ਤੁਹਾਡੇ ਘਰ ਨਹੀਂ ਜਲਾਏ ਗਏ, ਤੁਹਾਡੇ ਆ ਨਹੀਂ ਹੋਏ, ਤੁਹਾਡੇ ਉਹ ਨਹੀਂ ਹੋਏ, ਤੁਸੀਂ ਨਹੀਂ ਬਚਾਏ ਜਾ ਸਕਦੇ, ਤੁਸੀਂ ਉਸ ਕੈਟੇਗਰੀ 'ਚ ਨਹੀਂ ਗਏ। ਸੈਲਵੇਸ਼ਨ ਪ੍ਰਾਪਤ ਕਰਨ ਦੇ ਵਾਸਤੇ ਭਰਾਵੋ ਤੇ ਭੈਣੋ ਇੱਕੋ ਹੀ ਰਿਕੁਆਇਰਮੈਂਟ ਆ ਕਿ ਆਪਣਾ ਦਿਲ ਖੋਲ ਕੇ ਯਿਸੂ ਮਸੀਹ ਜੀ ਨੂੰ ਮੁਕਤੀ ਦਾਤਾ ਮਸੀਹ ਸਵੀਕਾਰ ਕੀਤਾ ਜਾਵੇ ਤੇ ਆਪਣਾ ਦਿਲ ਖੋਲ ਕੇ ਆਪਣੇ ਪਾਪਾਂ ਦੀ ਮਾਫੀ ਮੰਗ ਕੇ ਆਖਿਆ ਜਾ ਕੇ ਪ੍ਰਭੂ ਯਿਸੂ ਮਸੀਹ ਨੂੰ ਕਿ ਪ੍ਰਭੂ ਜੀ ਮੈਂ ਪਾਪੀ ਇਨਸਾਨ ਹਾਂ, ਮੈਂ ਤੁਹਾਨੂੰ ਗ੍ਰਹਿਣ ਕਰਦਾ ਹਾਂ ਕਿ ਤੁਸੀਂ ਮੇਰੇ ਮੁਕਤੀ ਦਾਤਾ ਬਣ ਜਾਓ, ਮੇਰੇ ਦਿਲ ਵਿੱਚ ਆ ਜਾਓ, ਮੇਰੀ ਜ਼ਿੰਦਗੀ ਨੂੰ ਬਚਾ ਲਵੋ। ਆਮੇਨ। ਉਦੋਂ ਭਰਾਵੋ ਤੇ ਭੈਣੋ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੀ ਮੁਕਤੀ ਆ ਜਾਂਦੀ ਆ, ਕਿਉਂਕਿ ਉਹ ਮੁਕਤੀ ਦਾਤਾ ਆਪਣਾ ਬਣ ਜਾਂਦਾ ਆ। ਸੋ ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ ਆਪਾਂ ਇਹਦੇ ਲਈ। ਇਹ ਜਿਹੜੇ ਮੈਂ ਮੂਸਾ ਦੀ ਐਗਜ਼ਾਮਪਲ ਲਈ ਕਿ ਮੂਸਾ ਪਹਾੜ 'ਤੇ ਚੜ੍ਹਿਆ ਸੀਗਾ, ਪਹਾੜ 'ਤੇ ਚੜ੍ਹ ਕੇ ਉਹ 10 ਹੁਕਮ ਪਹਾੜ ਤੋਂ ਥੱਲੇ ਲੈ ਕੇ ਆਇਆ ਸੀਗਾ, ਕਿਉਂਕਿ ਉਹਨੇ ਇੱਕ ਲਾਅ ਸ਼ੁਰੂ ਕਰਨਾ ਸੀਗਾ, ਇੱਕ ਨਵੀਂ ਡਿਮੈਂਸ਼ਨ ਸ਼ੁਰੂ ਕਰਨੀ ਸੀਗੀ, ਹੈ ਨਾ। ਲੇਕਿਨ ਇਹ ਡਿਮੈਂਸ਼ਨ ਜਿਹੜੀ ਲਾਅ ਦੀ ਸੀਗੀ ਉਹ ਵੱਖਰੀ ਸੀ, ਲੇਕਿਨ ਹੁਣ ਜਿਹੜੀ ਡਿਮੈਂਸ਼ਨ ਆ ਇਹ ਗ੍ਰੇਸ ਦੀ ਆ। ਇਹ ਗ੍ਰੇਸ ਦੀ ਡਿਮੈਂਸ਼ਨ ਦੇ ਵਿੱਚ ਪ੍ਰਭੂ ਯਿਸੂ ਪਹਾੜ 'ਤੇ ਚੜ੍ਹਦੇ ਨੇ ਤੇ ਪਹਾੜ ਤੋਂ ਚੜ੍ਹ ਕੇ ਉੱਪਰੋਂ ਸਰਮਨ ਦਿੰਦੇ ਨੇ, ਬਿਊਟੀ ਟੂਲਸ ਜਿਹਨੂੰ ਕਿਹਾ ਜਾਂਦਾ ਆ, ਹੈ ਨਾ। 9 ਚੀਜ਼ਾਂ ਉਹਦੇ ਵਿੱਚ ਜ਼ਿਕਰ ਆਉਂਦੀਆਂ ਨੇ। ਸੋ ਉਹ ਇਸ ਪਾਸੇ ਤਾਂ ਮੂਸਾ ਥੱਲੇ ਲੈ ਕੇ ਆਇਆ ਸੀਗਾ ਉਹ 10 ਹੁਕਮ, ਤੇ ਉਹ 10 ਹੁਕਮ ਉਹਨਾਂ ਨੂੰ ਦਿੱਤੇ ਗਏ ਸੀ ਤੇ ਉਹ ਜਦੋਂ ਦੇਖਦੇ ਸੀਗੇ 10 ਹੁਕਮਾਂ ਨੂੰ ਉਹਨਾਂ ਸਿਰ ਝੁਕਦਾ ਸੀਗਾ ਤੇ ਉਹ 10 ਹੁਕਮ ਜਿਹੜੇ ਸੀਗੇ ਉਹ ਪੜ੍ਹਦੇ ਸੀਗੇ। ਲੇਕਿਨ ਇੱਥੇ ਇਹਨਾਂ ਨੇ ਆਪਣੇ ਸਿਰਾਂ ਨੂੰ ਤਾਂ ਨਹੀਂ ਚੁੱਕਿਆ, ਕਿਉਂਕਿ ਪ੍ਰਭੂ ਯਿਸੂ ਪਹਾੜ ਦੀ ਟੀਸੀ ਤੇ ਖੜ ਕੇ ਸਰਮਨ ਆਫ ਦਾ ਮਾਊਂਟ ਤੇ ਖੜ ਕੇ ਪ੍ਰਿੰਸੀਪਲਸ ਦੇ ਰਹੇ ਸੀਗੇ, ਉਹ ਪ੍ਰਿੰਸੀਪਲ ਜਿਹਦੇ ਨਾਲ ਇਨਸਾਨ ਪਰਮੇਸ਼ਰ ਦੇ ਰਾਜ ਦੇ ਵਿੱਚ, ਕਿੰਗਡਮ ਆਫ ਹੈਵਨ ਦੇ ਵਿੱਚ, ਪਵਿੱਤਰ ਆਤਮਾ ਦੇ ਰਾਜ ਦੇ ਵਿੱਚ ਗੱਲ ਹੋ ਰਹੀ ਆ, ਜਿਹੜੀ ਧਰਤੀ ਤੇ ਸ਼ੁਰੂ ਹੋਣ ਜਾ ਰਿਹਾ ਸੀ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਆਪਣੇ ਦਿਲ ਦੇ ਵਿੱਚ। ਆਮੇਨ। ਸੋ ਉਹ ਇੰਸਟਰਕਸ਼ਨਸ ਪ੍ਰਭੂ ਦੇ ਰਹੇ ਸੀ ਵੀ ਉਹਦੇ ਵਿੱਚ ਕਿੱਦਾਂ ਵਧਣਾ, ਉਹਦੇ ਵਿੱਚ ਕੀ। ਸੋ ਮੈਂ ਇੱਥੇ ਕੰਪੈਰੀਜ਼ਨ ਨਹੀਂ ਕਰ ਰਿਹਾ ਮੂਸਾ ਦੇ 10 ਹੁਕਮਾਂ ਦੇ ਨਾਲ, ਬਲਕਿ ਜੇ ਮੈਂ ਕੰਪੈਰੀਜ਼ਨ ਕਰਨਾ ਚਾਹਾਂਗਾ, ਮੈਂ ਇਹਦਾ ਕੰਪੈਰੀਜ਼ਨ ਇਹਨਾਂ 9 ਪ੍ਰਿੰਸੀਪਲਸ ਦਾ ਕੰਪੈਰੀਜ਼ਨ ਮੈਂ ਕਰਾਂਗਾ ਪਵਿੱਤਰ ਆਤਮਾ ਦੇ ਫਲਾਂ ਦੇ ਨਾਲ। ਜੀ ਹਾਂ, ਇਹ 9 ਦੇ 9 ਜਿਹੜੇ ਪ੍ਰਭੂ ਯਿਸੂ ਨੇ ਬਿਊਟੀ ਟੂਲ ਦਿੱਤੀਆਂ ਨੇ ਆਪਾਂ ਨੂੰ, ਧੰਨ ਹੋਵੋਗੇ ਤੁਸੀਂ। 9 ਧੰਨ ਚੀਜ਼ਾਂ ਜਿਹੜੀਆਂ 9 ਧੰਨ ਚੀਜ਼ਾਂ ਨੇ, ਇਹ 9 ਦੀਆਂ 9 ਬਰਕਤਾਂ ਜਿਹੜੀਆਂ ਨੇ, ਇਹ 9 ਫਲਾਂ ਦੇ ਨਾਲ ਇਹਦਾ ਕੰਪੈਰੀਜ਼ਨ ਕੀਤਾ ਜਾਂਦਾ। 9 ਫਲਾਂ ਦੇ ਵਿੱਚ ਮਰਚ ਹੁੰਦੀਆਂ ਨੇ, ਜਾਣੀ ਕਿ ਇੱਕ ਬਿਊਟੀ ਟੂਲ ਇੱਕ ਫਲ ਦੇ ਨਾਲ ਮਿਲਦੀ ਆ, ਦੂਜਾ ਬਿਊਟੀ ਟੂਲ ਦੂਜੇ ਫਲ ਦੇ ਨਾਲ ਮਿਲਦਾ ਆ, ਤੀਜਾ ਬਿਊਟੀ ਟੂਲ ਤੀਜੇ ਫਲ ਦੇ ਨਾਲ ਮਿਲਦਾ ਆ,
ਚੌਥਾ ਬੀਟੀਟਿਊਡ ਚੌਥੇ ਫਲ ਦੇ ਨਾਲ ਮੰਨ ਗਿਆ। ਸੋ ਜਾਣੀ ਕਿ ਕਹਿ ਸਕਦੇ ਹੈਗੇ ਆ ਪਰਮੇਸ਼ਰ ਨੇ, ਪ੍ਰਭੂ ਯਿਸੂ ਨੇ ਇਹ ਪ੍ਰਿੰਸੀਪਲਸ ਦਿੱਤੇ ਨੇ ਆਪਾਂ ਨੂੰ, ਇਹ 9 ਬੀਟੀਟਿਊਡ ਦਿੱਤੇ ਨੇ ਆਪਾਂ ਨੂੰ, 9 ਫਲ ਵੀ ਦਿੱਤੇ ਨੇ ਪਾਕ ਰੂਹ ਦੇ, ਤੇ ਉਸ ਤੋਂ ਬਾਅਦ ਆਪਾਂ ਨੂੰ 9 ਗਿਫਟ ਵੀ ਦਿੱਤੇ ਨੇ ਪਾਕ ਰੂਹ ਦੇ। ਸੋ ਜਾਣੀ ਕਿ ਜੇ 9 ਬੀਟੀਟਿਊਡ, 9 ਫਲ ਪਾਕ ਰੂਹ ਦੇ, 9 ਗਿਫਟ ਪਵਿੱਤਰ ਆਤਮਾ ਦੇ, ਇਹਨਾਂ ਨੂੰ ਮੈਚ ਕਰ ਲਈਏ, ਇਹਨਾਂ ਨੂੰ ਮਿਕਸ ਕਰ ਲਈਏ, ਇਹਦੇ ਵਿੱਚ ਵੜ ਜਾਈਏ, ਇਹਨਾਂ ਨੂੰ ਐਕਸਪੀਰੀਅੰਸ ਕਰ ਲਈਏ, ਤਾਂ ਆਪਣੀ ਜ਼ਿੰਦਗੀ ਦੇ ਉੱਤੇ ਇੱਕ ਐਸੀ ਸ਼ਕਤੀ, ਐਸੀ ਪਾਵਰ, ਐਸੀ ਗ੍ਰੇਸ ਆਵੇਗੀ ਜਿਸ ਦੇ ਨਾਲ ਆਪਾਂ ਜਾਨਾਂ ਬਚਾ ਸਕਾਂਗੇ ਤੇ ਹਨੇਰੇ ਦੇ ਰਾਜ ਨੂੰ ਠੋਕਰ ਪਹੁੰਚਾ ਸਕਾਂਗੇ। ਸੋ ਜਿਹਦੇ ਨਾਲ ਆਪਾਂ ਪਰਮੇਸ਼ਰ ਦੇ ਹੋਰ ਕਰੀਬ ਜਾ ਸਕਾਂਗੇ, ਜਿਹਦੇ ਨਾਲ ਆਪਾਂ ਪਰਮੇਸ਼ਰ ਪ੍ਰਭੂ ਯਿਸੂ ਦਾ ਨਾਮ ਉੱਚਾ ਕਰ ਸਕਾਂਗੇ, ਤੇ ਜਿਹਦੇ ਨਾਲ ਆਪਾਂ ਉਹ ਮਕਸਦ ਪੂਰਾ ਕਰ ਸਕਾਂਗੇ ਜਿਸ ਮਕਸਦ ਦੇ ਵਾਸਤੇ ਆਪਾਂ ਸਾਰਿਆਂ ਨੇ ਜਨਮ ਲਿਆ। 2 ਸਵਾਲ ਨੇ ਆਪਣੇ। ਪਹਿਲੇ ਨੰਬਰ ਤੇ, ਕੀ ਤੁਸੀਂ ਬਚਾਏ ਗਏ ਹੋ? ਕੀ ਤੁਸੀਂ ਬਚਾਏ ਗਏ ਹੋ? ਇਹ ਪਹਿਲਾ ਸਵਾਲ ਆ ਮੇਰਾ। ਦੂਜਾ ਸਵਾਲ ਆ ਮੇਰਾ, ਕੀ ਤੁਸੀਂ ਪ੍ਰਭੂ ਦੀ ਸੇਵਾ ਕਰ ਰਹੇ ਹੋ? ਜਿਹਨੂੰ ਬੱਚਾ ਪ੍ਰਭੂ ਬਚਾ ਲੈਂਦਾ ਆ, ਉਹਨੂੰ ਆਪਣੀ ਸੇਵਾ ਲਈ ਬਚਾਉਂਦਾ। ਕੋਈ ਇਦਾਂ ਦਾ ਨਹੀਂ ਗਾ ਵੀ ਹਾਂਜੀ ਪ੍ਰਭੂ ਨੇ ਮੈਨੂੰ ਬਚਾ ਤਾਂ ਲਿਆ ਪਾਸੇ ਜੀ, ਲੇਕਿਨ ਮੈਨੂੰ ਕਰਦਾ ਕੁਛ ਨਹੀਂ ਗਾ। ਨਹੀਂ, ਜਿਹਨੂੰ ਬਚਾਇਆ ਆ ਉਹਦੇ ਪਿੱਛੇ ਇੱਕ ਮਕਸਦ ਆ, ਉਹਨੂੰ ਸੇਵਾ ਵਾਸਤੇ ਬਚਾਇਆ। ਸੋ ਜੇ ਤੁਸੀਂ ਨਹੀਂ ਬਚਾਏ ਗਏ ਹਜੇ, ਤੁਸੀਂ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਨੂੰ ਮੁਕਤੀਦਾਤਾ ਸਵੀਕਾਰ ਕਰੋ। ਜੇ ਤੁਸੀਂ ਬਚਾਏ ਗਏ ਹੋ ਤੇ ਦੂਸਰੇ ਨੰਬਰ ਤੇ ਤੁਸੀਂ ਸੇਵਾ ਵਿੱਚ ਅੱਗੇ ਵਧੋ। ਪ੍ਰਭੂ ਨੂੰ ਪੁੱਛੋ, ਪ੍ਰਭੂ ਕਿਹੜੀ ਸੇਵਾ ਮੈਂ ਕਰਨੀ ਆ? ਛੋਟੀ ਸੇਵਾ ਤੋਂ ਲੈ ਕੇ ਵੱਡੀ ਸੇਵਾ ਤੱਕ ਪਰਮੇਸ਼ਰ ਤੁਹਾਨੂੰ ਲੈ ਕੇ ਜਾਵੇਗਾ। ਨਾਲ ਨਾਲ ਇਹ 3 ਚੀਜ਼ਾਂ ਵਧਣਗੀਆਂ। ਪਰਮੇਸ਼ਰ ਦੇ ਪ੍ਰਿੰਸੀਪਲ ਦੇ ਵਿੱਚ ਧਿਆਨ ਜਾਵਾਂਗੇ। ਇਹ ਧਨ ਜਿਹੜੀਆਂ ਚੀਜ਼ਾਂ, 9 ਧਨ ਚੀਜ਼ਾਂ ਦੇਖੀਆਂ ਆਪਾਂ, ਇਹ 9 ਬਲੈਸਿੰਗਸ ਦੇਖੀਆਂ, 9 ਬਿਊਟੀਟਿਊਡਸ ਦੇਖੇ, ਇਹਨਾਂ ਵਿੱਚ ਵਧਣਾ ਹੈ। 9 ਫਲ ਪਵਿੱਤਰ ਆਤਮਾ ਦੇ, ਇਹਨਾਂ 'ਚ ਵਧਣਾ ਆ। 9 ਗਿਫਟ ਪਵਿੱਤਰ ਆਤਮਾ, ਇਹਨਾਂ ਵਿੱਚ ਵਧਣਾ ਆ। ਪਰਮੇਸ਼ਰ ਦੀ ਹਜ਼ੂਰੀ 'ਚ ਵਧਾਂਗੇ, ਪਰਮੇਸ਼ਰ ਦੀ ਸ਼ਕਤੀ 'ਚ ਵਧਾਂਗੇ, ਪਰਮੇਸ਼ਰ ਦੇ ਮਸਾ ਵਿੱਚ ਵਧਾਂਗੇ। ਆਮੇਨ। ਪਰਮੇਸ਼ਰ ਦੇ ਜਲਾਲ ਵਿੱਚ ਵਧਾਂਗੇ। ਆਮੇਨ। ਪਰਮੇਸ਼ਰ ਦੇ ਕਰੀਬ ਚਲੇ ਜਾਵਾਂਗੇ। ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੀ ਗਵਾਹੀ ਦੇ ਪਾਵਾਂਗੇ, ਜਾਨਾਂ ਨੂੰ ਛੁਡਵਾ ਸਕਾਂਗੇ ਤੇ ਹਨੇਰੇ ਦੇ ਰਾਜ ਨੂੰ ਡਿਸਟਰੋਏ ਕਰ ਸਕਾਂਗੇ। ਆਮੇਨ। ਸੋ ਮਕਸਦ ਪੂਰਾ ਕਰਾਂਗੇ ਜਿਸ ਮਕਸਦ ਵਾਸਤੇ ਤੁਸੀਂ ਤੇ ਮੈਂ ਜਨਮ ਲਿਆ ਹੈ, ਤੇ ਜਿਸ ਮਕਸਦ ਦੇ ਵਾਸਤੇ ਆਪਾਂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕੀਤਾ ਹੈ, ਤੇ ਜਿਸ ਮਕਸਦ ਦੇ ਵਾਸਤੇ ਆਪਾਂ ਪ੍ਰਭੂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਾਂ। ਆਮੇਨ। ਸੋ ਆਓ ਆਪਾਂ ਅੱਗੇ ਵਧਾਂਗੇ ਪ੍ਰਭੂ ਦੇ ਵੱਲੋਂ। ਇਸ ਵਚਨ ਦੇ ਵਿੱਚ ਆਪਾਂ ਹੋਰ ਗਹਿਰਾਈ 'ਚ ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿੰਦੇ ਨੇ ਇਹ ਵਚਨ। ਸੋ ਪਹਿਲੇ ਨੰਬਰ ਤੇ ਜਦੋਂ ਆਪਾਂ ਬਿਊਟੀਟਿਊਡਸ ਦੀ ਗੱਲ ਕਰ ਰਹੇ ਹੈਗੇ ਹਾਂ, ਪਹਿਲੇ ਨੰਬਰ ਤੇ ਲਿਖਿਆ ਕਿ ਬਲੈਸਡ ਆਰ ਦਾ ਪੂਅਰ ਇਨ ਸਪਿਰਿਟ। ਪੰਜਾਬੀ 'ਚ ਲਿਖਿਆ ਧਨ ਨੇ ਉਹ ਜਿਹੜੇ ਮਨ ਦੇ ਗਰੀਬ ਨੇ, ਜਾਂ ਧਨ ਨੇ ਉਹ ਜਿਹੜੇ ਰੂਹ ਦੇ ਗਰੀਬ ਨੇ, ਜਾਂ ਧਨ ਨੇ ਉਹ ਜੋ ਦਿਲ ਦੇ ਗਰੀਬ ਨੇ। ਲੇਕਿਨ ਇੱਥੇ ਜਿਹੜੀ ਗਰੀਬੀ ਦੀ ਗੱਲ ਹੋ ਰਹੀ ਹੈ, ਲੇਕਿਨ ਇੰਗਲਿਸ਼ ਵਿੱਚ ਕਿਹਾ ਬਲੈਸਡ ਆਰ ਦਾ ਪੂਅਰ ਇਨ ਦਾ ਸਪਿਰਿਟ ਫॉर देयर्स इज द किंगडम ऑफ हेवन। ਕਿਉਂਕਿ ਪਰਮੇਸ਼ਰ ਦੇ ਆ ਰਾਜ ਉਹਨਾਂ ਦਾ ਹੀ ਆ। ਯਾਦ ਰੱਖੋ, ਆ ਨਹੀਂ ਲਿਖਿਆ ਹੋਇਆ ਕਿ ਪਰਮੇਸ਼ਰ ਦਾ ਜਿਹੜਾ ਸਵਰਗ ਆ ਉਹਨਾਂ ਦਾ ਆ। ਇੱਥੇ ਸਵਰਗ ਦੀ ਗੱਲ ਨਹੀਂ ਹੋ ਰਹੀ, ਉੱਪਰ ਜਾਣ ਦੀ ਗੱਲ ਨਹੀਂ ਹੋ ਰਹੀ। ਨਹੀਂ, ਇੱਥੇ ਕਿੰਗਡਮ ਆਫ ਹੈਵਨ ਦੀ ਗੱਲ ਹੋ ਰਹੀ ਆ। ਪਰਮੇਸ਼ਰ ਦਾ ਰਾਜ ਦੀ ਗੱਲ ਹੋ ਗਈ। ਪ੍ਰਭੂ ਤੇਰਾ ਰਾਜ ਆਵੇ। ਯਾਦ ਕਰੋ, ਪ੍ਰਭੂ ਨੇ ਜਿਹੜੀ ਪ੍ਰੇਸ ਖਾਈ ਸੀਗੀ ਆਪਾਂ ਨੂੰ, ਪ੍ਰਭੂ ਜੀ ਤੇਰੀ ਮਰਜ਼ੀ ਜਿੱਦਾਂ ਸਵਰਗਾਂ 'ਚ ਪੂਰੀ ਹੁੰਦੀ ਹੈ, ਧਰਤੀ 'ਤੇ ਪੂਰੀ ਹੋਵੇ। ਤੇਰਾ ਰਾਜ ਆਵੇ ਜਿੱਦਾਂ ਸਵਰਗਾਂ ਦੇ ਵਿੱਚ, ਉਦਾਂ ਧਰਤੀ 'ਤੇ ਵੀ ਤੇਰਾ ਰਾਜ ਆਵੇ, ਇਸ ਧਰਤੀ 'ਤੇ ਆਵੇ। ਕਦੋਂ ਆਇਆ ਪਰਮੇਸ਼ਰ ਦਾ ਰਾਜ? ਕਦੋਂ ਆਇਆ ਰੱਬ ਦਾ ਰਾਜ? ਕਦੋਂ ਆਇਆ ਪਰਮਾਤਮਾ ਦਾ ਰਾਜ? ਜਦੋਂ ਪਵਿੱਤਰ ਆਤਮਾ ਆਇਆ। ਪੈਂਟੀਕੋਸਟ ਵਾਲੇ ਦਿਨ ਪਵਿੱਤਰ ਆਤਮਾ ਆਇਆ। ਉਦੋਂ ਉਹਨਾਂ ਦੇ ਦਿਲ ਜਿਹੜੇ ਸੀਗੇ ਪਾਕ ਰੂਹ ਨਾਲ ਭਰ ਗਏ। ਪਵਿੱਤਰ ਆਤਮਾ ਨੇ ਆਪਣੀਆਂ ਰੂਹਾਂ ਵਿੱਚ ਆਪਣਾ ਜਨਮ ਲਿਆ। ਰੂਹ ਨੇ ਸਾਡੀ ਜਨਮ ਲਿਆ। ਉਦੋਂ ਪਵਿੱਤਰ ਆਤਮਾ ਸਾਡੇ ਵਿੱਚ ਰਾਜ ਕਰਨ ਲੱਗਿਆ, ਤੇ ਹੌਲੀ ਹੌਲੀ ਉਹ ਰਾਜ ਵਿੱਚ ਵੱਧਦੇ ਜਾਵਾਂਗੇ, ਆਪਾਂ ਵੱਧ ਜਾਵਾਂਗੇ, ਤੇ ਉਸ ਰਾਜ ਦੀਆਂ ਝਲਕਾਂ, ਉਸ ਰਾਜ ਦੇ ਛਿਲਕੇ, ਉਸ ਰਾਜ ਦਾ ਚਾਨਣ ਆਪਣੇ ਥਾਈਂ ਦੀ ਬਾਹਰ ਲੋਕਾਂ 'ਤੇ ਪਏਗਾ, ਤੇ ਲੋਕਾਂ 'ਤੇ ਅਸਰ ਪਵੇਗਾ, ਤੇ ਲੋਕ ਜਿਹੜੇ ਨੇ ਛੁਡਵਾਏ ਜਾਣਗੇ ਸ਼ੈਤਾਨੀ ਹਕੂਮਤ ਤੋਂ, ਹਨੇਰੇ ਦੀ ਹਕੂਮਤ ਤੋਂ, ਤੇ ਬਚਾਏ ਜਾਣਗੇ। ਸੋ ਇਹ ਜਿਹੜਾ ਪਰਮੇਸ਼ਰ ਦਾ ਰਾਜ ਦਾ ਕੰਮ ਚੱਲ ਰਿਹਾ ਹੈਗਾ ਇਹਨਾਂ ਦਿਨਾਂ ਵਿੱਚ, ਤਕਰੀਬਨ 2000 ਤੋਂ ਜ਼ਿਆਦਾ ਹੋ ਚੁੱਕਿਆ ਹੈਗਾ। ਮੇਰੇ ਖਿਆਲ ਤਾਂ ਨਹੀਂਗਾ ਕੋਈ ਐਸਾ ਰਾਜ ਇਹਨਾਂ 2000 ਸਾਲ ਕੱਢੇ ਹੋਣਗੇ ਕਿਸੇ ਨੇ, ਜਿਹੜੇ ਪਵਿੱਤਰ ਆਤਮਾ ਨੇ ਕੱਢੇ ਨੇ। ਸੋ ਪਹਿਲੇ ਨੰਬਰ 'ਤੇ ਆਪਾਂ ਦੇਖ ਰਹੇ ਹਾਂ ਧਨ ਨੇ ਉਹ ਜਿਹੜੇ ਮਨ ਦੇ ਗਰੀਬ ਨੇ। ਇੱਥੇ ਇਹਨਾਂ ਕਿਹੜਾ ਫਲ ਜਿਹੜਾ ਆ ਜਿਹੜਾ ਮੈਚ ਕਰਦਾ ਇਸ ਪਹਿਲੇ ਨਾਲ? ਪਿਆਰ। ਇੱਥੇ ਪਿਆਰ ਮੈਚ ਕਰਦਾ ਹੈ, ਕਿਉਂਕਿ ਜਿਹੜਾ ਗਰੀਬ ਆ ਆਪਣੀ ਦਿਲ ਦੇ ਵਿੱਚ ਲਿਖਿਆ ਆ ਬਲੈਸਡ ਆਰ ਦਾ ਪੂਅਰ ਇਨ ਦਾ ਸਪਿਰਿਟ। ਰੂਹ ਦੇ ਵਿੱਚ ਗਰੀਬੀ। ਰੂਹ ਦੇ ਵਿੱਚ ਗਰੀਬੀ ਮਤਲਬ ਰੂਹ ਦੇ ਵਿੱਚ ਕੰਗਾਲ। ਰੂਹ ਦੇ ਵਿੱਚ ਕੰਗਾਲ ਮਤਲਬ
ਵੀ ਉਹ ਕਹੇਗਾ ਮੈਂ ਰੂਹ ਦੇ ਵਿੱਚ ਮੈਂ ਬਿਲਕੁਲ ਵੀ ਰੱਬ ਦੇ ਨੇੜੇ ਨਹੀਂ ਗਾ, ਮੈਂ ਰੱਬ ਤੋਂ ਬਹੁਤ ਦੂਰ ਹਾਂ ਹੈ, ਮੈਨੂੰ ਰੱਬ ਦੇ ਬਾਰੇ ਕੁਝ ਨਹੀਂ ਪਤਾ ਹੈ, ਮੈਨੂੰ ਨਹੀਂ ਪਤਾ ਵੀ ਰੱਬ ਦੇ ਕੋਲੇ ਕਿਤੇ ਜਾਣਾ ਆ, ਮੈਂ ਬਿਲਕੁਲ ਵੀ ਧਾਰਮਿਕ ਨਹੀਂ ਗਾ, ਮੈਂ ਬਿਲਕੁਲ ਵੀ ਰਾਈਟਸ ਨਹੀਂ ਗਾ, ਉਹ ਮੈਂ ਤਾਂ ਰੱਬ ਤੋਂ ਬਹੁਤ ਦੂਰ ਹਾਂ, ਉਹ ਮੈਨੂੰ ਤਾਂ ਰੱਬ ਦੀ ਬਹੁਤ ਲੋੜ ਆ ਹੈ, ਮੈਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਰੱਬ ਦੀ, ਹੈ ਨਾ। ਉਹ ਇੰਨਾ ਗਰੀਬ ਆ ਰੂਹ ਦੇ ਵਿੱਚ, ਉਹ ਇੰਨਾ ਗਰੀਬ ਆ ਆਪਣੇ ਤਾਲੁਕਾਤ ਰੱਬ ਦੇ ਨਾਲ, ਇੰਨਾ ਜ਼ਿਆਦਾ ਗਰੀਬ ਆ। ਉਹ ਕਹੇਗਾ ਮੈਨੂੰ ਤਾਂ ਬਹੁਤ ਲੋੜ ਆ ਰੱਬ, ਮੇਰੀ ਆਵਾਜ਼ ਪਤਾ ਨਹੀਂ ਕਿੱਦਾਂ ਸੁਣੇਗਾ, ਮੈਨੂੰ ਤਾਂ ਬਹੁਤ ਲੋੜ ਆ ਰੱਬ ਦੀ, ਮੈਨੂੰ ਬਹੁਤ ਭੁੱਖ ਪਿਆਸ ਆ ਰੱਬ ਦੀ, ਬਹੁਤ ਗਰੀਬ ਆ ਰੂਹ ਦੇ ਵਿੱਚ। ਯਾਨੀ ਕਿ ਉਹ ਇੰਨਾ ਡੈਸਪਰੇਟ ਆ ਰੱਬ ਦੇ ਵਾਸਤੇ, ਉਹਨੂੰ ਇੰਨਾ ਚਾਹੀਦਾ ਰੱਬ, ਉਹ ਇੰਨਾ ਡਿਪੈਂਡੈਂਟ ਆ ਰੱਬ ਦੇ ਅੱਗੇ, ਉਹਦੇ ਵਾਸਤੇ ਰੱਬ ਹੀ ਸਭ ਕੁਛ, ਹੋਰ ਕੁਛ ਨਹੀਂ ਗਾ। ਤੇ ਉਹ ਆਪਣੀਆਂ ਅੱਖਾਂ ਰੱਬ ਤੇ ਹੀ ਲਾਈ ਜਾਂਦਾ ਆ। ਉਹ ਕਹਿੰਦਾ ਆ ਕਿ ਮੇਰੇ ਵਿੱਚ ਕੁਝ ਵੀ ਨਹੀਂ ਗਾ, ਮੇਰੇ ਵਿੱਚ ਕੁਝ ਵੀ ਨਹੀਂ ਗਾ, ਰੱਬ ਹੀ ਹੈ ਜੋ ਹੈ, ਰੱਬ ਦੇ ਵਿੱਚ ਹੀ ਹੈ ਸਾਰਾ ਕੁਛ, ਹੈ ਨਾ। ਮੈਨੂੰ ਹੋਰ ਕੁਛ ਨਹੀਂ ਪਤਾ ਰੱਬ ਦੇ ਬਾਰੇ, ਮੈਨੂੰ ਕੁਛ ਨਹੀਂ, ਮੈਨੂੰ ਦੱਸੋ, ਮੈਨੂੰ ਰੱਬ ਦੇ ਬਾਰੇ ਦੱਸੋ, ਮੈਨੂੰ ਰੱਬ ਦੇ ਬਾਰੇ ਸਿਖਾਓ। ਗਰੀਬੀ ਰੱਬ, ਰੂਹ ਦੀ ਗਰੀਬੀ, ਅਨਸੈਟਿਸਫੈਕਸ਼ਨ, ਰੂਹਾਨੀ ਤੌਰ ਤੇ ਸੈਟਿਸਫਾਈ ਨਹੀਂ ਹੋਏਗਾ। ਉਹ ਹੁਣ ਤਾਂ ਅਸੀਂ ਬੜਾ ਮਜ਼ਾ ਵਾਲੇ ਬੰਦੇ ਬਣ ਗਏ ਹੁਣ ਤਾਂ ਅਸੀਂ, ਉਹ ਨੇੜੇ ਨਾ ਆਓ ਸਾਡੇ, ਉਹ ਦੂਰ ਹੋ, ਸਭ ਤੋਂ ਦੂਰੋਂ ਹੱਥ ਕਰੋ, ਨਹੀਂ ਮੈਨੂੰ ਹੈਲੋ ਕਰੋ ਦੂਰੋਂ, ਹਾਂ ਨਹੀਂ ਹੱਥ ਨਹੀਂ ਮਿਲਾਉਣਾ, ਨੋ ਸ਼ੇਕ ਹੈਂਡ, ਹਾਂ। ਅਸੀਂ ਬੜੇ ਹੁਣ ਅਨੌਂਟਿਡ ਬੰਦੇ ਬਣ ਗਏ ਹਾਂ, ਰੱਬ ਦੇ ਵਿੱਚ ਬਹੁਤ ਅਸੀਂ ਰੂਹ ਹਜ਼ੂਰੀ 'ਚ ਵੱਧ ਗਏ ਹੁਣ ਤਾਂ, ਰੱਬ ਦੇ ਮਸਲ 'ਚ ਹੁਣ ਬਹੁਤ ਵੱਧ ਗਏ ਹਾਂ, ਰੱਬ ਦੀ ਪਾਵਰ ਵਿੱਚ ਹੁਣ ਤੁਸੀਂ ਵੱਧ ਗਏ ਹਾਂ ਬਹੁਤ ਜ਼ਿਆਦਾ। ਉਹ ਖਾਸ ਬੰਦੇ ਹੋ ਗਏ ਅਸੀਂ ਬਹੁਤ ਜ਼ਿਆਦਾ। ਧਾਰਮਿਕ ਲੋਕ ਜਿਹੜੇ ਨੇ, ਬੱਚੇ ਕਹਿੰਦਾ ਕਿ ਉਹ ਉੱਪਰੋਂ ਸਾਫ ਸੁਥਰ ਚੋਗੇ ਪਾ ਕੇ ਤੁਰਦੇ ਨੇ, ਲੇਕਿਨ ਅੰਦਰੋਂ ਕੁਝ ਨਹੀਂ ਗਾ, ਸਿਰਫ ਧਾਰਮਿਕਤਾ ਹੈ ਉਹਨਾਂ ਦੀ ਆਪਣੀ ਬਸ। ਜਾਂ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਸਿੱਖ ਲਈਆਂ ਨੇ, ਜਾਂ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਪੜ੍ਹ ਲਈਆਂ ਨੇ, ਲੇਕਿਨ ਉਹ ਸਿਰਫ ਕਹਿ ਲਓ ਕਿ ਸਿੱਖਿਆ ਆ ਬਸ, ਮਨ ਦੀ ਸਿੱਖਿਆ, ਇੰਟੈਲੈਕਚੁਅਲ। ਲੇਕਿਨ ਰੱਬ ਦੀ ਕਿੰਨਾ ਕਰੀਬ ਆ ਬੰਦਾ, ਰੱਬ ਦੇ ਕਿੰਨਾ ਨੇੜੇ ਬੰਦਾ। ਬੱਚੇ ਕਹਿੰਦਾ ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਜਾਂ ਜਿਹੜੇ ਮਨ ਦੇ ਗਰੀਬ ਨੇ, ਜਾਂ ਜਿਹੜੇ ਰੂਹ ਦੇ ਗਰੀਬ ਨੇ। ਧੰਨ ਨੇ ਉਹ ਜਿਹੜੇ ਰੂਹਾਨੀ ਤੌਰ ਤੇ ਗਰੀਬ ਨੇ, ਧੰਨ ਨੇ ਉਹ ਜਿਹੜੇ ਰੂਹਾਨੀ ਤੌਰ ਤੇ ਐਕਸਪੀਰੀਅੰਸ ਕਰਦੇ ਨੇ ਕਿ ਉਹ ਸੈਟਿਸਫਾਈ ਨਹੀਂ ਹੈ, ਉਹ ਇਨਸੈਟਿਸਫਾਈਡ ਨੇ, ਕਿਉਂਕਿ ਉਹ ਪਰਮੇਸ਼ਰ ਦਾ ਰਾਜ ਉਹਨਾਂ ਦਾ ਹੈ। ਸੋ ਹਰ ਇਨਸਾਨ ਜਿਹਨੂੰ ਰੱਬ ਦੀ ਲੋੜ ਆ ਨਾ, ਉਹ ਗਰੀਬ ਆ ਰੂਹ ਦੇ ਵਿੱਚ। ਹਰ ਉਹ ਇਨਸਾਨ ਜਿਹਨੂੰ ਰੱਬ ਚਾਹੀਦਾ, ਜਿਹੜਾ ਰੱਬ ਕਰਦਾ, ਮੈਨੂੰ ਰੱਬ ਚਾਹੀਦਾ, ਉਹ ਗਰੀਬ ਆ ਰੂਹ ਦੇ ਵਿੱਚ। ਬਹੁਤ ਹੀ ਬਰਕਤ ਆ, ਕਿਉਂਕਿ ਪਰਮੇਸ਼ਰ ਦੇ ਰਾਜ ਵਿੱਚ ਇਹੀ ਦਾਖਲ ਹੋ ਸਕਣਗੇ। ਜਿਹੜਾ ਕਹਿ ਦੇਗਾ ਕਿ ਹਾਂਜੀ ਮੈਨੂੰ ਤਾਂ ਬਹੁਤ ਪਤਾ ਜੀ ਰੱਬ ਦੇ ਬਾਰੇ ਜੀ, ਹੋ ਮੈਂ ਤਾਂ ਜੀ ਰੱਬ ਤੋਂ ਵੀ ਪਹਿਲਾਂ ਪੈਦਾ ਹੋਇਆ, ਮੈਂ ਤਾਂ ਜੀ ਛੋਟੇ ਹੁੰਦੇ ਤੋਂ ਹੀ ਅਸੀਂ ਰੱਬ ਕਰਦੇ ਸੀ, ਤੇ ਸਾਡੇ ਦਾ ਸਾਰਾ ਪਰਿਵਾਰ, ਸਾਰਾ ਖਾਨਦਾਨ ਜੀ ਰੱਬ ਦੇ ਘਰ ਵਿੱਚ ਦੁੱਧ ਦੇਣ ਜਾਂਦਾ ਹੁੰਦਾ ਸੀਗਾ। ਜਿਹੜਾ ਰੂਹ ਦੇ ਵਿੱਚ ਅਮੀਰ ਹੈ ਨਾ, ਪਹੁੰਚਿਆ, ਆਪਣੇ ਆਪ ਨੂੰ ਪਹੁੰਚਿਆ ਸੋਚਦਾ, ਮਾਹਿਰ ਸੋਚਦਾ ਰੂਹ ਦੇ ਵਿੱਚ, ਉਹਦਾ ਰੱਬ ਦੇ ਰਾਜ ਵਿੱਚ ਦਾਖਲ ਹੋਣਾ ਬਹੁਤ ਮੁਸ਼ਕਿਲ ਹੋ ਜਾਏਗਾ। ਉਹ ਪਵਿੱਤਰ ਆਤਮਾ ਦੇ ਕੰਮਾਂ ਦੇ ਵਿੱਚ ਫਲੋ ਨਹੀਂ ਹੋ ਪਾਵੇਗਾ, ਉਹ ਪਵਿੱਤਰ ਆਤਮਾ ਦੇ ਵਿੱਚ ਵੱਧ ਨਹੀਂ ਪਾਏਗਾ। ਧਿਆਨ ਰੱਖਣਾ ਪ੍ਰਭੂ ਦੇ ਪੈਰੋਂ, ਸਿਰਫ ਸ਼ੁਰੂ ਵਾਲੇ ਵਾਸਤੇ ਨਹੀਂ ਗਾ ਇਹ ਵਚਨ, ਲੇਕਿਨ ਜਿਹੜੇ ਪ੍ਰਭੂ ਦੇ ਵਿੱਚ ਆ ਗਏ ਨੇ ਉਹਨਾਂ ਵਾਸਤੇ ਵੀ ਹੈ, ਕਿਉਂਕਿ ਰਾਸਤੇ ਦੇ ਵਿੱਚ ਆਂਦਾ ਬੰਦਾ ਬਦਲ ਵੀ ਜਾਂਦਾ ਹੈ। ਆਪਾਂ ਬੱਚਾ ਕਹਿੰਦਾ ਸ਼ੁਰੂ ਚੰਗੀ ਤਰ੍ਹਾਂ ਕੀਤਾ, ਹੁਣ ਖਤਮ ਵੀ ਚੰਗੀ ਤਰ੍ਹਾਂ ਕਰੋ। ਜਿਨ੍ਹਾਂ ਰੂਲਸ ਐਂਡ ਰੈਗੂਲੇਸ਼ਨ ਨਾਲ ਤੁਸੀਂ ਸ਼ੁਰੂ ਕੀਤਾ, ਉਹਨਾਂ ਰੂਲਸ ਐਂਡ ਰੈਗੂਲੇਸ਼ਨ ਨਾਲ ਤੁਸੀਂ ਖਤਮ ਵੀ ਕਰੋ। ਕੋਰਿੰਥੀਅਨ ਨੂੰ ਪੌਲੁਸ ਨੇ ਝਿੜਕਿਆ ਸੀ, ਤੁਸੀਂ ਰੂਹ ਦੇ ਵਿੱਚ ਸ਼ੁਰੂ ਕੀਤਾ, ਹੁਣ ਤੁਸੀਂ ਫਲੈਸ਼ ਵਿੱਚ ਖਤਮ ਕਰ ਰਹੇ ਹੋ। ਰੂਹ ਦੇ ਵਿੱਚ ਤਾਂ ਤੁਸੀਂ ਜਿਵੇਂ ਸ਼ੁਰੂ ਕੀਤਾ ਸੀ ਉਦੋਂ ਤਾਂ ਬੜੇ ਨਰਮ ਸੀ, ਜਿਵੇਂ ਸ਼ੁਰੂ ਕੀਤਾ ਸੀ ਬੜੇ ਹੰਬਲ ਸੀ, ਲੇਕਿਨ ਹੁਣ ਖਤਮ ਕਰਨ ਜਾ ਰਹੇ ਹੋ, ਹੁਣ ਤੁਹਾਡੇ 'ਚ ਐਸਾ ਘਮੰਡ ਆਇਆ ਹੋਇਆ ਆ। ਹੁਣ ਤੁਸੀਂ ਆਪਣੇ ਆਪ ਨੂੰ ਇੱਕ ਐਸੀ ਪਹੁੰਚੀ ਚੀਜ਼ ਦੱਸਦੇ ਹੋ, ਆਪਣੇ ਆਪ ਨੂੰ ਤੀਸਰਾ ਮਾਰਕਾ ਦੱਸਦੇ ਹੋ, ਤੇ ਰੂਹ ਦੇ ਵਿੱਚ ਤੁਹਾਨੂੰ ਪਤਾ ਨਹੀਂ ਤੁਹਾਡੇ ਨਾਲ ਕੀ ਹੋਣ ਜਾ ਰਿਹਾ ਹੈ। ਆਮੀਨ। ਸੋ ਇਹ ਪਰਮੇਸ਼ਰ ਦਾ ਵਚਨ ਪ੍ਰਾਪਤ ਹੋਣਾ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਅਲਾਰਮ ਕਰਦਾ ਹੈ ਆਪਾਂ ਨੂੰ, ਤੇ ਬਚਾ ਕੇ ਰੱਖਦਾ, ਆਪਾਂ ਨੂੰ ਪ੍ਰੋਟੈਕਟ ਕਰਕੇ ਰੱਖਦਾ। ਸੋ ਹਮੇਸ਼ਾ ਆਪਣੀ ਰੂਹ ਦੇ ਵਿੱਚ ਇਹ ਜ਼ਰੂਰਤ, ਇਹ ਨੀਡ ਰੱਖਣੀ ਆ ਕਿ ਮੈਨੂੰ ਪਰਮੇਸ਼ਰ ਦਾ ਬਾਰੇ ਹੋਰ ਸਿੱਖਣਾ ਚਾਹੁੰਦਾ, ਮੈਂ ਰੱਬ ਦੇ ਹੋਰ ਕਰੀਬ ਜਾਣਾ ਚਾਹੁੰਦਾ, ਮੈਂ ਇਨਸੈਟਿਸਫੈਕਸ਼ਨ ਮਹਿਸੂਸ ਕਰਦਾ ਹਾਂ। ਪ੍ਰਭੂ ਜੀ ਮੈਂ ਸੰਤੁਸ਼ਟ ਨਹੀਂ ਹਾਂ। ਬਹੁਤ ਦਫਾ ਲੋਕਾਂ ਦੀ ਦੁਆ ਹੁੰਦੀ ਹੈ, ਕੁਝ ਦਿਨ ਦੀ ਗੱਲ ਹੈਗੀ ਆ, ਲੋਕਾਂ ਦੀ ਪ੍ਰਾਰਥਨਾ ਹੋ ਰਹੀ ਸੀਗੀ, ਇੱਕ ਭੈਣ ਲਈ ਦੁਆ ਕੀਤੀ, ਪਰਮੇਸ਼ਰ ਨੂੰ ਡਿਲੀਵਰ ਕੀਤਾ, ਇੱਕਦਮ ਹੀ ਰੱਬ ਦੀ ਰੂਹ ਨਾਲ ਭਰ ਗਈ ਤੇ ਹੀਲ ਹੋ ਗਈ,
ਬਾਅਦ ਦੇ ਵਿੱਚ ਐਸੀ ਹਜ਼ੂਰੀ ਨਿਕਲੀ ਤੇ ਸ਼ੀ ਸਟਾਰਟਡ ਸਪੀਕਿੰਗ ਇਨ ਨਿਊ ਟੰਗਸ, ਸ਼ੀ ਵਾਸ ਬੈਪਟਾਈਜ਼ਡ ਇਨ ਹੋਲੀ ਸਪਿਰਿਟ। ਐਸਾ ਮਸਾ ਡਿੱਗ ਰਿਹਾ ਸੀ, ਐਸਾ ਮਸਾ ਡਿੱਗ ਰਿਹਾ ਸੀ ਉਹਦੇ ਉੱਤੇ। ਮੈਂ ਪ੍ਰਭੂ ਨੂੰ ਕਹਿ ਰਿਹਾ ਸੀ ਅੰਦਰੋਂ ਉਹਨੂੰ, ਆ ਗਿਆ ਪ੍ਰਭੂ ਵਾਓ, ਐਸੀ ਅਨੋਇੰਟਿੰਗ ਡਿੱਗ ਰਹੀ ਹੈ ਇਸ ਪੈਨ ਦੇ ਉੱਤੇ ਵੀ ਸ਼ੀ ਇਜ਼ ਗੈਟਿੰਗ ਬਲੈਸਡ, ਹੈ ਨਾ। ਤੇ ਮੈਂ ਪ੍ਰਭੂ ਨੂੰ ਕਹਿ ਰਿਹਾ ਸੀ ਪ੍ਰਭੂ ਮੇਰੀ ਵਾਰੀ ਕਦੋਂ ਆਏਗੀ, ਮੈਨੂੰ ਵੀ ਪ੍ਰਭੂ ਦੀ ਤਰ੍ਹਾਂ ਛੂ ਚਾਹੀਦਾ, ਮੈਨੂੰ ਵੀ ਤੇਰਾ ਟੱਚ ਚਾਹੀਦਾ ਪ੍ਰਭੂ ਜੀ। ਮੈਂ ਚਾਹੁੰਦਾ ਪਰਮੇਸ਼ਰ ਪਿਤਾ ਹੋਰ ਬਦਲਾਂ ਤੇਰੇ ਵਿੱਚ, ਮੈਂ ਤੇਰੀ ਰੂਹ ਦੇ ਵਿੱਚ ਹੋਰ ਅੱਗੇ ਬਦਲਣਾ ਚਾਹੁੰਦਾ। ਮੈਂ ਦੁਆ ਕਰਨੀ ਸ਼ੁਰੂ ਕਰ ਦਿੱਤੀ ਤੇ ਇਹ ਵਚਨ ਮੇਰੇ ਮਨ ਵਿੱਚ ਆਇਆ ਉਦੋਂ ਕਿੰਨਾ ਜ਼ਰੂਰੀ ਹੈ। ਸੋ ਰੂਹਾਨੀ ਤੌਰ 'ਤੇ ਤੁਸੀਂ ਆਪਣੇ ਆਪ ਨੂੰ ਸਪਿਰਿਚੁਅਲੀ ਬੈਂਕਰਪਟ ਡਿਕਲੇਅਰ ਕਰ ਦੇਵੋ। ਸਪਿਰਿਚੁਅਲੀ ਬੈਂਕਰਪਟ, ਜਿਹੜਾ ਸਪਿਰਿਚੁਅਲੀ ਬੈਂਕਰਪਟ ਆਪਣੇ ਆਪ ਨੂੰ ਡਿਕਲੇਅਰ ਕਰ ਦਿੰਦਾ ਨਾ, ਉਹਦੇ ਲਈ ਖਜ਼ਾਨੇ ਖੁੱਲ੍ਹਦੇ ਨੇ, ਕਿਉਂਕਿ ਪ੍ਰਭੂ ਨੂੰ ਪਤਾ ਹੈ ਕਿ ਸਿਰਫ ਇਹਨੂੰ ਮੈਂ ਚਾਹੀਦਾ, ਇਹਨੂੰ ਹੋਰ ਕੁਛ ਨਹੀਂ ਚਾਹੀਦਾ। ਮੈਂ ਸੋ ਲੇਕਿਨ ਜਿਹੜੇ ਸਪਿਰਿਚੁਅਲ ਲੀਡਰਸ ਨੇ ਉਹਨਾਂ ਦੀ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਨੇ ਉਹ ਸੈਲਫ ਸਫੀਸ਼ੈਂਸੀ ਹੈ ਉਹਨਾਂ ਦੇ ਵਿੱਚ, ਹੈ ਨਾ। ਵੀ ਜਾਣੀ ਕਿ ਹਾਂ ਅਸੀਂ ਕਰ ਲਾਂਗੇ, ਹਾਂਜੀ 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 ਕਰ ਲਾਂਗੇ, ਕੋਈ ਗੱਲ ਨਹੀਂ ਹੈ ਆਪਣੇ ਕੋਲ ਇੰਨੀ ਹਿੰਮਤ ਹੈਗੀ ਆ, ਹਾਂਜੀ ਇਹ ਗਿਆਨ ਹੈਗਾ, ਆਪਾਂ ਕਰ ਲਾਂਗੇ, ਆਹ ਕਰ ਲਾਂਗੇ, ਉਹ ਕਰ ਲਾਂਗੇ। ਸੋ ਧਿਆਨ ਨਾਲ ਪ੍ਰਭੂ ਦੇ ਬਰੋਂ ਤੁਰਨਾ ਹੈਗਾ ਆ, ਬਹੁਤ ਬਚ ਕੇ ਜੀਵਨ ਬਤੀਤ ਕਰਨਾ ਹੈ, ਪਰਮੇਸ਼ਰ ਦੇ ਪਿਆਰ ਦੇ ਨਾਲ ਭਰੇ ਰਹਿਣਾ ਹੈ, ਹਮੇਸ਼ਾ ਪਰਮੇਸ਼ਰ ਦੀ ਲੋੜਵੰਦ ਇਨਫਲੂਐਂਸ ਜਿਹੜੀ ਹੈਗੀ ਆਪਣੇ ਉੱਤੇ ਆਉਣੀ ਚਾਹੀਦੀ ਹੈਗੀ ਆ, ਵੀ ਸਾਨੂੰ ਲੋੜ ਰੱਖਦੀ ਹੈ। ਸੋ ਇਹ ਤਾਂ ਸੀਗਾ ਪ੍ਰਭੂ ਦੇ ਬਣਾ ਪਹਿਲਾ beatitude, blessed are the poor in spirit for there is the kingdom of heaven। दूसरे नंबर पे जावांगे, दूसरे नंबर पे प्रभु ਦੇ ਬਣਾਓ ਲਿਖਿਆ ਹੈ ਕਿ blessed are those who mourn। ਧੰਨ ਨੇ ਉਹ ਜੋ ਰੋਂਦੇ ਨੇ, ਧੰਨ ਨੇ ਉਹ ਜੋ ਮੌਨ ਕਰਦੇ ਨੇ, ਧੰਨ ਨੇ ਉਹ ਜੋ ਕਹਿ ਲਓ ਕਿ ਜਿਹਨਾਂ ਦੀਆਂ ਅੱਖਾਂ ਭਰੀਆਂ ਹੁੰਦੀਆਂ ਨੇ, ਅੰਦਰੋਂ ਬਹਾਉਂਦੇ ਨੇ। blessed are those who mourn for they will be comforted, ਕਿਉਂਕਿ ਉਹਨਾਂ ਦੇ ਦਿਲ ਜਿਹੜੇ ਨੇ ਭਰਾਏ ਜਾਣਗੇ, ਉਹਨਾਂ ਦੇ ਦਿਲ ਕੰਫਰਟ ਕੀਤੇ ਜਾਣਗੇ, ਉਹਨਾਂ ਦੇ ਦਿਲ ਜਿਹੜੇ ਹੈਗੇ ਨੇ ਉਹ ਕਾਉਂਸਲ ਕੀਤੇ ਜਾਣਗੇ। ਕਿਉਂ ਰੋਖਾ ਤੋਂ ਰਹੇ ਨੇ ਵੀ, ਆਹ ਕਾਹ ਤੋਂ ਰੋ ਰਹੇ ਨੇ? ਹੋ ਸਕਦਾ ਕੋਈ ਨੁਕਸਾਨ ਹੋਇਆ, ਹੋ ਸਕਦਾ ਕਿਸੇ ਨੇ ਸੱਟ ਮਾਰਤੀ ਦਿਲ ਤੇ, ਹੋ ਸਕਦਾ ਕੋਈ ਉਹਨਾਂ ਦੇ ਜੀਵਨ 'ਚ ਕੋਈ ਐਸੀ ਚੀਜ਼ ਜਿਹਨੂੰ ਉਹਨਾਂ ਨੂੰ ਬਹੁਤ ਚਾਹੁੰਦੇ ਸੀ ਉਹਨਾਂ ਤੋਂ ਦੂਰ ਹੋ ਗਈ। ਹੋ ਸਕਦਾ ਉਹ ਰੋ ਰਹੇ ਨੇ ਕਿਉਂਕਿ ਉਹਨਾਂ ਦੇ ਪਰਿਵਾਰ 'ਚ ਕੋਈ ਚਾਹਣ ਵਾਲਾ ਉਹਨਾਂ ਨੂੰ ਛੱਡ ਕੇ ਚਲਾ ਗਿਆ, ਜਾਂ ਨਹੀਂ ਰਿਹਾ, ਉਹਨਾਂ ਦਾ ਕੋਈ ਬੱਚਾ ਨਹੀਂ ਰਿਹਾ, ਉਹਨਾਂ ਦਾ ਕੋਈ ਸ਼ਾਇਦ ਹਸਬੈਂਡ ਜਾਂ ਉਹਨਾਂ ਦਾ ਕੋਈ ਮੰਮੀ ਜਾਂ ਉਹਨਾਂ ਦੇ ਡੈਡੀ ਨਹੀਂ ਰਿਹਾ, ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਉਹਨਾਂ ਦਾ ਕੋਈ ਬਹੁਤ ਜ਼ਿਆਦਾ ਚਾਹਣ ਵਾਲਾ ਨਹੀਂ ਰਿਹਾ, ਉਹਨਾਂ ਨੂੰ ਛੱਡ ਕੇ ਚਲੇ ਗਏ, ਜਾਂ ਉਹਨਾਂ ਦਾ ਫਾਈਨੈਂਸ਼ੀਅਲ ਤੌਰ 'ਤੇ ਕੁਛ ਨੁਕਸਾਨ ਹੋ ਗਿਆ, ਕੋਈ ਚੀਜ਼ਾਂ ਉਹਨਾਂ ਤੋਂ ਲੈ ਲਈਆਂ ਗਈਆਂ, ਕੋਈ ਚੀਜ਼ਾਂ ਗੁੰਮ ਗਈਆਂ ਨੇ, ਕੁਛ ਉਹ ਗਵਾ ਬੈਠੇ ਨੇ, ਹੈ ਨਾ। ਸੋ ਉਹ ਰੋ ਰਹੇ ਨੇ। ਵਚਨ ਕਹਿੰਦਾ ਕਿ ਜਦੋਂ ਰੋ ਰਹੇ ਨੇ, ਲੇਕਿਨ ਇੱਥੇ ਜਿਹੜਾ ਵਰਡ ਯੂਜ਼ ਕੀਤਾ ਗਿਆ ਮੌਨ, ਯਾਨੀ ਕਿ ਰੱਬ ਦੇ ਮੂਹਰੇ ਰੋ ਰਹੇ ਨੇ। ਤੇ ਜਦੋਂ ਰੱਬ ਦੇ ਮੂਹਰੇ ਰੋ ਰਹੇ ਨੇ, ਰੱਬ ਦੇ ਅੱਗੇ ਰੋ ਰਹੇ ਨੇ, ਤੇ ਉਹ ਇਹ ਪਛਾਣ ਰਹੇ ਨੇ ਕਿ ਪ੍ਰਭੂ ਜੀ ਤੇਰੀ ਮਰਜ਼ੀ ਤੋਂ ਬਿਨਾਂ ਮੇਰੀ ਜ਼ਿੰਦਗੀ 'ਚ ਕੁਝ ਨਹੀਂ ਹੋਣਾ, ਜੇ ਤੂੰ ਅਲਾਓ ਕੀਤਾ ਮੇਰੀ ਜ਼ਿੰਦਗੀ 'ਚ ਪ੍ਰਭੂ ਜੀ ਤਾਂ ਹੀ ਹੋਇਆ। ਜਦੋਂ ਇਹ ਬੰਦਾ ਰੱਬ ਦੇ ਮੂਹਰੇ ਰੋਣਾ ਸ਼ੁਰੂ ਕਰ ਦਿੰਦਾ, ਰੱਬ ਦੇ ਮੂਹਰੇ ਮੌਨ ਕਰਨਾ ਸ਼ੁਰੂ ਕਰ ਦਿੰਦਾ ਆ, ਰੱਬ ਦੇ ਮੂਹਰੇ ਆਪਣਾ ਆਂਸੂ ਬਹਾਉਣਾ ਸ਼ੁਰੂ ਕਰ ਦਿੰਦਾ ਆ, ਉਹ 'ਚ ਕਹਿੰਦਾ ਕਿ ਉਦੋਂ ਪਰਮੇਸ਼ਰ ਦਾ ਰੂਹ ਆ ਕੇ ਬੰਦੇ ਨੂੰ ਉਹਦੇ ਦਿਲ ਦੇ ਵਿੱਚ ਐਸੀ ਸ਼ਾਂਤੀ ਦਿੰਦਾ ਆ, ਐਸਾ ਪੀਸ, ਐਸਾ ਕੰਫਰਟ ਦਿੰਦਾ ਆ, ਉਹਦੇ ਦਿਲ ਵਿੱਚ ਆ ਕੇ ਉਹ ਪਰਮੇਸ਼ਰ ਦਾ ਜਿਹੜਾ ਰੂਹ ਹੈਗਾ ਉਹਨੂੰ ਸੈਟਿਸਫਾਈ ਕਰਦਾ ਆ, ਤੇ ਉਹ ਕੰਫਰਟ, ਰੱਬ ਦਾ ਕੰਫਰਟ ਪ੍ਰਾਪਤ ਕਰਕੇ ਆਪਣੇ ਦਿਲੋਂ ਖੜਾ ਹੁੰਦਾ ਹੈ। ਜੋ ਲੋਕ ਜਿਨ੍ਹਾਂ ਨੂੰ ਸੱਟ ਲੱਗਦੀ ਆ ਉਹਨਾਂ ਦੇ ਦਿਲ ਤੇ, ਦਿਲ ਦੇ ਨਰਮ ਨੇ, ਪਰਮੇਸ਼ਰ ਦੇ ਚਰਨਾਂ 'ਚ ਆਉਂਦੇ ਨੇ, ਜਦੋਂ ਵੀ ਉਹਨਾਂ ਨੂੰ ਸੱਟ ਲੱਗਦੀ ਹੈ ਤਾਂ ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ ਜਿੰਨੀਆਂ ਵੀ ਸਿਚੁਏਸ਼ਨਸ ਆਉਣਗੀਆਂ, ਜਿੰਨੀਆਂ ਵੀ ਪ੍ਰੋਬਲਮਸ ਆਉਣਗੀਆਂ, ਜਿੰਨੀਆਂ ਵੀ ਡਿਫਿਕਲਟੀਜ਼ ਆਉਣਗੀਆਂ ਉਹਨਾਂ ਦੇ ਜੀਵਨ ਦੇ ਵਿੱਚ, ਚਾਹੇ ਇਮੋਸ਼ਨਲੀ ਟਰਾਇਲਸ ਆਉਣ, ਚਾਹੇ ਫਾਈਨੈਂਸ਼ੀਅਲੀ ਟਰਾਇਲਸ ਆਉਣ, ਚਾਹੇ ਫਿਜ਼ੀਕਲੀ ਟਰਾਇਲਸ ਆਉਣ, ਚਾਹੇ ਹੈਲਥ ਵਾਈਜ਼ ਟਰਾਇਲਸ ਆਉਣ, ਜਾਂ ਹੋਰ ਕਿਸੇ ਦੀ ਫੈਮਿਲੀ ਵਾਈਜ਼ ਟਰਾਇਲਸ ਆ ਰਹੀਆਂ ਨੇ, ਇਮੋਸ਼ਨਲ ਆ ਰਹੀਆਂ ਨੇ, ਸਪਿਰਿਚੁਅਲ ਆ ਰਹੀਆਂ ਨੇ, ਜਿੰਨੀਆਂ ਵੀ ਟਰਾਇਲਸ ਆ ਰਹੀਆਂ ਨੇ ਉਹਨਾਂ ਦੇ ਜੀਵਨ 'ਚ ਉਹ ਹਮੇਸ਼ਾ ਰੋਣਗੇ ਤੇ ਪਰਮੇਸ਼ਰ ਦੇ ਚਰਨਾਂ 'ਚ ਆ ਕੇ ਬੈਠਣਗੇ ਤੇ ਪ੍ਰਭੂ ਨੂੰ ਕਹਿਣਗੇ ਪ੍ਰਭੂ ਮੇਰੀ ਮਦਦ ਕਰ, ਤੇ ਪਰਮੇਸ਼ਰ ਦਾ ਪਾਕ ਰੂਪ ਪਵਿੱਤਰ ਆਤਮਾ ਉਹਨਾਂ ਨੂੰ ਟੱਚ ਕਰੇਗਾ ਤੇ ਉਹਨਾਂ ਨੂੰ ਕੰਫਰਟ ਕਰੇਗਾ। ਇਸ ਤਰ੍ਹਾਂ ਪਰਮੇਸ਼ਰ ਇਹਨਾਂ ਟਰਾਇਲਸ ਨੂੰ ਇਸਤੇਮਾਲ ਕਰਦਾ ਆ ਤਾਂ ਕਿ ਆਪਾਂ ਰੱਬ ਦੇ ਹੋਰ ਕਰੀਬ ਜਾ ਸਕੀਏ। ਲੇਕਿਨ ਐਸੇ ਲੋਕ ਵੀ ਨੇ ਜਦੋਂ ਉਹਨਾਂ ਦੇ ਉੱਤੇ ਪ੍ਰੋਬਲਮਸ ਆਉਂਦੀਆਂ ਨੇ, ਕਹਿੰਦੇ ਓਕੇ ਹੁਣ ਆਪਾਂ ਦੇਖੋ ਕੀ ਕਰੀਏ, ਓਕੇ ਫਲਾਣੇ ਵਕੀਲ ਨੂੰ ਫੋਨ ਕਰਦੇ ਹਾਂ, ਓਕੇ ਆਪਣੇ ਤਾਏ ਨੂੰ ਪੁੱਛਦੇ ਹਾਂ, ਚਾਚੇ ਨੂੰ ਪੁੱਛਦੇ ਹਾਂ, ਅੱਛਾ ਆਏਂ ਕਰਦੇ ਹਾਂ, ਸਰਪੰਚ ਨੂੰ ਪੁੱਛਦੇ ਹਾਂ ਕੀ ਕਹਿੰਦੇ ਨੇ, ਓਕੇ ਕੋਈ ਨਾ ਕੋਈ ਪ੍ਰੋਬਲਮ ਨਿਕਲ ਜੂਗੀ, ਪ੍ਰੋਬਲਮ ਸੋਲਵ ਹੋ ਜੂਗੀ, ਐਂ ਕਰੋ, ਆਹ ਕਰ ਲਓ, ਉਹ ਕਰੋ। ਆਪਣੀਆਂ ਹੀ ਆਪ ਹੀ ਕੋਸ਼ਿਸ਼ ਕਰਦੇ ਨੇ ਉਹਨੂੰ ਸੋਲਵ ਕਰਨ ਦੀ, ਤੇ ਆਪ ਹੀ ਕੋਸ਼ਿਸ਼ ਕਰਦੇ ਨੇ ਕਿ ਇਸ ਸਿਚੁਏਸ਼ਨ ਤੋਂ ਆਪਾਂ ਨਿਕਲੀਏ। ਲੇਕਿਨ ਜਿਹੜੇ ਪਰਮੇਸ਼ਰ ਦੇ ਲੋਕ ਨੇ ਉਹ ਪਰਮੇਸ਼ਰ ਦੇ ਚਰਨਾਂ 'ਚ ਆ ਜਾਂਦੇ ਨੇ ਤੇ ਕਹਿੰਦੇ ਨੇ ਪ੍ਰਭੂ ਜੀ
पता नहीं कद होया जो होया, लेकिन प्रभु जी मैं तुम कहना चाहना कि मैं आई एम ह्यूमन बीइंग, तो प्रभु जी मैंने बहुत दर्द हो रहा है, मैंने दुख हो रहा है, सॉरी मेरे आंसू निकल रहे हैं तेरे अगे, लेकिन प्रभु जी मैं अपना दिल होर किहदे सामने खोला। ਉੱਥੇ ਪਰਮੇਸ਼ਰ ਦਾ ਪਾਕ ਰੂਹ ਆਉਂਦਾ ਆ ਤੇ ਆ ਕੇ ਆਪਣੇ ਦਿਲ ਦੇ ਵਿੱਚ ਆਪਾਂ ਨੂੰ ਤਸੱਲੀ ਦਿੰਦਾ ਆ, ਆਮੀਨ, ਆਪਾਂ ਨੂੰ ਕੰਫਰਟ ਕਰਦਾ ਆ। ਇਹ ਲੋਕ ਜਿਹੜੇ ਇਹ ਪ੍ਰਿੰਸੀਪਲਸ ਅਪਲਾਈ ਕਰਦੇ ਨੇ ਆਪਣੇ ਜੀਵਨ 'ਚ, ਉਹ ਪਰਮੇਸ਼ਰ ਦੇ ਰਾਜ ਵਿੱਚ ਵੜਨਗੇ, ਉਹ ਪਰਮੇਸ਼ਰ ਦੇ ਫਲਾਂ ਵਿੱਚ ਵਧਣਗੇ, ਉਹ ਪਰਮੇਸ਼ਰ ਦੇ ਗਿਫਟ ਵਿੱਚ ਵਧਣਗੇ, ਪਰਮੇਸ਼ਰ ਦੇ ਟੈਲੈਂਟਸ ਵਿੱਚ ਵਧਣਗੇ, ਪਾਕਰੂ ਦੇ ਟੈਲੈਂਟਸ ਵਿੱਚ ਵਧਣਗੇ, ਪਰਮੇਸ਼ਰ ਦੀ ਵਿਜ਼ਡਮ ਵਿੱਚ ਵਧਣਗੇ, ਪਰਮੇਸ਼ਰ ਦੀ ਅਨੋਇੰਟਿੰਗ ਪਾਵਰ ਅਥਾਰਟੀ ਵਿੱਚ ਵਧਣਗੇ, ਤੇ ਪਰਮੇਸ਼ਰ ਉਹਨਾਂ ਦੀ ਜੀਵਨ ਦੇ ਵਿੱਚ ਉਹਨਾਂ ਦਾ ਮਕਸਦ ਜਿਹੜਾ ਆ ਉਹਨਾਂ ਨੂੰ ਦਿਖਾਏਗਾ ਤੇ ਉਹ ਮਕਸਦ ਪੂਰਾ ਕਰ ਸਕਣਗੇ। ਜਾਨਾਂ ਬਚਾਈਆਂ ਜਾਣਗੀਆਂ, ਪਰਮੇਸ਼ਰ ਦਾ ਨਾਮ ਉੱਚਾ ਹੋਏਗਾ, ਸ਼ੈਤਾਨ ਦੀ ਹਾਰ ਹੋਏਗੀ ਤੇ ਤੁਸੀਂ ਮਕਸਦ ਪੂਰਾ ਕਰ ਸਕੋਗੇ ਆਪਣੇ ਜੀਵਨ ਦਾ। ਸੋ ਇਹ ਕੁਝ ਪ੍ਰਿੰਸੀਪਲਸ ਨੇ। ਪਹਿਲੇ ਨੰਬਰ ਤੇ ਆਪਾਂ ਦੇਖਿਆ ਬਲੈਸਡ ਆਰ ਦੋਜ਼ ਹੂ ਆਰ ਪੂਅਰ ਇਨ ਸਪਿਰਿਟ। ਹਮੇਸ਼ਾ ਇਸ ਪ੍ਰਿੰਸੀਪਲ ਨੂੰ ਕਦੇ ਨਹੀਂ ਕਹਿਣਾ ਕਿ ਹਾਂਜੀ ਮੈਨੂੰ ਪਤਾ ਲੱਗ ਗਿਆ, ਕਦੇ ਨਹੀਂ ਕਹਿਣਾ ਪ੍ਰਭੂ ਜੀ ਹੁਣ ਤਾਂ ਮੈਂ ਲੈ ਲਈ ਅਨੋਇੰਟਿੰਗ, ਕਦੇ ਨਹੀਂ ਕਹਿਣਾ ਹੁਣ ਤਾਂ ਮੈਂ ਬਹੁਤ ਵੱਡਾ ਬੰਦਾ ਬਣ ਗਿਆ ਰੱਬ ਦਾ, ਕਦੇ ਨਹੀਂ ਕਦੇ ਨਹੀਂ ਕਦੇ ਨਹੀਂ ਕਦੇ। ਦੂਜੇ ਨੰਬਰ ਤੇ ਬਲੈਸਡ ਆਰ ਦੋਜ਼ ਹੂ ਮੋਰਨ। ਛੋਟੀ ਜਿਹੀ ਠੁੱਕ ਲੱਗਦੀ ਹੈ ਪ੍ਰਭੂ ਦੇ ਚਰਨਾਂ 'ਚ ਗੋਡੀਆਂ ਲਾ ਲਈ ਤੇ ਪ੍ਰਭੂ ਦੇ ਅੱਗੇ ਅੰਸੂ ਬਹਾ ਕੇ ਪ੍ਰਭੂ ਨੂੰ ਕਹੀਏ ਪ੍ਰਭੂ ਮੈਨੂੰ ਵੀ ਮਾਫ ਕਰ, ਉਹਨੂੰ ਮਾਫ ਕਰ, ਮੇਰੀ ਮਦਦ ਕਰ। ਤੀਸਰੇ ਨੰਬਰ ਤੇ ਪ੍ਰਭੂ ਤੇ ਪੜ੍ਹੋ ਬਲੈਸਡ ਆਰ ਦ ਮੀਕ। ਧੰਨ ਨੇ ਉਹ ਜੋ ਦਿਲ ਦੇ ਹੰਬਲ ਨੇ, ਧੰਨ ਨੇ ਉਹ ਜੋ ਦਿਲ ਦੇ ਨਰਮ ਨੇ, ਜੋ ਹੰਬਲ ਨੇ, ਬਹੁਤ ਜ਼ਿਆਦਾ ਝੁਕੇ ਹੋਏ ਇਨਸਾਨ ਨੇ, ਉਹਨਾਂ ਵਿੱਚ ਆਕੜ ਨਹੀਂ ਗੀ, ਉਹਨਾਂ ਵਿੱਚ ਫੂੰ ਫੂੰ ਨਹੀਂ ਕਰਦੇ, ਉਹ ਬਹੁਤ ਹੀ ਜ਼ਿਆਦਾ ਨਰਮ ਨੇ ਦਿਲ ਦੇ, ਝੁਕ ਕੇ ਚੱਲਦੇ ਨੇ ਜੀਵਨ। ਸੋ ਇਹਦਾ ਆਪਾਂ ਇਹਨੂੰ ਜੋੜ ਸਕਦੇ ਹੈਗੇ ਆਪਾਂ ਫਲਾਂ ਦੇ ਨਾਲ। ਕਿਹੜਾ ਫਲ ਇਹਦੇ 'ਚ ਆਪਾਂ ਨਜ਼ਰ ਸ਼ਾਂਤੀ ਨਜ਼ਰ ਆਉਂਦੀ ਹੈ, ਸ਼ਾਂਤੀ ਨਾਲ ਭਰੇ ਹੋਏ ਹੋਣੇ ਹਮੇਸ਼ਾ। ਤੇ ਪਿਛਲੇ ਵਾਰ ਆਪਾਂ ਪੜ੍ਹ ਕੇ ਗਏ ਸੀਗੇ ਉਹਦੇ ਵਿੱਚ ਸੀਗਾ ਖੁਸ਼ੀ, ਕਿਉਂਕਿ ਜਦੋਂ ਬੰਦਾ ਰੋਂਦਾ ਆ ਪਰਮੇਸ਼ਰ ਦੇ ਅੱਗੇ, ਉਹ ਜਦੋਂ ਰੋਂਦਾ ਆ ਕੁਰਲਾਉਂਦਾ ਹੈ ਤੇ ਉੱਥੇ ਪ੍ਰਭੂ ਨੂੰ ਕੰਫਰਟ ਕਰਦਾ ਆ ਤੇ ਉਹਨੂੰ ਐਸੀ ਖੁਸ਼ੀ ਦਿੰਦਾ ਪਰਮੇਸ਼ਰ ਪਿਤਾ ਜਿਹੜਾ ਯਾਰ ਉਸ ਇਨਸਾਨ ਨੂੰ, ਤਾਂ ਕਿ ਉਹ ਆਪਣੇ ਸਾਰੇ ਦੁੱਖ ਗਿਲੇ ਜਿਹੜੇ ਨੇ ਭੁੱਲ ਜਾਵੇ। ਲੇਕਿਨ ਇੱਥੇ ਉਹ ਇਨਸਾਨ ਆ ਜਿਹੜਾ ਦਿਲ ਦਾ ਬਹੁਤ ਹਲੀਮ ਆ। ਇਹ ਜਿਹੜਾ ਦਿਲ ਦਾ ਹਲੀਮ ਆ, ਬਲੈਸਡ ਆਰ ਦਾ ਮੀਕ ਫॉर ਦੇ ਵਿਲ ਇਨਹੈਰਿਟ ਦਾ ਅਰਥ। ਇੱਥੇ ਪ੍ਰੋਮਿਸ ਲੈਂਡ ਦੀ ਗੱਲ ਹੋ ਰਹੀ ਆ, ਲੇਕਿਨ ਇੱਥੇ ਫਿਜ਼ੀਕਲ ਪ੍ਰੋਮਿਸ ਲੈਂਡ ਦੀ ਗੱਲ ਨਹੀਂ ਹੋ ਰਹੀ, ਇੱਥੇ ਸਪਿਰਿਚੁਅਲ ਪ੍ਰੋਮਿਸ ਲੈਂਡ ਦੀ ਗੱਲ ਹੋ ਰਹੀ ਹੈ। ਤੇ ਜਿਹੜੇ ਹਲੀਮ ਨੇ, ਜਿਹੜੇ ਦਿਲ ਦੇ ਹਲੀਮ ਨੇ, ਜਿਹੜੇ ਮਨ ਦੇ ਹਲੀਮ ਨੇ, ਜਿਹੜੇ ਮੀਕ ਨੇ, ਹੈ ਨਾ, ਉਹਨਾਂ ਨੂੰ ਪਰਮੇਸ਼ਰ ਨੇ ਪ੍ਰੋਮਿਸ ਲੈਂਡ ਜਾਣੀ ਕਿ ਉਹ ਧਰਤੀ ਜਿਹੜੀ ਤੇ ਰੱਬ ਦਾ ਅਧਿਕਾਰ ਸੀ। ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਜਾਓ ਇਹਨਾਂ ਧਰਤੀ 'ਚ, ਦੁਸ਼ਮਣਾਂ ਨੂੰ ਉਡਾ ਦਿਓ ਤੇ ਕਬਜ਼ਾ ਕਰ ਲਓ, ਜਿਹਦੇ ਤੇ ਰੱਬ ਨੇ ਕਬਜ਼ਾ ਕਰ ਲਿਆ ਸੀ ਉਹਨਾਂ ਥਾਈਂ ਦੀ। ਉਸੇ ਤਰ੍ਹਾਂ ਜਦੋਂ ਆਪਾਂ ਪ੍ਰਭੂ ਦੇ ਵਿੱਚ ਆਉਂਦੇ ਹਾਂ, ਆਪਣੇ ਦਿਲ ਦੇ ਸਾਰੇ ਇਲਾਕਿਆਂ 'ਚ ਪਾਕਰੂ ਕਬਜ਼ਾ ਕਰਨਾ ਸ਼ੁਰੂ ਕਰ ਦਿੰਦਾ। ਜਿਹੜੇ ਵੀ ਇਲਾਕੇ ਆਪਣੇ ਕਮਜ਼ੋਰ ਹੁੰਦੇ ਨੇ ਉਹਦੇ ਵਿੱਚ ਸ਼ੈਤਾਨ ਭਜਾ ਕੇ ਪਰਮੇਸ਼ਰ ਕਬਜ਼ਾ ਕਰਨ ਲੱਗ ਜਾਂਦਾ। ਸੋ ਸਾਨੂੰ ਇੱਕ ਐਸੀ ਧਰਤੀ ਦਿੰਦਾ ਆ, ਸਾਨੂੰ ਇੱਕ ਐਸਾ ਜੀਵਨ ਦਿੰਦਾ ਆ ਜਿਹਦੇ ਵਿੱਚ ਪਵਿੱਤਰ ਆਤਮਾ ਦਾ ਪੂਰਾ ਕਬਜ਼ਾ ਹੁੰਦਾ ਆ। ਸੋ ਜਿਹੜੇ ਹਲੀਮ ਨੇ ਨਾ ਦਿਲ ਦੇ, ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਕਬਜ਼ਾ ਕਰੇਗਾ। ਜਿਹੜੇ ਹਲੀਮ ਨੇ ਉਹਨਾਂ ਦੇ ਦਿਲ ਦੇ ਵਿੱਚ ਪਵਿੱਤਰ ਆਤਮਾ ਦਾ ਕਬਜ਼ਾ ਹੋਵੇਗਾ, ਪਵਿੱਤਰ ਆਤਮਾ ਦਾ ਕੰਟਰੋਲ ਹੋਵੇਗਾ। ਆਮੀਨ। ਸੋ ਇਹ ਬਹੁਤ ਵੱਡੀ ਬਰਕਤ ਹੈਗੀ ਹੈ ਪ੍ਰਭੂ ਦੇ ਪਰਮੇਸ਼ਰ ਧੰਨਵਾਦ ਕਰਦੇ ਹਾਂ ਇਹਦੇ ਵਾਸਤੇ। ਸੋ ਇੱਕ ਹੋਰ ਵਰਡ ਯੂਜ਼ ਕੀਤਾ ਜਾਂਦਾ ਆ ਜੈਂਟਲਨੈਸ, ਯਾਨੀ ਕਿ ਉਹ ਬਹੁਤ ਜੈਂਟਲ ਇਨਸਾਨ ਨੇ। ਤੁਸੀਂ ਦੇਖਿਆ ਹੋਏਗਾ ਜਿਹੜਾ ਵੀ ਕੋਈ ਜੈਂਟਲ ਇਨਸਾਨ ਨਾ, ਉਹਨੂੰ ਕਦੇ ਵੀ ਕੋਈ ਚੀਜ਼ ਛੋੜਨੀ ਹੋਏਗੀ, ਕਿਉਂਕਿ ਉਹ ਹਮੇਸ਼ਾ ਉਹਨੂੰ ਐਸੀ ਪ੍ਰੋਮਿਸ ਲੈਂਡ ਦੀਆਂ ਬਰਕਤਾਂ ਮਿਲਦੀਆਂ ਰਹਿਣਗੀਆਂ, ਕਿਉਂਕਿ ਉਹ ਇਨਸਾਨ ਬਹੁਤ ਜ਼ਿਆਦਾ ਜੈਂਟਲ ਆ। ਆਪਣੇ ਆਪ ਨੂੰ ਹਮੇਸ਼ਾ ਹਲੀਮ ਬਣਾ ਕੇ ਰੱਖੋ, ਆਪਣੇ ਆਪ ਨੂੰ ਹਮੇਸ਼ਾ ਜੈਂਟਲ ਬਣਾ ਕੇ ਰੱਖੋ। ਕਦੇ ਕੋਈ ਤੁਹਾਡੀ ਉੱਚੀ ਆਵਾਜ਼ ਨੂੰ ਨਾ ਸੁਣੇ, ਤੁਹਾਡਾ ਬੋਲਣਾ ਵੀ ਜੈਂਟਲ ਹੋਵੇ, ਤੁਹਾਡਾ ਚੱਲਣਾ ਵੀ ਜੈਂਟਲ ਹੋਵੇ, ਤੁਹਾਡੀ ਤੋਰ ਵੀ ਜੈਂਟਲ ਹੋਵੇ, ਤੁਹਾਡਾ ਕਿਸੇ ਨਾਲ ਗੱਲਬਾਤ ਕਰਨਾ ਵੀ ਜੈਂਟਲ ਹੋਵੇ। ਆਮੀਨ। ਤੁਹਾਨੂੰ ਕਿਸੇ ਤਰ੍ਹਾਂ ਦੇ ਕੋਈ ਗੁੱਸੇ ਗਿਲੇ ਨੂੰ ਯੂਜ਼ ਕਰਨ ਦੀ ਲੋੜ ਨਹੀਂ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਉੱਚੀ ਨੀਵੀਂ ਆਵਾਜ਼ ਕਰਨ ਦੀ ਲੋੜ ਨਹੀਂ। ਤੁਸੀਂ ਜੈਂਟਲਨੈਸ ਦੇ ਨਾਲ, ਤਾਂ ਹੀ ਜੈਂਟਲਮੈਨ ਵਰਡ ਨਿਕਲਦਾ ਹੈ ਇੱਥੋਂ ਨਾ, ਸ਼ੁਰੂ 'ਚੋਂ ਜੈਂਟਲਮੈਨ ਕਿਹਾ ਜਾਂਦਾ ਹੈ। ਜਿਹੜੇ ਜੈਂਟਲਮੈਨ ਨੇ ਉਹ ਜੈਂਟਲਨੈਸ ਵਿੱਚ ਚੱਲਦੇ ਨੇ, ਉਹ ਮੀਕ ਇਨਸਾਨ ਨੇ, ਨਰਮ ਇਨਸਾਨ ਨੇ, ਤੇ ਉਹ ਪ੍ਰਭੂ ਵਿੱਚ ਬਦਲਣਗੇ ਤੇ ਪਰਮੇਸ਼ਰ ਦਾ ਅਧਿਕਾਰ ਉਹਨਾਂ ਦੇ ਜੀਵਨ 'ਚ ਹੋਏਗਾ ਤੇ ਪ੍ਰੋਮਿਸ ਲੈਂਡ ਦੀਆਂ ਸਾਰੀਆਂ ਬਰਕਤਾਂ ਉਹ ਪ੍ਰਾਪਤ ਕਰਨਗੇ। ਕਿਸੇ ਤਰ੍ਹਾਂ ਦੀ ਥੁੜ ਨਹੀਂ ਹੋਏਗੀ ਉਸ ਇਨਸਾਨ ਨੂੰ, ਜਿਹੜਾ ਇਨਸਾਨ ਦਿਲ ਦਾ ਬਹੁਤ ਹਲੀਮ ਹੋਵੇ, ਜਿਹੜਾ ਮੀਕ ਹੋਵੇ, ਜੈਂਟਲ ਹੋਵੇ।
ਸੋ ਤੀਸਰੇ ਨੰਬਰ ਤੇ ਆਪਾਂ ਦੇਖਿਆ ਪ੍ਰਭੂ ਦੇ ਵੱਲੋਂ ਬਹੁਤ ਵੱਡੀ ਬਰਕਤ ਹੈਗੀ ਹੈ। ਸੋ ਇਹਨੂੰ ਆਪਾਂ ਪੀਸ ਨਾਲ ਜੋੜ ਸਕਦੇ ਹੈਗੇ ਆ। ਇੱਥੋਂ ਵਰਡ ਨਿਕਲਦਾ ਪ੍ਰਿੰਸ ਆਫ ਪੀਸ, ਹੈ ਨਾ। ਸੋ ਜਾਣੀ ਕਿ ਜੇ ਆਪਾਂ ਪੀਸ ਵਿੱਚ ਚੱਲਾਂਗੇ, ਜਿਹੜਾ ਬੰਦਾ ਪੀਸ ਵਿੱਚ ਚੱਲੇਗਾ ਉਹ ਇੱਕ ਤਰ੍ਹਾਂ ਕਹਿ ਲਓ ਤੇ ਬਹੁਤ ਪੇਸ਼ੈਂਟਲੀ ਅੱਗੇ ਵਧੇਗਾ। ਤੇ ਜਿਹੜਾ ਬੰਦਾ ਪੇਸ਼ੈਂਟਲੀ ਵਧੇਗਾ ਅੱਗੇ, ਜਾਣੀ ਕਿ ਹਰ ਪ੍ਰਤਿਆਵੇ ਨੂੰ ਉਹ ਪੇਸ਼ੈਂਟਲੀ ਐਂਡਿਓਰ ਕਰ ਸਕੇਗਾ। ਹਰ ਪ੍ਰਤਿਆਵੇ ਨੂੰ, ਹਰ ਮੁਸ਼ਕਲ ਨੂੰ ਉਹ ਪੇਸ਼ੈਂਟਲੀ ਬੜੇ ਪੀਸ ਦੇ ਨਾਲ ਸੋਲਵ ਕਰਕੇ ਅੱਗੇ ਵੱਧ ਸਕੇਗਾ। ਤੇ ਉਹ ਪਰਪਸ, ਉਹ ਮਕਸਦ ਜੋ ਪਰਮੇਸ਼ਰ ਦਾ ਹੈ ਉਸ ਦੇ ਜੀਵਨ ਦੇ ਉੱਤੇ, ਉਹਨੂੰ ਲੈ ਸਕੇਗਾ, ਸਵੀਕਾਰ ਕਰ ਸਕੇਗਾ। ਆਮੇਨ। ਸੋ ਪਰਮੇਸ਼ਰ ਦੇ ਪਰਪਸਿਸ ਤੁਸੀਂ ਚਾਹੋਗੇ ਕਿ ਤੁਹਾਡੀ ਜ਼ਿੰਦਗੀ 'ਚ ਪੂਰੇ ਹੋਣ, ਤਾਂ ਹੀ ਪੂਰੇ ਹੋਣਗੇ ਜੇ ਤੁਸੀਂ ਬੜੇ ਨਰਮਤਾ ਦੇ ਨਾਲ, ਮੀਕ ਇਨਸਾਨ ਹੋ ਕੇ, ਜੈਂਟਲਮੈਨ ਬਣ ਕੇ ਤੁਸੀਂ ਹਰ ਪ੍ਰਤਿਆਵੇ ਨੂੰ, ਕਹਿ ਲਓ ਕਿ ਹਰ ਟੈਸਟ ਨੂੰ, ਹਰ ਦੁੱਖ ਤਕਲੀਫ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਸਹਿ ਲਓ ਤੇ ਅੱਗੇ ਵਧੋ। ਤੇ ਪ੍ਰਭੂ ਉਹ ਮਕਸਦ ਤੁਹਾਡੀ ਜ਼ਿੰਦਗੀ ਤੇ ਖੋਲੇਗਾ ਜਿਹੜਾ ਮਕਸਦ ਉਹਨੇ ਤਿਆਰ ਕੀਤਾ ਹੋਇਆ ਤੁਹਾਡੇ ਵਾਸਤੇ। ਸੋ ਪ੍ਰੇਜ਼ ਦ ਲਾਰਡ। ਚੌਥੇ ਨੰਬਰ ਤੇ ਜਾਵਾਂਗੇ ਪ੍ਰਭੂ ਦੇ ਬਣਾਓ। ਲਿਖਿਆ ਹੈ ਕਿ ਬਲੈਸਡ ਆਰ ਦੋਜ਼ ਹੂ ਹੰਗਰ ਐਂਡ ਥਰਸਟ ਫॉर ਰਾਈਟੀਅਸਨੈਸ ਫॉर ਦੇ ਵਿਲ ਬੀ ਫਿਲਡ। ਧਨ ਨੇ ਉਹ ਜੋ ਰਾਸ਼ਟਰਬਾਜ ਦੇ ਭੁੱਖੇ ਤੇ ਪਿਆਸੇ ਨੇ, ਰਾਸ਼ਟਰਬਾਜੀ ਦੀ ਭੁੱਖੇ ਤੇ ਪਿਆਸੇ ਨੇ। ਧਨ ਨੇ ਉਹ ਜੋ ਜਸਟਿਸ ਦੇ ਭੁੱਖੇ ਤੇ ਪਿਆਸੇ ਨੇ। ਹੁਣ ਇੱਥੇ ਜਿਹੜਾ ਭੁੱਖ ਤੇ ਪਿਆਸ ਹੋ ਰਹੀ ਆ ਰਾਸ਼ਟਰਬਾਜੀ ਦੀ, ਆਪਾਂ ਨੂੰ ਪਤਾ ਕਿ ਆਪਾਂ ਜਸਟਿਸ ਜਿਹੜੀ ਗੱਲ ਹੁੰਦੀ ਆ, ਆਪਾਂ ਨੂੰ ਪਤਾ ਇੱਕੋ ਹੀ ਚੀਜ਼ ਆ ਜਿਹਨੂੰ ਜਿਹੜੀ ਆਪਾਂ ਨੂੰ ਜਸਟੀਫਾਈ ਕਰਦੀ ਆ, ਉਹ ਹੈ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਲਹੂ, ਜਾਣੀ ਕਿ ਪ੍ਰਭੂ ਦੀ ਕੁਰਬਾਨੀ। ਸੋ ਜਿਹੜੇ ਲੋਕ ਭੁੱਖੇ ਤੇ ਪਿਆਸੇ ਨੇ, ਉਹ ਕਿਸ ਚੀਜ਼ ਦੇ ਭੁੱਖੇ ਤੇ ਪਿਆਸੇ ਨੇ? ਉਹ ਰਾਸ਼ਟਰਬਾਜੀ ਦੇ, ਜਾਣੀ ਕਿ ਉਹ ਜਸਟਿਸ ਦੇ, ਜਾਣੀ ਕਿ ਉਹ ਪ੍ਰਭੂ ਯਿਸੂ ਦੀ ਕੁਰਬਾਨੀ ਦੀ ਗੱਲ ਹੋ ਰਹੀ ਆ, ਜਾਣੀ ਕਿ ਪ੍ਰਭੂ ਯਿਸੂ ਦੀ ਲਹੂ ਦੀ ਗੱਲ ਹੋ ਰਹੀ ਆ, ਜਾਣੀ ਕਿ ਪ੍ਰਭੂ ਯਿਸੂ ਦੇ ਲਹੂ 'ਚ ਇਮਾਨ ਦੀ ਗੱਲ ਹੋ ਰਹੀ ਆ। ਉਹ ਜਿਹੜਾ ਇਨਸਾਨ ਪ੍ਰਭੂ ਯਿਸੂ ਦੇ ਲਹੂ ਦੇ ਵਿੱਚ ਇਮਾਨ ਲੈ ਕੇ ਆਉਂਦਾ, ਉਹਦੇ ਉੱਤੇ ਪਾਪ ਉਤਰਦਾ ਆ। ਸੋ ਜਾਣੀ ਕਿ ਇੱਥੇ ਪਵਿੱਤਰ ਆਤਮਾ ਦੀ ਗੱਲ ਹੋ ਰਹੀ ਆ, ਰੱਬ ਦੀ ਹਜ਼ੂਰੀ ਦੀ ਗੱਲ ਹੋ ਰਹੀ ਹੈ। ਸੋ ਜਾਣੀ ਕਿ ਧਨ ਨੇ ਉਹ ਇਨਸਾਨ ਜਿਹੜੇ ਭੁੱਖੇ ਤੇ ਪਿਆਸੇ ਨੇ ਪਰਮੇਸ਼ਰ ਦੀ ਹਜ਼ੂਰੀ ਦੇ। ਆਮੇਨ। ਸੋ ਉਹਨਾਂ ਦੀ ਜ਼ਿੰਦਗੀ ਤੇ, ਸੋ ਇੱਥੇ ਜਿਹੜਾ ਆਪਾਂ ਗਿਫਟ ਫਰੂਟ ਆਫ ਹੋਲੀ ਸਪਿਰਿਟ ਜਿਹੜਾ ਇੱਥੇ ਆਏਗਾ, ਉਹ ਹੈ ਫੇਥ। ਧਨ ਨੇ ਉਹ ਇਨਸਾਨ ਜਿਹੜੇ ਭੁੱਖੇ ਤੇ ਪਿਆਸੇ ਨੇ ਰਾਸ਼ਟਰਬਾਜੀ ਦੇ, ਉਹ ਇਨਸਾਨ ਫੇਥ ਵਿੱਚ ਬਦਲਣਗੇ। ਤੇ ਜਿਹੜੇ ਇਨਸਾਨ ਫੇਥ ਵਿੱਚ ਬਦਲਣਗੇ, ਉਹ ਫੇਥ ਇੱਕ ਫਲ ਆ ਉਹਦੇ ਵਿੱਚ ਬਦਲਣਗੇ, ਤੇ ਅੱਗੇ ਜਾ ਕੇ ਫੇਥ ਇੱਕ ਗਿਫਟ ਆ ਉਹਦੇ ਵਿੱਚ ਬਦਲਣਗੇ। ਸੋ ਉਹ ਇਨਸਾਨ ਜਿਹੜੇ ਭੁੱਖ ਤੇ ਪਿਆਸ ਰਾਸ਼ਟਰਬਾਜੀ ਦੀ, ਜਾਣੀ ਕਿ ਈਮਾਨ ਰੱਖਦੇ ਨੇ ਪ੍ਰਭੂ ਦੇ ਲਹੂ ਦੇ ਵਿੱਚ, ਪ੍ਰਭੂ ਦੀ ਕੁਰਬਾਨੀ ਦੇ ਵਿੱਚ, ਤੇ ਉਹਨਾਂ ਦਾ ਈਮਾਨ ਵੱਧਦਾ ਆ, ਉਹ ਭੁੱਖ ਪਿਆਸ ਲੈ ਕੇ ਆਉਂਦੇ ਨੇ, ਉਹ ਰੱਬ ਦੀ ਹਜ਼ੂਰੀ ਵਿੱਚ ਬਦਲਣਗੇ, ਤੇ ਉਹ ਫੇਥ ਵਿੱਚ ਬਦਲਣਗੇ, ਤੇ ਉਹ ਗਿਫਟ ਆਫ ਫੇਥ ਵਿੱਚ ਬਦਲਣਗੇ। ਸੋ ਜਾਣੀ ਕਿ ਪਰਮੇਸ਼ਰ ਦਾ ਰਾਜ ਉਹਨਾਂ ਦੇ ਜੀਵਨ 'ਚ ਛਾ ਜਾਵੇਗਾ। ਆਮੇਨ। ਬਹੁਤ ਵੱਡੀ ਬਰਕਤ ਹੈਗੀ ਹੈ ਪ੍ਰਭੂ ਬਣਾਓ। ਪ੍ਰਭੂ ਦਾ ਸ਼ੁਕਰ ਕਰਦੇ ਹੈਗੇ ਆ, ਤੁਸੀਂ ਐਕਸਪੀਰੀਅੰਸ ਕਰਨਗੇ ਉਹ ਸਾਰੀ ਚੀਜ਼ਾਂ। ਸੋ ਜਾਣੀ ਕਿ ਇਹਦੇ ਨਾਲ ਉਹਨਾਂ ਦੇ ਰੂਹ ਦੇ ਵਿੱਚ ਜਿਹੜੀ ਪਿਆਸ ਜਾਂ ਭੁੱਖ ਦੀ ਗਹਿਰਾਈ ਆ ਉਹ ਵੀ ਵਧੇਗੀ, ਜਾਣੀ ਕਿ ਉਹਨਾਂ ਦੇ ਜੀਵਨ ਦੇ ਵਿੱਚ ਡਿਵਾਈਨ ਸੈਟਿਸਫੈਕਸ਼ਨ ਆ ਜਾਵੇਗੀ। ਪਰਮੇਸ਼ਰ ਦਾ ਪਵਿੱਤਰ ਆਤਮਾ ਉਹਨਾਂ ਦੀ ਰੂਹ ਦੇ ਵਿੱਚ ਇੱਕ ਰੱਬੀ ਸੈਟਿਸਫੈਕਸ਼ਨ ਲੈ ਕੇ ਆਵੇਗਾ, ਰੱਬੀ ਸੰਤੁਸ਼ਟਤਾ ਲੈ ਕੇ ਆਵੇਗਾ ਉਹਨਾਂ ਦੇ ਜੀਵਨ ਦੇ ਵਿੱਚ, ਜਿਹਦੇ ਨਾਲ ਐਸਾ ਈਮਾਨ ਖੜਾ ਹੋ ਜਾਏਗਾ ਉਹਨਾਂ ਦੇ ਜੀਵਨ ਦੇ ਵਿੱਚ, ਜਿਸ ਈਮਾਨ ਦੇ ਨਾਲ ਉਹ ਰਾਜ ਕਰਨਗੇ ਫਿਊਚਰ ਦੇ ਵਿੱਚ, ਰਾਜ ਕਰਨਗੇ ਰੂਹ ਦੇ ਵਿੱਚ, ਹੁਣ ਵੀ ਗਾਹਾਂ ਵੀ। ਸੋ ਬਹੁਤ ਵੱਡਾ ਕਹਿ ਲਓ ਕਿ ਬਹੁਤ ਵੱਡੀ ਬਰਕਤ ਹੈਗੀ ਇਹਦੇ ਵਿੱਚ ਪ੍ਰਾਪਤ ਬਣਾਓ। ਸੋ ਇਹ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਇਨਵੀਟੇਸ਼ਨ ਹੈ। ਜਦੋਂ ਪ੍ਰਭੂ ਯਿਸੂ ਮਸੀਹ ਨੇ ਸਰਮਨ ਔਨ ਦਾ ਮਾਊਂਟ ਪ੍ਰਚਾਰ ਕੀਤਾ, ਤੇ ਇੱਥੇ ਇੱਕ ਇਨਵੀਟੇਸ਼ਨ ਵੀ ਆ। ਉਹ ਇਨਵੀਟੇਸ਼ਨ ਕੀ ਆ ਕਿ ਇਸ ਰਾਜ ਦੇ ਵਿੱਚ ਵੜਨ ਦੇ ਵਾਸਤੇ ਪਹਿਲਾ ਸਟੈਪ ਕੀ ਆ? ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ, ਮੁਕਤੀਦਾਤਾ ਦੇ ਵਿੱਚ ਵਿਸ਼ਵਾਸ ਕਰਨਾ। ਆਮੇਨ। ਕਿਉਂਕਿ ਜੇ ਮੁਕਤੀਦਾਤਾ ਵਿਸ਼ਵਾਸ ਕਰੋਗੇ ਤਾਂ ਹੀ ਤੁਸੀਂ ਗਾਹਾਂ ਪ੍ਰਭੂ ਯਿਸੂ ਦੇ ਲਹੂ ਦੇ ਵਿੱਚ ਜਾਂ ਪ੍ਰਭੂ ਯਿਸੂ ਦੀ ਕੁਰਬਾਨੀ ਵਿੱਚ ਵਿਸ਼ਵਾਸ ਕਰ ਸਕੋਗੇ। ਸੋ 5ਵੇਂ ਨੰਬਰ ਤੇ ਪ੍ਰਾਪਤ ਆਪਾਂ ਦੇਖਾਂਗੇ ਇਹ ਜਿਹੜਾ ਫਲ ਇੱਥੇ ਯੂਜ਼ ਕੀਤਾ ਜਾਏਗਾ ਉਹ ਹੋਏਗੀ ਆਪਣਾ ਬੋਲਡਨੈਸ ਆਪਾਂ ਕਹਿ ਸਕਦੇ ਹੈਗੇ ਆ। ਸੋ ਲਿਖਿਆ ਉਹ ਦੇਖੀਏ, ਬਲੈਸਡ ਆਰ ਦਾ ਮਰਸੀਫੁਲ ਫॉर ਦੇ ਵਿਲ ਬੀ ਸ਼ੋਨ ਮਰਸੀ। ਧਨ ਨੇ ਉਹ ਜੋ ਦਇਆ ਕਰਦੇ ਨੇ, ਜੋ ਕਿਸੇ ਤੇ ਦਇਆ ਕਰਦੇ ਨੇ, ਕਿਉਂਕਿ ਉਹਨਾਂ ਨਾਲ ਦਇਆ ਕੀਤੀ ਜਾਵੇਗੀ। ਆਮੇਨ। ਪਰਮੇਸ਼ਰ ਦਾ ਵਚਨ ਆਪਾਂ ਨੂੰ ਦਿਖਾਉਂਦਾ ਆ
ਕਿ ਇੱਥੇ ਤੁਹਾਨੂੰ ਆਪਣੇ ਦਿਲ ਦਾ ਐਟੀਟਿਊਡ ਪਤਾ ਲੱਗਦਾ ਆ ਕਿ ਆਪਣੇ ਦਿਲ ਦਾ ਕੀ ਐਟੀਟਿਊਡ ਆ। ਕੀ ਤੁਹਾਡਾ ਦਿਲ ਦਿਆਲੂ ਆ? ਕੀ ਤੁਹਾਡਾ ਦਿਲ ਕਿਰਪਾਲੂ ਆ? ਕੀ ਤੁਸੀਂ ਦਇਆ ਕਰਦੇ ਹੋ? ਕੀ ਤੁਸੀਂ ਮਰਸੀ ਕਰਦੇ ਹੋ ਜਾਂ ਕਿਸੇ ਨੂੰ ਬਖਸ਼ਦੇ ਨਹੀਂਗੇ? ਮਰਸੀ ਕਰਦੇ ਹੋ ਤੁਸੀਂ ਦਿਲ ਵਿੱਚ? ਜੇ ਤੁਸੀਂ ਮਰਸੀ ਕਰਦੇ ਹੋ ਦਿਲ ਵਿੱਚ, ਥੋੜੇ ਤੇ ਮਰਸੀ ਕੀਤੀ ਜਾਵੇਗੀ। ਮੈਂ ਦੇਖਿਆ ਕਿ ਲੋਕਾਂ ਦੇ ਲਈ ਮਰਸੀ ਕਰਦੇ ਹੋਏ, ਲੋਕਾਂ ਤੇ ਦਇਆ ਕਰਦੇ ਹੋਏ, ਮੈਂ ਦੇਖਿਆ ਵਾ ਲੋਕਾਂ ਨੂੰ ਮੰਗਤਿਆਂ ਲਈ ਦਇਆ ਕਰਦੇ ਹੋਏ, ਮੈਂ ਦੇਖਿਆ ਲੋਕਾਂ ਨੂੰ ਗਰੀਬਾਂ ਲਈ ਦਇਆ ਕਰਦੇ ਹੋਏ, ਮੈਂ ਦੇਖਿਆ ਲੋਕਾਂ ਨੂੰ ਕਿ ਕੋਈ ਪਾਣੀ ਮੰਗਣ ਵੀ ਆਉਂਦਾ ਉਹਨੂੰ ਵੀ ਲੱਸੀ ਦਾ ਗਲਾਸ ਪਿਲਾਉਂਦੇ ਨੇ, ਦੁੱਧ ਦਾ ਗਲਾਸ ਪਿਲਾਉਂਦੇ ਨੇ। ਮੈਂ ਦੇਖਿਆ ਲੋਕਾਂ ਨੂੰ ਵੀ ਚਲੋ ਇਹਨੂੰ ਰੋਟੀ ਖਵਾ ਦਿਓ, ਚਲੋ ਇਹਨੂੰ ਰੋਟੀ ਖਵਾ ਦਿਓ। ਆਪਣੇ ਦੇਸ਼ਾਂ ਦੇ ਵਿੱਚ ਮੈਂ ਲੋਕਾਂ ਨੂੰ ਜਾਨਵਰਾਂ ਨਾਲ ਵੀ ਦਇਆ ਕਰਦੇ ਦੇਖਿਆ ਹੈ। ਮੈਂ ਲੋਕਾਂ ਨੂੰ ਆਹ ਕਹਿੰਦੇ ਵੀ ਦੇਖਿਆ ਵੀ ਹਾਏ ਕਿਸੇ ਕੁੱਤੇ ਨੂੰ ਸੱਟ ਨਾ ਮਾਰੋ। ਇੱਥੇ ਤੱਕ ਵੀ ਸੁਣਿਆ ਆ ਉਹ ਕਿ ਉਹਨਾਂ ਨੇ ਕਿਹਾ ਵੀ ਕੁੱਤੇ ਦੀ ਜਿਹੜੀ ਖੂਹ ਆ ਜਾਂ ਕੁੱਤੇ ਦੀ ਖੂਚ ਜਿਹੜੀ ਆ ਉਹ ਪਤਾ ਨਹੀਂ ਰੱਬ ਤੱਕ ਪਹੁੰਚ ਜਾਂਦੀ ਹੈ, ਕੁਛ ਐਂ ਲਿਖਿਆ। ਜਾਣੀ ਕਿ ਪੰਛੀਆਂ ਨਾਲ ਵੀ ਪਿਆਰ ਕਰੋ, ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਪਿਆਰ ਕਰੋ। ਇੱਥੋਂ ਤੱਕ ਕਿ ਜਿਹੜੇ ਦਰਖਤ ਨੇ, ਜੇ ਪ੍ਰਭੂ ਨੇ ਬਣਾਏ ਹੋਏ ਨੇ, ਫੁੱਲ ਨੇ, ਉਹਨਾਂ ਨੂੰ ਵੀ ਧਿਆਨ ਨਾਲ ਸੰਭਾਲੋ, ਉਹਨਾਂ ਨੂੰ ਦੇਖਭਾਲ ਕਰੋ। ਮਰਸੀਫੁਲ, ਜਿਹੜਾ ਜਿੰਨਾ ਜ਼ਿਆਦਾ ਦਇਆ ਕਰੇਗਾ ਉਨੀ ਹੀ ਜ਼ਿਆਦਾ ਦਇਆ ਉਹਦੇ 'ਤੇ ਹੋਏਗੀ। ਕਈ ਇੰਨੇ ਸਟ੍ਰਿਕਟ ਹੋ ਜਾਂਦੇ ਨੇ ਕਿ ਕਹਿੰਦੇ ਨੇ ਬਸ ਇੱਕ ਵਾਰ ਮਾਫ਼ ਕਰਤਾ, ਦੂਜੀ ਵਾਰ ਨਹੀਂ ਕਰਨਾ। ਪ੍ਰਭੂ ਨੇ ਕਿਹਾ 70 ਵਾਰ 7 ਵਾਰ 70, ਯਾਨੀ ਕਿ ਤਕਰੀਬਨ 500 ਵਾਰ ਮਾਫ਼ ਕਰ ਦਿਓ ਇੱਕ ਦੂਜੇ ਨੂੰ ਇੱਕ ਦਿਨ 'ਚ। ਹੁਣ ਸੋਚੋ ਰੱਬ ਦੀ ਕੈਪੈਸਿਟੀ ਕੀ ਹੋਏਗੀ ਮਾਫ਼ ਕਰਨ ਦੀ। ਪਰਮੇਸ਼ਰ ਨੇ ਖੁਦ ਜੋਨਾਸ ਨੂੰ ਦੂਜਾ ਚਾਂਸ ਦਿੱਤਾ ਸੀ ਤੇ ਦੂਸਰੀ ਵਾਰ ਰੱਬ ਦੀ ਆਵਾਜ਼ ਜੋਨਾਸ ਤੇ ਆਈ। ਜੋਨਾ ਨੂੰ ਆਖਿਆ, ਜੋਨਾ ਤੂੰ ਕਿੱਧਰ ਚੱਲਿਆ ਭਾਈ? ਜੋਨਾਸ ਤਾਰਸਿਸ ਵੱਲ ਚਲਿਆ ਗਿਆ, ਤਾਰਸਿਸ ਵੱਲ ਭੱਜ ਲਿਆ। ਪਰਮੇਸ਼ਰ ਨੇ ਭੇਜਿਆ ਸੀਗਾ ਹੁਣ ਕਿਸੇ ਹੋਰ ਪਾਸੇ, ਭੱਜ ਕਿਸੇ ਹੋਰ ਪਾਸੇ ਗਿਆ। ਸੋ ਨੀਨੀਵੇਸ ਜਿਹੜਾ ਇੱਕ ਦੇਸ਼ ਸੀਗਾ, ਪ੍ਰਭੂ ਨੂੰ ਬਚਾਉਣਾ ਚਾਹੁੰਦਾ ਸੀਗਾ। ਪਰਮੇਸ਼ਰ ਨੇ ਕਿਹਾ ਨੀਨੀਵੇਸ ਨੂੰ ਜਾਣਾ, ਲੇਕਿਨ ਨੀਨੀਵੇ ਵਾਲੇ ਦਾ ਦੁਸ਼ਮਣ ਸੀਗੇ ਜੂਦੀ ਲੋਕਾਂ ਦੇ। ਤੇ ਇਹ ਵੀ ਸੋਚਦਾ ਸੀਗਾ ਵੀ ਹਾਂ ਮੈਂ ਨੀਨੀਵੇਸ ਕੋਲ ਜਾਊਂ, ਨੀਨੀਵੇਸ ਨੂੰ ਜਾ ਕੇ ਮੈਂ ਸੁਨੇਹਾ ਕਾਹ ਤੋਂ ਦਊਂ ਵੀ 40 ਦਿਨਾਂ ਦੇ ਵਿੱਚ ਅੱਗ ਡਿੱਗੇਗੀ, ਤੁਸੀਂ ਭਸਮ ਹੋ ਜਾਓਗੇ। ਚੱਕ ਕੇ ਦੂਸਰੀ ਵਾਰ ਜਦੋਂ ਆਵਾਜ਼ ਆਈ, ਹਾਂ ਪ੍ਰਭੂ ਮੈਂ ਚੱਲਿਆ, ਮੈਂ ਟਿਕਟ ਲੈਣ ਚੱਲਿਆ। ਉਹ ਟਿਕਟ ਲੈਂਦਾ ਉਹ ਟਿਕਟ ਕਿਸੇ ਹੋਰ ਪਾਸੇ ਦੀ ਉਹ ਲੈ ਬੈਠਿਆ। ਜਾਣਾ ਤਾਂ ਬਠਿੰਡਾ ਸੀ, ਟਿਕਟ ਮੁੱਲਾਂਪੁਰ ਦੀ ਉਹ ਲੈ ਲਿਆ ਤੇ ਚੜ ਗਿਆ ਉਹ ਪਾਣੀ ਦੇ ਜਹਾਜ਼ ਦੇ ਵਿੱਚ। ਗਾਹਾਂ ਕੀ ਹੋਇਆ ਕੀ ਨਹੀਂ ਤੁਹਾਨੂੰ ਪਤਾ ਹੈ ਸਾਰੀ ਸਟੋਰੀ, ਲੇਕਿਨ ਦੇਖਣ ਵਾਲੀ ਗੱਲ ਇਹ ਹੈ ਦੂਸਰੀ ਵਾਰ ਫਿਰ ਪਰਮੇਸ਼ਵਰ ਦੀ ਆਵਾਜ਼ ਆਈ ਨਹੀਂ। ਪ੍ਰਭੂ ਨੇ ਕਿਹਾ ਮੈਂ ਇੱਕ ਵਾਰ ਪੁਕਾਰਿਆ ਤੂੰ ਜਵਾਬ ਨਹੀਂ ਦਿੱਤਾ, ਓਕੇ ਮੈਂ ਕਿਸੇ ਹੋਰ ਨੂੰ ਭਾਲਦਾ। ਦੂਜੀ ਵਾਰ ਫਿਰ, ਤੀਜੀ ਵਾਰ ਫਿਰ। ਪਰਮੇਸ਼ਰ ਹਮੇਸ਼ਾ ਇੱਕ ਹੋਰ ਮੌਕਾ ਦਿੰਦਾ ਹੈ। ਸੋ ਕਿਸੇ ਨੇ ਕਿਹਾ ਜਦ ਤੱਕ ਜਾਨ ਆ ਨਾ ਤੁਹਾਡੇ ਵਿੱਚ, ਪਰਮੇਸ਼ਰ ਤੁਹਾਨੂੰ ਮੌਕੇ ਦਿੰਦਾ ਰਹੇਗਾ, ਲੇਕਿਨ ਇੱਕ ਮੇਕ ਸ਼ੋਰ ਕਰ ਲਓ ਕਿ ਜਦ ਤੱਕ ਜਾਨ ਆ ਤੁਸੀਂ ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਹਵਾਲੇ ਕਰ ਦਿਓ। ਜਦ ਤੱਕ ਜਾਨ ਆ ਤੁਹਾਡਾ ਦਿਲ ਬਦਲ ਜਾਵੇ, ਜਦ ਤੱਕ ਜਾਨ ਆ ਤੁਹਾਡੀ ਰੂਹ ਬਦਲ ਜਾਵੇ। ਇੰਜ ਨਾ ਹੋਵੇ ਕਿ ਜਾਨ ਚਲੀ ਜਾਵੇ, ਦੈਨ ਇਟਸ ਗੋਇੰਗ ਟੂ ਬੀ ਟੂ ਲੇਟ। ਜਿਵੇਂ ਕੈਨੇਡਾ ਵਿੱਚ ਕਹਿੰਦੇ ਨੇ ਨਾ, ਟੂ ਲੇਟ। ਪੰਜਾਬੀ ਆਪਣੇ ਆ ਕੇ ਇੰਡੀਆ ਤੋਂ ਨਵੇਂ ਟੂ ਲੇਟ ਹੋ ਗਿਆ ਜੀ, ਟੂ ਲੇਟ ਹੋ ਗਿਆ, ਤਾਂ ਟੂ ਲੇਟ ਹੋ ਗਿਆ ਜੀ, ਹੁਣ ਨਹੀਂ ਗੱਲ ਬਣੀ ਜੀ, ਟੂ ਲੇਟ ਹੋ ਗਿਆ। ਐ ਨਾ ਹੋਵੇ ਕਿ ਤੁਹਾਡੇ ਵਾਸਤੇ ਵੀ ਟੂ ਲੇਟ ਹੋ ਜਾਵੇ। ਪਹਿਲਾਂ ਹੀ ਆਪਣੇ ਦਿਲ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਰੱਖ ਲਈਏ, ਆਪਣੇ ਮਨ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਰੱਖ ਲਈਏ ਤੇ ਪਰਮੇਸ਼ਰ ਕਿਰਪਾ ਕਰੇ। ਤਾਂ ਹੀ ਆਓ ਸਭ ਦੀ ਕਿਰਪਾ ਕਰੀਏ, ਆਓ ਮਰਸੀ ਕਰੀਏ ਸਭ ਦੇ ਨਾਲ, ਆਓ ਸਭ ਦੇ ਨਾਲ ਤਰਸ ਕਰੀਏ ਤਾਂ ਕਿ ਸਾਡੇ ਤੇ ਵੀ ਤਰਸ ਕੀਤਾ ਜਾਵੇ। ਤੇ ਜਿਸ ਦਿਨ ਪਰਮੇਸ਼ਰ ਦਾ ਤਰਸ ਤੁਹਾਡੇ ਤੇ ਹੋ ਗਿਆ ਨਾ, ਸਮਝੋ ਕਿ ਸਾਰੇ ਕੰਮ ਹੋ ਗਏ। ਪ੍ਰਭੂ ਦਾ ਧੰਨਵਾਦ ਕਰਦੇ ਹੈ। ਸੋ ਧਾਰਮਿਕ ਜਿਹੜੇ ਲੋਕ ਹੈਗੇ ਨੇ ਪਹਿਲਾਂ ਬਾਹਰੋਂ ਬਦਲਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਅੰਦਰੋਂ ਕਦੇ ਕੋਈ ਬਦਲਦਾ ਦੇਖਿਆ ਤਾਂ ਨਹੀਂ। ਲੇਕਿਨ ਪ੍ਰਭੂ ਯਿਸੂ ਮਸੀਹ ਜਿਹੜੇ ਲੋਕ ਨੇ ਪਹਿਲਾਂ ਅੰਦਰੋਂ ਬਦਲਦੇ ਨੇ, ਅੰਦਰੋਂ ਬਦਲਨੇ ਤੇ ਫਿਰ ਅੰਦਰ ਦਾ ਜਿਹੜਾ ਬਦਲਾਅ ਬਾਹਰ ਨਜ਼ਰ ਆਉਂਦਾ ਹੈ। ਇਹਦਾ ਹੀ ਜ਼ਿਕਰ ਹੋਇਆ ਹੈਗਾ ਆਪਣੇ 6ਵੇਂ ਪੁਆਇੰਟ ਦੇ ਵਿੱਚ, ਜਿੱਥੇ ਲਿਖਿਆ ਬਲੈਸਡ ਆਰ ਦਾ ਪਿਓਰ ਇਨ ਹਾਰਟ ਫॉर ਦੇ ਵਿਲ ਸੀ ਗॉड। ਧੰਨ ਨੇ ਉਹ ਜਿਹੜੇ ਮਨ ਦੇ ਪਵਿੱਤਰ ਨੇ। ਕਈ ਵਾਰ ਆਪਾਂ ਮਨ ਸੋਚ ਲੈਂਦੇ ਹਾਂ ਇੱਥੇ ਇਸ ਮਨ ਦੀ ਗੱਲ ਹੋ ਰਹੀ ਹੈ ਕਿ ਮਾਈਂਡ ਦੀ ਨਹੀਂ, ਇਹ ਸਪਿਰਿਚੁਅਲ ਹਾਰਟ ਆ। ਇਹ ਇਨਸਾਨ ਦਾ ਸਭ ਤੋਂ ਵਿਚਕਾਰ ਵਾਲਾ ਪਾਰਟ ਆ, ਜਿਹਦੇ ਵਿੱਚ ਸੋਚਾਂ ਚੱਲਦੀਆਂ ਨੇ, ਰੂਹ ਵਾਲਾ ਪਾਰਟ ਆ। ਧੰਨ ਨੇ ਉਹ ਜਿਹੜੇ ਮਨ ਦੇ ਪਵਿੱਤਰ ਨੇ, ਕਿਉਂਕਿ ਉਹ ਰੱਬ ਨੂੰ ਦੇਖਣਗੇ, ਰੱਬ ਦੇ ਦਰਸ਼ਨ ਕਰਨਗੇ। ਮਨ ਦੇ ਪਵਿੱਤਰ, ਇਨਸਾਨ ਦਾ ਦਿਲ ਪਵਿੱਤਰ ਜਿਹੜਾ ਹੈਗਾ ਆ,
ਉਹ ਪ੍ਰਭੂ ਦੇ ਪੈਣੋਂ ਬਾਹਰੋਂ ਧੋ ਕੇ ਕੱਪੜੇ ਧੋ ਕੇ ਜਾਂ ਸਿਰ ਧੋ ਕੇ ਜਾਂ ਮੂੰਹ ਧੋ ਕੇ ਹੱਥ ਪੈਰ ਧੋ ਕੇ ਨਹਾ ਕੇ ਇਸ਼ਨਾਨ ਕਰਕੇ ਧਾਰਮਿਕ ਦਰਿਆਵਾਂ ਦੇ ਵਿੱਚ ਇਨਸਾਨ ਪਵਿੱਤਰ ਨਹੀਂ ਹੁੰਦਾ। ਇਨਸਾਨ ਨੂੰ ਪਵਿੱਤਰ ਸਿਰਫ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਕਰ ਸਕਦਾ, ਉਹਦੀ ਹਜ਼ੂਰੀ ਕਰ ਸਕਦੀ ਹੈ, ਉਹਦਾ ਸ਼ਬਦ ਕਰ ਸਕਦਾ। ਤੇ ਵਚਨ ਕਹਿੰਦਾ, ਪ੍ਰਭੂ ਨੇ ਸਿਖਾਇਆ ਸੀਗਾ ਕਿ ਇਨਸਾਨ ਦੇ ਵਿੱਚੋਂ ਜੋ ਉਹਦੇ ਮੂੰਹ ਦੇ ਵਿੱਚੋਂ ਬਾਹਰ ਨਿਕਲਦਾ ਉਹੀ ਇਨਸਾਨ ਨੂੰ ਭ੍ਰਿਸ਼ਟ ਕਰਦਾ। ਤੇ ਜਿਹੜਾ ਮੂੰਹ ਚੋਂ ਬਾਹਰ ਨਿਕਲ ਰਿਹਾ ਕਿੱਥੋਂ ਆ ਰਿਹਾ? ਅੰਦਰੋਂ ਆ ਰਿਹਾ। ਇਹਦਾ ਮਤਲਬ ਪਹਿਲਾਂ ਇਨਸਾਨ ਅੰਦਰੋਂ ਪਵਿੱਤਰ ਹੋਵੇ, ਪ੍ਰਭੂ ਯਿਸੂ ਨੂੰ ਆਪਣਾ ਦਿਲ ਸਵੀਕਾਰ ਕਰਕੇ, ਤੇ ਫਿਰ ਹੌਲੀ ਹੌਲੀ ਅੰਦਰੋਂ ਹੀ ਬਾਹਰ ਉਹ ਪਵਿੱਤਰਤਾ ਫਲੋ ਹੋਏਗੀ ਤੇ ਉਹ ਤਿਆਰ ਹੋ ਜਾਏਗਾ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਵਾਸਤੇ। ਆਮੀਨ। ਸੋਚੋ ਤੁਸੀਂ ਆਪੇ, ਇੱਕ ਐਸੇ ਨੂਰਾਨੀ ਚਿਹਰਾ ਪਰਮੇਸ਼ਰ ਦਾ, ਇੱਕ ਐਸਾ ਗਲੋਰੀਅਸ ਪਰਮੇਸ਼ਰ ਆਪਣਾ, ਸਵਰਗੀ ਪਿਤਾ ਇੰਨਾ ਮਹਾਨ, ਕੀ ਉਹ ਆਪਣਾ ਆਪ ਰਿਵੀਲ ਨਹੀਂ ਕਰੇਗਾ ਆਪਣੇ ਜਾਣਵਾਨ ਵਾਲਿਆਂ ਨੂੰ? ਇੱਕ ਸੋਹਣੀ ਦੁਲਹਨ ਵੀ ਮੂੰਹ ਦਿਖਾਈ ਤੇ ਆਪਣਾ ਚਿਹਰਾ ਰਿਵੀਲ ਕਰ ਦਿੰਦੀ ਆ ਉਹਨਾਂ ਨੂੰ ਜਿਹੜੇ ਉਹਨੂੰ ਚਾਹੁੰਦੇ ਨੇ, ਜਿਹੜੇ ਉਹਨੂੰ ਪਸੰਦ ਕਰਦੇ ਨੇ, ਜਿਹੜੇ ਉਹਨੂੰ ਪਿਆਰ ਕਰਦੇ ਨੇ। ਤਾਂ ਹੀ ਇਹ ਰਸਮ ਰੱਖੀ ਹੋਈ ਹੈ ਮੂੰਹ ਦਿਖਾਈ ਦੀ, ਦੇਖਣ ਆਉਂਦੇ ਨੇ ਬਹੂ ਨੂੰ, ਕੁੜੀ ਦੇਖਣ ਆਉਣਾ ਜੀ ਉਹਨਾਂ ਨੂੰ, ਘੂੰਘਟ ਪਾ ਕੇ ਆਉਂਦੀ ਹੈ, ਘੂੰਘਟ ਉਠਾ ਕੇ, ਤੇ ਫਿਰ ਉਹ ਮੂੰਹ ਦਿਖਾਈ ਦੇ ਪਤਾ ਨਹੀਂ ਕਿੰਨੇ ਲੈ ਲੈਂਦੀ ਹੈ ਪੈਸੇ। हर खूबसूरत चीज़ चाहेगी कि उनको देख सके, कि रब नहीं चाहेगा कि उनको देख सके। यह वचन क्लीयर किया गया है। लेकिन रब उन्होंने दिखाएगा अपना चेहरा जिहड़े दिल दे पवित्र ने। कोशिश करिए, धन नहीं हो जे लिखिया ना, जे लिखिया गॉड इज नॉट ए हिपोक्रेट गॉड। ऐने भी लिख देने उन्होंने होना कितने, होना कितने आ, लिख देने होना तो है नहीं, डोंट वरी अबाउट, लिख दो। पुराने नेम च तो नहीं लिखिया गई गल्लां, पुराने नेम च तो नहीं किया गया कि अपने दुश्मन को माफ़ करो, क्योंकि उदों दुश्मन माफ़ नहीं कर सकते थे। क्यों? क्योंकि ये सुपरनैचुरल तरीके नाल ही हो सकता है, रब की रूह ही करा सकती है। रब की रूह उन्होंने मिली नहीं सी, तां ही कदे नहीं लिखा गया पुराने नेम च कि दुश्मन को माफ़ करो। आ लिखा गया दंद कढ़ दो, अख के बदले अख, ते दंद के बदले दंद, याद। लेकिन नवे नेम दे विच प्रभु कहता अपने दुश्मन को माफ़ करो। रियली किदा पाकरू मिल गया ना आपां, पाकरू देता हूँ परमेश्वर ने, पवित्र आत्मा देता हूँ परमेश्वर ने, ऐसी शक्ति देते परमेश्वर ने अपने विच देने वाला, आप माफ़ कर सकते हैं, दुश्मन माफ़ कर सकते हैं, दुश्मन की प्रेयर करो। ये मतलब आ बच्चे लिखा है, ब्लेस्ड आर द प्योर इन हार्ट फॉर दे विल सी गॉड। जो लिखा है ना, हो सकता है, हो सकता है। आओ प्रभु ने कहे कि प्रभु जी सारे दिलों को पवित्र कर दें। पास्टर जी कितना हो सकता? पास्टर जी तुसी नहीं जानते, पास्टर जी तुसी नहीं जानते, थोनों नहीं पता प्रभु जी मैं बहुत ही गंदा इंसान हाँ, बहुत ही गंदा इंसान हाँ। पास्टर जी थोनों नहीं पता मैं बहुत गंदियां सोचां आ जांदियां ने मैनूं कई बार। पास्टर जी मैं छोटियां दे लाभ देना हुंदा, जड़ देना हुंदा 2-4। वो दाऊद नूं देखो जिन्हें एक बंदा मरवाता सी, ਉਹਦੀ औरत नाल गलत काम कीता सी, ਉਹਨੂੰ ਐਡਲਟਰ ਕਿਹਾ ਜਾਂਦਾ ਹੈ, ਐਡਲਟਰੀ ਕਮਿਟ ਕੀਤੀ ਸੀ ਦਾਊਦ ਨੇ। ਹੀ ਵਾਜ਼ ਅ ਮਰਡਰਰ, ਹੀ ਵਾਜ਼ ਐਡਲਟਰਸ। लेकिन फिर भी परमेश्वर ने ਉਹਦਾ ਦਿਲ ऐसे बदलता कि अंत ਵਿੱਚ ਜਾ ਕੇ ਵਚਨ ਕਹਿੰਦਾ ਆ ਕਿ ਦਾਊਦ ਦਾ ਕੈਸਾ ਦਿਲ ਸੀ ਜਿਸ ਤਰ੍ਹਾਂ ਪਰਮੇਸ਼ਰ ਦਾ ਦਿਲ ਹੋਵੇ। ਮੂਸਾ ਨੂੰ ਦੇਖ ਲਓ, ਤੁਹਾਨੂੰ ਪਤਾ ਕਿ ਮੂਸਾ ਨੇ ਵੀ ਇੱਕ ਬੰਦੇ ਦਾ ਕਲਿਆਣ ਕਰਤਾ ਸੀ, ਖਤਮ ਕਰਤਾ ਸੀ ਇੱਕ ਬੰਦੇ ਨੂੰ, ਮਾਰਤਾ ਸੀ ਇੱਕ ਬੰਦੇ ਨੂੰ। खूनी सीगा, भज्जा सी खून करके भज्जा कहा, रब मिल गया हूं। रब ने ऐसा चेंज किया उस बंदे नूं, ऐसा चेंज किया उन्होंने कि सारी कौम नूं बचा लिया ਉਹਦੇ ਥਾਈਂ ਦੀ। मूसा ਨੂੰ ਛੱਡੋ, ਤੁਸੀਂ ਪੌਲੂਸ ਨੂੰ ਦੇਖ ਲਓ। ਪੌਲੂਸ ਨੇ ਪਤਾ ਨਹੀਂ ਕਿੰਨੇ ਵਿਸ਼ਵਾਸੀ ਕ੍ਰਿਸਚੀਅਨਸ ਮਸੀਹਾਂ ਨੂੰ ਪਹੁੰਚਾਇਆ ਸੀ ਉੱਥੇ, ਉਹਨਾਂ ਨੂੰ ਉੱਤੇ ਅਤਿਆਚਾਰ ਕਰ ਕਰਕੇ। ਹੁਣ ਪ੍ਰਭੂ ਨੇ ਖੁਦ ਹੀ ਦਰਸ਼ਨ ਦੇ ਦਿੱਤੇ ਉਹਨੂੰ। ਦੇਖੋ ਤੁਸੀਂ ਦਿਲ ਦਾ ਜੋ ਕਰ ਰਿਹਾ ਸੀ, ਦਿਲੋਂ ਕਰ ਰਿਹਾ ਸੀ, ਦਿਲ ਦਾ ਉਹ ਪਵਿੱਤਰ ਸੀਗਾ। ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਵੀ ਇਹ ਕੰਮ ਕਰ ਸਕਦਾ ਹੈ। ਆ ਨਾ ਸੋਚੋ ਕਿ ਪਰਮੇਸ਼ਰ ਨੇ ਕੰਮ ਜਿਹੜੇ ਨੇ ਤਾਂ ਬਹੁਤ ਖਾਸ ਇਨਸਾਨਾਂ ਦੇ ਲਈ ਕਰਨੇ ਨੇ, ਨਹੀਂ, ਖਾਸ ਇਨਸਾਨਾਂ ਲਈ ਨਹੀਂ ਕਰਨੇ,
ਤੁਹਾਡੇ ਤੇ ਮੇਰੇ ਵਰਗੇ ਸਿੰਪਲ ਸਿੱਧੇ ਸਾਦੇ ਬੰਦੇ ਵਾਲੀ ਕਰਨੇ ਨੇ, ਕਿਉਂਕਿ ਵਚਨ 'ਚ ਕਰਦਾ ਰਿਹਾ ਆ, ਉਹ ਤੁਹਾਡੇ ਵਾਸਤੇ ਵੀ ਕਰੇਗਾ। ਧਨ ਨੇ ਉਹ ਜੋ ਦਿਲ ਦੇ ਪਵਿੱਤਰ ਨੇ, ਕਿਉਂਕਿ ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ। ਪਹਿਲਾਂ ਅੰਦਰੋਂ ਪਵਿੱਤਰਤਾ ਹੋਏਗੀ, ਫਿਰ ਉਹ ਪਵਿੱਤਰਤਾ ਦਾ ਚਾਨਣ ਬਾਹਰ ਨਜ਼ਰ ਆਵੇਗਾ। ਇਹ ਪਰਮੇਸ਼ਰ ਦਾ ਰਾਜ ਹੈ। 7ਵੇਂ ਨੰਬਰ ਤੇ ਪ੍ਰਾਪਤ ਨੂੰ ਲਿਖਿਆ ਆ, ਬਲੈਸਡ ਆਰ ਦਾ ਪੀਸ ਮੇਕਰਸ ਫॉर ਦੇ ਵਿਲ ਬੀ ਕਾਲਡ ਸਨਸ ਆਫ ਗॉड। ਧਨ ਨੇ ਉਹ ਜੋ ਸੁਲ੍ਹਾ ਕਰਾਉਂਦੇ ਨੇ, ਕਿਉਂਕਿ ਉਹ ਪਰਮੇਸ਼ਰ ਦੇ ਪੁੱਤਰ ਕਹਿਲਾਏ ਜਾਣਗੇ। ਸਭ ਤੋਂ ਪਹਿਲੇ ਨੰਬਰ ਤੇ ਸੁਪਰੀਮ ਸਲਾਹਕਾਰ, ਸੁਪਰੀਮ ਪੀਸ ਮੇਕਰ ਖੁਦ ਪ੍ਰਭੂ ਯਿਸੂ ਮਸੀਹ ਨੇ, ਜੋ ਇਸ ਦੁਨੀਆ ਦੇ ਵਿੱਚ ਆਏ ਤੇ ਉਹਨੂੰ ਪਰਮੇਸ਼ਰ ਦਾ ਪੁੱਤਰ ਕਹਿਲਾਇਆ ਗਿਆ ਸੀਗਾ। ਤੇ ਉਹ ਇਸ ਧਰਤੀ ਤੇ ਆਏ ਇਨਸਾਨ ਤੇ ਰੱਬ ਦੇ ਨਾਲ ਸੁਲ੍ਹਾ ਕਰਾਉਣ ਵਾਸਤੇ, ਇਨਸਾਨ ਤੇ ਰੱਬ ਦੇ ਨਾਲ ਸੁਲ੍ਹਾ ਕਰਾਉਣ ਵਾਸਤੇ। ਜਿਹੜੇ ਸੁਲ੍ਹਾ ਕਰਾਉਂਦੇ ਨੇ ਨਾ ਇੱਕ ਦੂਜੇ ਦੇ ਵਿੱਚ, ਹਾਂ, ਉਹ ਪਰਮੇਸ਼ਰ ਦੇ ਪੁੱਤਰ ਕਹਿਲਾਏ ਜਾਣਗੇ। ਤੇ ਜਿਹੜਾ ਪਰਮੇਸ਼ਰ ਦਾ ਪੁੱਤਰ ਕਹਿਲਾਇਆ ਜਾਏਗਾ, ਇਹਦਾ ਮਤਲਬ ਪਰਮੇਸ਼ਰ ਦੇ ਪੁੱਤਰ ਦੀ ਅਥਾਰਟੀ ਵੀ ਉੱਤੇ ਆ, ਪਰਮੇਸ਼ਰ ਦੇ ਪੁੱਤਰ ਦੀ ਪਾਵਰ ਵੀ ਉੱਤੇ ਆ, ਪਰਮੇਸ਼ਰ ਦੇ ਪੁੱਤਰ ਦੀ ਅਨੌਂਟਿੰਗ ਮੇਰੇ ਉੱਤੇ ਆ। ਤੇ ਪਰਮੇਸ਼ਰ ਨੂੰ ਇਸਤੇਮਾਲ ਕਰੇਗਾ ਆਪਣੀ ਮਹਿਮਾ ਦੇ ਵਾਸਤੇ ਦੱਬ ਕੇ। ਕਿ ਚਾਹੋਗੇ ਤੁਸੀਂ ਇਹ ਅਨੌਂਟਿੰਗ ਨੂੰ ਲੈਣਾ, ਕਿ ਚਾਹੋਗੇ ਤੁਸੀਂ ਇਸ ਅਧਿਕਾਰ ਨੂੰ ਲੈਣਾ, ਕਿ ਚਾਹੋਗੇ ਤੁਸੀਂ ਇਸ ਪਾਵਰ ਨੂੰ ਲੈਣਾ, ਹਾਂਜੀ ਬਸ ਜੀ ਚਾਹਾਂਗੇ ਇਸ ਅਥਾਰਟੀ ਨੂੰ ਲੈਣਾ। ਕੰਡੀਸ਼ਨ ਕੀ ਹੈ? ਬਲੈਸਡ ਆਰ ਦੋਜ਼ ਹੂ ਆਰ ਪੀਸ ਮੇਕਰਸ। ਜਦੋਂ ਤੁਹਾਨੂੰ ਨਜ਼ਰ ਆਉਂਦਾ ਕਿਸੇ ਪਾਸੇ ਦੋ ਬੱਚਿਆਂ ਦੇ ਵਿੱਚ ਅਣਬਣ ਹੋ ਗਈ, ਤੁਸੀਂ ਕੀ ਕਹਿੰਦੇ ਹੋ ਕਿ ਜਾ ਕੇ ਇਹਦੇ ਕੋਈ ਨਹੀਂ ਲੈ ਕੁੜੀਏ ਵੀਰਾ ਤੇਰਾ ਮਾਫ ਕਰ ਦੇ ਉਹਨੂੰ, ਕੋਈ ਗੱਲ ਨਹੀਂ ਹੈ। ਵੀਰੇ ਨੂੰ ਜਾ ਕੇ ਕੀ ਕਹਿੰਦੇ ਹੋ ਤੁਸੀਂ? ਹਾਂ ਵੀਰੇ ਛੋਟੀ ਭੈਣ ਆ ਤੇਰੀ, ਕੀ ਗੱਲ ਆ ਹੈ, ਜਾਂ ਵੱਡੀ ਭੈਣ ਆ ਤੈਨੂੰ ਕੁਝ ਵੀ ਕਹਿ ਸਕਦੀ ਹੈ, ਮਾਫ ਕਰ ਦੇ, ਐਵੇਂ ਦਿਲ ਨੂੰ ਲਈ ਬੈਠਾ ਆ, ਹੈ ਰੋਟੀ ਨਹੀਂ ਖਾਧੀ 2 ਦਿਨ। ਪੀਸ ਮੇਕਰ। ਪਰਿਵਾਰ ਦੇ ਵਿੱਚ ਜਾ ਕੇ ਪੀਸ ਮੇਕਰ ਹੈ। ਫਿਰ ਕੀ ਹੋ ਗਿਆ ਜੀ, ਇਹ ਕਹਿ ਦਿੱਤਾ ਲੈ, ਫਿਰ ਕੀ ਹੋ ਗਿਆ, ਇਹ ਪਿਆਰ ਨਾਲ ਲਾ ਦਿੱਤੀਆਂ 2-4 ਜੜ ਦਿੱਤੀਆਂ, ਫਿਰ ਕੀ ਹੋਇਆ? ਹੈ ਤਾਂ ਤੇਰੀ ਮਾਂ ਹੀ, ਹੈ ਤਾਂ ਤੇਰਾ ਪਿਓ ਹੀ, ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ ਜੇ ਬੋਲ ਦਿੱਤਾ ਤੈਨੂੰ ਥੋੜਾ ਜਿਹਾ, ਫਿਰ ਕੀ ਹੋਇਆ? ਗੁੱਸੇ ਦੇ ਵਿੱਚ ਜੇ ਕੁਝ ਗਲਤ ਕੰਮ ਕਰ ਦਿੱਤਾ, ਮਾਫ ਕਰ ਦੇ, ਹੁਣ ਨਹੀਂ ਕਹਿੰਦਾ ਕਰਦਾ ਮੁੜ ਕੇ। ਕੀ ਤੁਸੀਂ ਪੀਸ ਮੇਕਰ ਹੋ? ਇੱਕ ਦੂਜੇ ਦੇ ਵਿੱਚ ਸੁਲ੍ਹਾ ਕਰਾਉਣ ਵਾਲੇ, ਜਾਂ ਇੱਕ ਦੂਜੇ ਦੇ ਵਿੱਚ ਅੱਗ ਲਾਉਣ ਵਾਲੇ? ਕਿਸੇ ਨੇ ਕਿਹਾ ਜੋਕਸ ਨਾਲ ਲੱਗਿਆ। ਕਿਸੇ ਨੇ ਕਿਹਾ ਵੀ ਜਿਹੜੇ ਫਾਇਰਮੈਨ ਹੁੰਦੇ ਨੇ, ਫਾਇਰ ਬ੍ਰਿਗੇਡ ਵਾਲੇ ਹੁੰਦੇ ਨੇ, ਉਹ ਜਿਹੜੇ ਅੱਗ ਬੁਝਾਉਣ ਵਾਸਤੇ ਫਾਇਰ ਵਾਲੀ ਆਉਂਦੀ ਹੈਗੀ ਆ, ਫਾਇਰ ਟਰੱਕ ਆਉਂਦਾ ਆ, ਉਹਦੇ ਵਿੱਚ ਆਮ ਤੌਰ 'ਤੇ ਆਦਮੀ ਹੀ ਕੰਮ ਕਰਦੇ ਨੇ, ਔਰਤ ਕੋਈ ਕੰਮ ਨਹੀਂ ਕਰਦੀ। ਕਹਿੰਦੇ ਨੇ ਕਿਉਂ? ਕਿਉਂਕਿ ਕਹਿੰਦੇ ਵੀ ਔਰਤਾਂ ਜਿਹੜੀਆਂ ਨੇ ਆਮ ਤੌਰ 'ਤੇ ਅੱਗ ਜਲਾਉਣ ਵਾਸਤੇ ਆਉਂਦੀਆਂ ਨੇ, ਬੁਝਾਉਣ ਵਾਸਤੇ ਨਹੀਂ। ਲੇਕਿਨ ਮੈਨੂੰ ਆਪਾਂ ਨੂੰ ਪਤਾ ਹੈ ਕਿ ਬਾਹਰ ਹੋ ਸਕਦਾ, ਲੇਕਿਨ ਜਿਹੜੇ ਪ੍ਰਭੂ ਦੇ ਵਿੱਚ ਭੈਣਾਂ ਨੇ ਆਪਣੀਆਂ, ਪ੍ਰਭੂ ਦੇ ਵਿੱਚ ਜਿਹੜੇ ਲੋਕ ਨੇ, ਭੈਣਾਂ ਦੇ ਵਿੱਚ ਜਾਂ ਬੇਟੀਆਂ ਦੇ ਵਿੱਚ ਜਿਹੜੀ ਪਰਮੇਸ਼ਰ ਦੀ ਰੂਹ ਆ ਜਾਂਦੀ ਆ, ਤਾਂ ਉਹ ਵੀ ਪੀਸ ਮੇਕਰ ਬਣ ਜਾਂਦੀਆਂ ਨੇ। ਸੋ ਜਾਣੀ ਕਿ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਜਿੰਨੇ ਵੀ ਇਹ ਭਰਾ ਤੇ ਭੈਣ ਆਪਣੇ ਚਰਚ ਦੇ ਵਿੱਚ ਆਉਂਦੇ ਨੇ, ਮੇਰਾ ਖਿਆਲ ਹੈ ਕਿ ਤਕਰੀਬਨ ਸਾਰੇ ਪੀਸ ਮੇਕਰ ਨੇ। ਅੱਗ ਬੁਝਾਉਣ ਵਾਲੇ ਹੀ ਨੇ ਸਾਰੇ, ਅੱਗ ਲਾਉਣ ਵਾਲਾ ਕੋਈ ਨਹੀਂ ਗਾ। ਕਿਉਂ? ਕਿਉਂਕਿ ਪਰਮੇਸ਼ਰ ਦੀ ਬਰਕਤ ਹੈ, ਪਰਮੇਸ਼ਰ ਦਾ ਆਸ਼ੀਰਵਾਦ ਹੈ। ਇਸ ਰਾਜ ਦੇ ਵਿੱਚ ਜਾਣ ਦੇ ਵਾਸਤੇ, ਪਰਮੇਸ਼ਰ ਦੀ ਕਿੰਗਡਮ ਆਫ ਹੈਵਨ ਦੇ ਜਾਣ ਦੇ ਵਾਸਤੇ ਲਿਖਿਆ, ਬਲੈਸਡ ਆਰ ਦੋਜ਼ ਹੂ ਆਰ ਪੀਸ ਮੇਕਰ। ਹਮੇਸ਼ਾ ਸੁਲ੍ਹਾ ਕਰ, ਕੋਈ ਵੀ ਤੁਹਾਡੇ ਨਾਲ ਗੱਲ ਕਰਦਾ, ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕਰੋ। ਲੈ ਮਾਫ ਕਰ ਦੇ, ਕੋਈ ਗੱਲ ਨਹੀਂ, ਗਲਤੀ ਹੋ ਗਈ, ਗੱਲ ਨਹੀਂ, ਆਓ ਬੇਟਾ, ਜਬ ਵੀ ਆਓ ਗੱਲ ਠੀਕ ਹੈ। ਹਮੇਸ਼ਾ ਪੀਸ ਮੇਕਰ ਬਣਨਾ ਆ। ਇੱਕ ਦੂਜੇ ਦੀ ਸਲਾਹ ਕਰਾਂਦੀ ਰਹਿਣੀ ਹੈ, ਇੱਕ ਦੂਜੇ ਦੀ ਮਦਦ ਕਰਨੀ ਹੈ, ਤਾਂ ਕਿ ਸਾਰਿਆਂ ਦੇ ਵਿੱਚ ਸੁਲ੍ਹਾ। ਸੋ ਜੋ ਬੀਜਾਂਗੇ ਉਹ ਕੱਟਾਂਗੇ ਵੀ ਆਪਾਂ ਪ੍ਰਾਪਤ ਕਰਾਂਗੇ, ਜਾਂ ਆਪਣੇ ਨਾਲ ਵੀ ਇੰਝ ਹੀ ਹੋ ਜਾਏਗਾ। ਪ੍ਰਭੂ ਦਾ ਧੰਨਵਾਦ ਕਰਦੇ ਹੈਗੇ। ਸੋ ਮੇਰਾ ਖਿਆਲ, ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਨਾ 30-35 ਸਾਲਾਂ ਦੇ ਵਿੱਚ, ਪਤਾ ਨਹੀਂ ਕਿੰਨੇ ਪਰਿਵਾਰ, ਪਤਾ ਨਹੀਂ ਕਿੰਨੇ ਜੋੜੇ, ਪਤਾ ਨਹੀਂ ਕਿੰਨੇ ਲੋਕ ਜਿਨ੍ਹਾਂ ਦੇ ਵਿੱਚ ਮੈਂ ਸੁਲ੍ਹਾ ਕਰਾਈ ਹੋਵੇ। ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਵਿੱਤਰ ਆਤਮਾ ਨੇ ਮਦਦ ਕੀਤੀ ਹੈਗੀ ਹੈ ਅਤੇ ਮੈਂ ਉਹ ਕੰਮ ਪੂਰਾ ਕਰ ਸਕਿਆ। ਅਤੇ ਅੱਜ ਵੀ ਉਹਨਾਂ ਪਰਿਵਾਰਾਂ ਨੂੰ ਮੈਂ ਇਕੱਠੇ ਦੇਖਦਾ ਹਾਂ, ਅਤੇ ਅੱਜ ਵੀ ਮੈਂ ਉਹਨਾਂ ਬੱਚਿਆਂ ਨੂੰ ਇਕੱਠੇ ਦੇਖਦਾ ਹਾਂ, ਅਤੇ ਅੱਜ ਵੀ ਮੈਂ ਉਹਨਾਂ ਬਜ਼ੁਰਗਾਂ ਨੂੰ ਇਕੱਠੇ ਦੇਖਦਾ ਹਾਂ, ਅਤੇ ਪਰਮੇਸ਼ਰ ਦਾ ਧੰਨਵਾਦ ਕਰਦਾ ਹੈਗਾ। ਬਹੁਤ ਵੱਡੀ ਬਰਕਤ ਹੈਗੀ। ਉਹ ਪਰਮੇਸ਼ਰ ਦੇ ਪੁੱਤਰ ਕਹਿਲਾਏ ਜਾਂਦੇ ਨੇ। ਪਰਮੇਸ਼ਰ ਦੇ ਪੁੱਤਰ ਦੇ ਗੁਣ, ਉਹਦੀ ਅਥਾਰਟੀ ਆਪਣੇ ਜੀਵਨ ਦੇ ਵਿੱਚ ਆ ਜਾਂਦੀ ਹੈ ਜਦੋਂ ਆਪਾਂ ਅੱਗ ਬੁਝਾਉਣ ਦੇ ਵਿੱਚ ਮਦਦ ਕਰਦੇ ਹਾਂ। ਸੋ ਆਓ ਸਾਰੇ ਮਿਲ ਕੇ ਅੱਗ ਬੁਝਾਉਣ ਦੇ ਵਿੱਚ ਮਦਦ ਕਰੀਏ। ਆਮੇਨ। ਤੇ ਪਰਮੇਸ਼ਰ ਦੀ ਸ਼ਾਂਤੀ ਪ੍ਰੋਕਲੇਮ ਕਰੀਏ ਹਰ ਇੱਕ ਪਰਿਵਾਰ ਦੇ ਵਿੱਚ, ਹਰ ਇੱਕ ਜੀਵਨ ਦੇ ਵਿੱਚ। ਸੋ ਇਹ ਬਹੁਤ ਵੱਡੀ 7ਵੇਂ ਨੰਬਰ 'ਤੇ ਆਪਾਂ ਦੇਖੇ ਗਏ ਹਾਂ, ਬਲੈਸਡ ਆਰ ਦੋਜ਼ ਹੂ ਪੀਸ ਮੇਕਰਸ। 8ਵੇਂ ਨੰਬਰ 'ਤੇ ਦੇਖਾਂਗੇ ਪ੍ਰਾਪਤ ਬਣਾਓ, ਤੇ ਬਲੈਸਡ ਆਰ ਦੋਜ਼ ਹੂ ਆਰ ਪਰਸੀਕਿਊਟਿਡ ਬਿਕਾਜ਼ ਆਫ ਰਾਈਟੀਅਸਨੈਸ। ਪਰਮੇਸ਼ਰ ਦੀ ਰਾਸ਼ਟਰਬਾਜ਼ੀ ਦੇ ਕਾਰਨ ਉਹ ਪਰਸੀਕਿਊਟ ਕੀਤੇ ਜਾ ਰਹੇ ਨੇ।
ਰਾਸ਼ਟਰਵਾਦੀ ਯਾਨੀ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਰਾਜ ਦੇ ਕਾਰਨ, ਕਿਉਂਕਿ ਉਹ ਪਰਮੇਸ਼ਰ ਦੇ ਕਰੀਬ ਜਾਣਾ ਚਾਹੁੰਦੇ ਨੇ। ਉਹਦੇ ਕਰਕੇ ਉਹ ਬੜਾ ਆਇਆ ਤੂੰ ਧਾਰਮਿਕ ਬੰਦਾ ਹੈ, ਆ ਲੈ ਚੱਕ ਘੁੱਟ ਲਾ ਲਾ, ਕੋਈ ਗੱਲ ਨਹੀਂ ਹੈ। ਨਹੀਂ 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 ਜੀ ਸੌਰੀ, ਮੈਂ ਕਿੱਦਾਂ ਨਹੀਂ ਲਾਣੇ ਤੋਂ, ਇੱਥੇ ਬੌਸ ਕੌਣ ਆ? ਚੱਕ ਗਲਾਸ ਹੁਣੇ ਚੱਕ ਖਤਮ ਕਰ। ਨਹੀਂ ਨਹੀਂ ਜੀ ਸੌਰੀ, ਮੈਂ ਜੀ ਨਹੀਂ, ਮੈਂ ਨਹੀਂ ਪੀਂਦਾ ਨਹੀਂ ਜੀ, ਮੈਂ ਪ੍ਰਭੂ 'ਚ ਵਿਸ਼ਵਾਸ ਕਰਦਾ, ਮੈਂ ਪ੍ਰਭੂ ਯਿਸੂ ਵਿਸ਼ਵਾਸ ਕਰਦਾ ਜੀ, ਮੈਂ ਛੱਡ ਦਿੱਤੀ ਹੈਗੀ ਹੈ ਜੀ, ਸੌਰੀ। ਅੱਛਾ ਚੱਕਲਾ ਬਹੁਤ ਬੁਰੀ ਬਸਤਾ, ਚੱਕਲਾ ਆਪਣਾ, ਫਿਰ ਨਿਕਲ ਜਾ ਤੂੰ, ਬਸ ਯੂ ਆਰ ਫਾਇਰ। ਛਾਲ ਮਾਰੋ, ਪ੍ਰਭੂ ਦੇ ਲਲਕਾਰੇ ਮਾਰੋ ਤੇ ਜੈ ਜੈਕਾਰ ਕਰੋ ਪ੍ਰਭੂ ਦੀ, ਕਿਉਂਕਿ ਤੁਸੀਂ ਪਰਮੇਸ਼ਰ ਦੇ ਵਾਸਤੇ, ਪ੍ਰਭੂ ਦੇ ਕੰਮਾਂ ਦੇ ਵਾਸਤੇ, ਪ੍ਰਭੂ ਦੇ ਰਾਜ ਵਾਸਤੇ ਪ੍ਰੋਸੀਕਿਊਟ ਕੀਤੇ ਗਏ ਹੋ। ਤੁਹਾਨੂੰ ਮਾਰਾ ਕਿਹਾ ਗਿਆ ਹੋਵੇ ਪ੍ਰਭੂ ਦੇ ਵਾਸਤੇ, ਤੁਹਾਨੂੰ ਮੰਦਾ ਕਿਹਾ ਗਿਆ ਹੋਵੇ ਰੱਬ ਦੇ ਵਾਸਤੇ, ਤੁਹਾਨੂੰ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਰੱਬ ਦੇ ਵਾਸਤੇ, ਤੁਹਾਡੇ ਉੱਤੇ ਲੋਕ ਮੋਖ ਕੀਤਾ ਹੋਇਆ ਹੋਵੇ, ਉਹਨਾਂ ਨੇ ਤੁਹਾਨੂੰ ਹੱਸੇ ਹੋਣ, ਤੁਹਾਡੇ ਉੱਤੇ ਮਜ਼ਾਕ ਉਡਾਇਆ ਹੋਵੇ ਤੁਹਾਡਾ, ਤੇ ਬਚਨ ਕਹਿੰਦਾ ਆ ਬਲੈਸਡ ਆਰ ਦੋਜ਼ ਹੂ ਆਰ ਪਰਸੀਕਿਊਟਡ ਬਿਕਾਜ਼ ਆਫ ਰਾਈਚਸਨੈਸ। ਅੱਛਾ ਚੱਕ ਲਈ, ਹੋਰ ਕੋਈ ਕੰਮ ਨਹੀਂ? ਕੀ ਨਹੀਂ ਕਰ ਚੱਕਲੀ ਬਾਈਬਲ ਦੁਆਰਾ? ਫਿਰ ਬਸ ਕੰਮ ਕੌਣ ਕਰੂ ਘਰ ਦੇ ਸਾਰੇ? ਕੰਮ ਕੌਣ ਕਰੂ ਇੱਕ ਚੱਕਲੀ ਬਾਈਬਲ ਦੁਆਰਾ? ਫਿਰ ਬੰਦ ਕਰ ਇਹਨੂੰ। ਬਰਕਤ ਲੈ ਲਈ ਤੁਸੀਂ, ਬਰਕਤ ਲੈ ਲਈ, ਪ੍ਰਭੂ ਦੇ ਵਾਸਤੇ ਪਰਸੀਕਿਊਟ ਕੀਤੇ ਗਏ। ਭਾਵੇਂ ਡਾਂਟ ਹੀ ਪੈ ਗਈ ਇੱਕ ਘਰੇ, ਪ੍ਰਭੂ ਦੇ ਵਾਸਤੇ ਪੈ ਗਈ, ਤੁਹਾਨੂੰ ਬਰਕਤ ਮਿਲ ਗਈ। ਬਲੈਸਡ ਆਰ ਦੋਜ਼ ਹੂ ਆਰ ਪਰਸੀਕਿਊਟਡ, ਕਹਿੰਦਾ ਫॉर देयर इज द किंगडम ऑफ हेवन। ਪਰਮੇਸ਼ਰ ਦੇ ਰਾਜ ਦੇ ਵਿੱਚ ਉਹਨਾਂ ਲਈ ਵੀ ਤਾਂ ਹੈ ਪਰਮੇਸ਼ਰ ਦਾ ਰਾਜ। ਮੇਰੇ ਖਿਆਲ ਨਹੀਂ ਕਿ ਕੋਈ ਚੇਲਾ ਜਿਹੜਾ ਪ੍ਰੋਸੀਕਿਊਟ ਨਾ ਕੀਤਾ ਜਾਵੇ। ਅੱਛਾ ਇਹਦਾ ਸੀਗਾ 7ਵਾਂ 8ਵਾਂ। ਹੁਣ ਇੱਕ ਹੋਰ ਦੇਖੋ 9ਵਾਂ ਦੇ ਨਾਲ ਹੀ ਮਿਲਦਾ ਆ, ਹੋਰ ਦੇਖੋ 9ਵਾਂ ਜਿਹੜਾ ਸਿੱਧਾ ਪ੍ਰਭੂ ਦੇ ਨਾਲ ਸੰਬੰਧ ਰੱਖਦਾ, ਯਾਨੀ ਕਿ ਠੀਕ ਹੈ, ਕਹਿੰਦਾ ਬਲੈਸਡ ਆਰ ਦੋਜ਼ ਹੂ ਆਰ ਪਰਸੀਕਿਊਟਡ, ਲਾਰਡ ਇਜ਼ ਸੇਇੰਗ ਬਿਕਾਜ਼ ਆਫ ਮੀ। ਜਿਹੜਾ ਮੇਰੇ ਕਰਕੇ, ਉਹ ਪਹਿਲਾਂ ਤਾਂ ਪੜ੍ਹ ਕੇ ਗਿਆ ਉਹ ਪਰਮੇਸ਼ਰ ਦੇ ਰਾਜ ਕਰਕੇ, ਲੇਕਿਨ ਜਿਹੜਾ ਮੇਰੇ ਕਰਕੇ ਪਰਸੀਕਿਊਟ ਹੁੰਦੇ ਨੇ, ਬਲੈਸ ਵਰਸ 11ਵਾਂ 12ਵਾਂ ਪਹਿਲਾਂ ਪੜ੍ਹ ਕੇ ਗਏ ਹਾਂ, ਜਿਹੜਾ ਮੇਰੇ ਕਰਕੇ ਪਰਸੀਕਿਊਟ ਹੁੰਦੇ ਨੇ, ਬਚਨ ਕਹਿੰਦਾ ਆ, ਬਚਨ ਕਹਿੰਦਾ ਕਿ ਉਹਨਾਂ ਦਾ ਰਿਵਾਰਡ ਸਵਰਗਾਂ ਦੇ ਵਿੱਚ ਬਹੁਤ ਵੱਡਾ ਹੋਵੇਗਾ। ਕਹਿੰਦਾ ਖੁਸ਼ ਹੋਵੋ, ਖੁਸ਼ ਹੋਵੋ ਤੁਸੀਂ, ਨਾਰੇ ਮਾਰੋ। ਬਲੈਸਡ ਆਰ ਯੂ ਵੈਨ ਪੀਪਲ ਇਨਸਲਟ ਯੂ। ਤੁਸੀਂ ਜਦੋਂ ਲੋਕ ਜਿਹੜੇ ਤੁਹਾਨੂੰ ਪਰਸੀਕਿਊਟ ਕਰਦੇ ਨੇ ਫਾਲਸਲੀ, ਤੇ ਕਹਿੰਦੇ ਨੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਤੁਹਾਡੇ ਖਿਲਾਫ, ਪ੍ਰਭੂ ਦਾ ਵਚਨ ਕਹਿੰਦਾ ਆ ਕਿ ਉਦੋਂ ਤੁਸੀਂ ਖੁਸ਼ ਹੋਵੋ, ਤੁਸੀਂ ਰਿਜੁਆਇਸ ਹੋਵੋ, ਤੁਸੀਂ ਨਾਰੇ ਮਾਰੋ, ਤੁਸੀਂ ਸ਼ਾਂਤੀ ਦੇ ਵਿੱਚ ਰਹੋ, ਤੇ ਕਿਉਂਕਿ ਪਰਮੇਸ਼ਰ ਨੇ ਤੁਹਾਡੇ ਵਾਸਤੇ ਬਹੁਤ ਹੀ ਵੱਡੀ ਬਰਕਤ ਸਵਰਗਾਂ ਦੇ ਵਿੱਚ, ਬਹੁਤ ਵੱਡਾ ਰਿਵਾਰਡ ਤੁਹਾਡੇ ਵਾਸਤੇ ਤਿਆਰ ਕਰਕੇ ਰੱਖਿਆ ਹੈ, ਕਿਉਂਕਿ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਵਾਸਤੇ ਪਰਸੀਕਿਊਟ ਕੀਤੇ ਗਏ ਹੈਗੇ। ਸੋ ਪ੍ਰਭੂ ਦੇ ਬਣਾਓ, ਇਹ ਤਾਂ ਆਪਾਂ ਦੇਖੀਆਂ ਹੈਗੀਆਂ ਨੇ ਕੁਛ ਬਲੈਸਿੰਗਸ। ਮੈਂ ਦੱਸ ਰਿਹਾ ਸੀਗਾ ਵੀ 9 ਬੀਟੀਟਿਊਡਸ ਹੈਗੇ ਨੇ, 9 ਬਰਕਤਾਂ ਨੇ। ਇਹ 9 ਦੀਆਂ 9 ਫਲਾਂ ਨਾਲ ਮੈਚ ਕਰਦੀਆਂ ਨੇ, ਤੇ 9 ਫਲ ਜਿਹੜੇ ਨੇ 9 ਗਿਫਟ ਨਾਲ ਮੈਚ ਕਰਦੇ ਨੇ, ਤੇ ਤਿੰਨੋਂ ਜਿਹੜੇ ਪ੍ਰਿੰਸੀਪਲਸ ਨੇ ਇਹ ਮਦਦ ਕਰਦੇ ਨੇ ਤਾਂ ਕਿ ਆਪਾਂ ਪਰਮੇਸ਼ਰ ਦੇ ਰਾਜ ਦੀ ਹੋਰ ਗਹਿਰਾਈ 'ਚ ਜਾ ਸਕੀਏ, ਤੇ ਗਹਿਰਾਈ 'ਚ ਜਾ ਕੇ ਪਰਮੇਸ਼ਰ ਦੀ ਅਥਾਰਟੀ, ਪਰਮੇਸ਼ਰ ਦੀ ਪਾਵਰ, ਪਰਮੇਸ਼ਰ ਦੀ ਅਨੋਇੰਟਿੰਗ, ਪਰਮੇਸ਼ਰ ਦਾ ਅੰਕਸ਼ਨ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਮੈਨੀਫੈਸਟ ਹੋ ਸਕੇ, ਤੇ ਜਿਹੜਾ ਵੀ ਆਪਣੇ ਵੱਲ ਦੇਖੇ ਉਹਨੂੰ ਪ੍ਰਭੂ ਯਿਸੂ ਦਾ ਚਿਹਰਾ ਨਜ਼ਰ ਆ ਸਕੇ, ਤੇ ਆਪਾਂ ਉਸ ਸ਼ਕਤੀ ਦੇ ਨਾਲ ਜਾਨਾਂ ਜਿਹੜੀਆਂ ਨੇ ਉਹ ਹਨੇਰੇ ਦੇ ਰਾਜ ਦੇ ਵਿੱਚੋਂ ਕੱਢ ਸਕੀਏ। ਜਾਨਾਂ ਨੂੰ ਹਨੇਰੇ ਦੇ ਰਾਜ ਦੇ ਵਿੱਚੋਂ ਕੱਢਣਾ ਆ, ਹਨੇਰੇ ਦੇ ਰਾਜ ਤੋਂ ਜਾਨਾਂ ਨੂੰ ਬਾਹਰ ਕੱਢਣਾ ਹੈ, ਜਾਨਾਂ ਨੂੰ ਖਿੱਚਣਾ ਹੈ ਹਨੇਰੇ ਦੇ ਰਾਜ ਦੇ ਵਿੱਚੋਂ, ਉਹ ਫਸੀਆਂ ਨੇ ਉਹਨਾਂ ਨੂੰ ਬਾਹਰ ਕੱਢਣਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੈਂ ਤੇ ਸ਼ੈਤਾਨ ਨੂੰ ਤੋੜਨਾ ਆ, ਸ਼ੈਤਾਨ ਦੇ ਰਾਜ ਨੂੰ ਡਿਸਟਰੋਏ ਕਰਨਾ, ਤੇ ਉਹ ਮਕਸਦ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦਾ ਹੈ ਆਪਣੇ ਜੀਵਨ ਦੇ ਉੱਤੇ, ਉਹ ਮਕਸਦ ਪੂਰਾ ਕਰਨਾ ਆ, ਤੇ ਪਰਮੇਸ਼ਰ ਨੂੰ ਸਾਰੀ ਮਹਿਮਾ ਦੇਣੀ ਆ, ਪਰਮੇਸ਼ਰ ਨੂੰ ਸਾਰਾ ਜਲਾਲ ਦੇਣਾ, ਤੇ ਉਹਦੀ ਇੱਜ਼ਤ ਤੇ ਉਹਦਾ ਮਾਣ ਕਰਨਾ ਹੈ। ਆਮੀਨ। 2 ਸਵਾਲ ਨੇ। ਪਹਿਲੇ ਨੰਬਰ ਤੇ, ਕੀ ਤੁਸੀਂ ਬਚਾਏ ਗਏ ਹੋ? ਆਰ ਯੂ ਸੇਵਡ? ਹਾਂਜੀ ਪਾਸਟਰ ਜੀ ਆਈ ਐਮ ਸੇਵਡ। ਦੂਜਾ ਸਵਾਲ ਹੈ, ਕੀ ਤੁਸੀਂ ਪ੍ਰਭੂ ਦੀ ਸੇਵਾ ਕਰ ਰਹੇ ਹੋ?
ਪ੍ਰਭੂ ਦੀ ਸੇਵਾ ਵਿੱਚ ਵਧਣਾ ਹੈ। ਕਿਉਂਕਿ ਜਿਸ ਰਾਜ ਵਿੱਚ ਬੁਲਾਇਆ ਗਿਆ ਹੈ ਨਾ ਆਪਾਂ ਨੂੰ, ਜਿਸ ਕਿੰਗਡਮ ਆਫ ਹੈਵਨ ਵਿੱਚ ਬੁਲਾਇਆ ਗਿਆ, ਇੱਥੇ ਬਹਿਣ ਵਾਸਤੇ ਨਹੀਂ ਬੁਲਾਇਆ ਗਿਆ, ਇੱਥੇ ਕੰਮ ਕਰਨ ਵਾਸਤੇ ਬੁਲਾਇਆ ਗਿਆ, ਇੱਥੇ ਰੂਹ ਵਿੱਚ ਵਧਣ ਵਾਸਤੇ ਬੁਲਾਇਆ ਗਿਆ, ਇੱਥੇ ਜਾਨਾਂ ਤੀਕਰ ਪ੍ਰਭੂ ਦਾ ਨਾਮ ਪਹੁੰਚਾਉਣ ਵਾਸਤੇ ਬੁਲਾਇਆ ਗਿਆ, ਤੇ ਉਹ ਜਾਨਾਂ ਨੂੰ ਛੁਟਕਾਰਾ ਦਿਲਾਉਣ ਵਾਸਤੇ ਬੁਲਾਇਆ ਗਿਆ, ਤਾਂ ਕਿ ਜਾਨਾਂ ਜਿਹੜੀਆਂ ਨੇ ਉਹ ਪ੍ਰਭੂ ਦੇ ਚਾਨਣ ਚ ਆ ਜਾਣ, ਜਾਨਾਂ ਯਿਸੂ ਨੂੰ ਸਵੀਕਾਰ ਕਰ ਲੈਣ, ਉਹ ਜਾਨਾਂ ਜਿਹੜੀਆਂ ਨੇ ਉਹ ਬਚਾਈਆਂ ਜਾਣ, ਤੇ ਉਹ ਸ਼ੈਤਾਨ ਦੇ ਕੰਮ ਜਿਹੜੇ ਨੇ ਉਹ ਰੱਦ ਸੱਦ ਹੋ ਜਾਣ, ਤੇ ਉਹ ਮਕਸਦ, ਜਿਹੜਾ ਮਕਸਦ ਆਪਣੇ ਜੀਵਨ ਤੇ ਹੈ, ਉਹ ਮਕਸਦ ਆਪਾਂ ਪੂਰਾ ਕਰ ਸਕੀਏ। ਉਹ ਕਾਲਿੰਗ, ਉਹ ਬੁਲਾਵਾ ਜਿਹੜਾ ਪ੍ਰਭੂ ਨੇ ਆਪਾਂ ਨੂੰ ਦਿੱਤਾ, ਉਹ ਆਪਾਂ ਪੂਰਾ ਕਰ ਸਕੀਏ ਤੇ ਪਰਮੇਸ਼ਰ ਦਾ ਨਾਮ ਉੱਚਾ ਕਰ ਸਕੀਏ। ਆਮੇਨ। ਇਹਨੂੰ ਕਹਿੰਦੇ ਨੇ ਪ੍ਰਭੂ ਤੇ ਭੈਣੋ, ਕਿੰਗਡਮ ਆਫ ਹੈਵਨ। ਤੇਰਾ ਰਾਜ ਆਵੇ, ਜਿਹਦਾ ਸਵਰਗਾਂ ਦੇ ਵਿੱਚ, ਉਹਦਾ ਧਰਤੀ ਦੇ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ। ਮੇਰੀ ਵੀ ਇਹੀ ਪ੍ਰਾਰਥਨਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਕੋਨਾ ਨਾ ਹੋਵੇ ਜਿਹਦੇ ਤੇ ਪਾਕ ਰੂਹ ਰਾਜ ਨਾ ਕਰੇ। ਤੁਹਾਡੀਆਂ ਹਰ ਇੱਕ ਕਮਜ਼ੋਰੀ ਤੇ ਪਰਮੇਸ਼ਰ ਦਾ ਰਾਜ ਆ ਜਾਵੇ, ਤੁਹਾਡੀ ਹਰ ਇੱਕ ਸਿਚੁਏਸ਼ਨ ਤੇ ਪਰਮੇਸ਼ਰ ਦਾ ਰਾਜ ਆਵੇ, ਤੁਹਾਡੇ ਘਰ ਵਿੱਚ ਪਰਮੇਸ਼ਰ ਦਾ ਰਾਜ ਆਵੇ, ਤੁਹਾਡੇ ਬੱਚਿਆਂ ਤੇ ਪਰਮੇਸ਼ਰ ਦਾ ਰਾਜ ਆਵੇ, ਤੁਹਾਡੇ ਹਸਬੈਂਡ ਵਾਈਫ ਤੇ ਤੁਹਾਡੇ ਮਾਪਿਆਂ ਤੇ ਪਰਮੇਸ਼ਰ ਦਾ ਰਾਜ ਆਵੇ, ਫਾਈਨੈਂਸ਼ੀਅਲੀ, ਇਮੋਸ਼ਨਲੀ, ਫਿਜ਼ੀਕਲੀ ਪਰਮੇਸ਼ਰ ਦਾ ਰਾਜ ਆਵੇ। ਪਰਮੇਸ਼ਰ ਤੁਹਾਡੀ ਜ਼ਿੰਦਗੀ ਦਾ ਕੋਨਾ ਆਪਣੇ ਰਾਜ, ਆਪਣੇ ਅਧਿਕਾਰ ਦੇ ਵਿੱਚ ਲੈ ਲਵੇ, ਤੇ ਉਹ ਮਕਸਦ ਜੋ ਪਰਮੇਸ਼ਰ ਦਾ ਹੈ ਤੁਹਾਡੀ ਜ਼ਿੰਦਗੀ 'ਚ, ਤੁਸੀਂ ਉਹ ਪੂਰਾ ਕਰ ਸਕੋ। ਆਮੇਨ। ਤਾਂ ਕਿ ਜਦੋਂ ਸਵਰਗਾਂ 'ਚ ਜਾਵਾਂਗੇ, ਪਰਮੇਸ਼ਰ ਕਹਿ ਸਕੇ, ਆ ਮੇਰੇ ਸੇਵਕ, ਖੁਸ਼ੀ ਦੇ ਨਾਲ ਪਰਮੇਸ਼ਰ ਦੇ ਰਾਜ ਵਿੱਚ, ਪਰਮੇਸ਼ਰ ਦੇ ਸਵਰਗ ਵਿੱਚ ਦਾਖਲ ਹੋ। ਕਿ ਪਰਮੇਸ਼ਰ ਨੂੰ ਸਭ ਨੂੰ ਬਹੁਤ ਬਰਕਤ ਦੇਵੇ। God bless you and see you soon. Amen.